ਗੌੜੀ ਬੈਰਾਗਣ ਤੇ ਪਦੇ। ਸੋ ਤੇ ਪਦਿਆਂ ਦੇ ਤਿੰਨ ਸ਼ਬਦ ਆਉਣਗੇ ਕਿਉਂਕਿ ਥੱਲੇ ਇੱਕ ਛੋਟਾ ਜਿਹਾ ਤੀਆ ਲਾਇਆ ਹੋਇਆ। ਸੋ ਇੱਕ ਬੈਰਾਗੀ ਨੇ ਆ ਕੇ ਬੇਨਤੀ ਕੀਤੀ, ਇਹ ਬੈਰਾਗਣ ਜਾਤੀ ਦਾ ਸ਼ਬਦ ਹੈ। ਸੋ ਤੇ ਪਦੇ ਹੁੰਦਾ ਤਿੰਨ ਪੌੜੀਆਂ ਵਾਲਾ, ਤਿੰਨ ਪੌੜੀਆਂ ਵਾਲੇ ਤਿੰਨ ਸ਼ਬਦ ਆਉਣਗੇ, ਤਿੰਨ ਤਿੰਨ ਪੌੜੀਆਂ ਹੋਣਗੀਆਂ ਇਹਨਾਂ ਦੀਆਂ। ਕਿ ਪਰਮੇਸ਼ਰ ਦੀ ਪ੍ਰਾਪਤੀ ਦਾ ਰਸਤਾ ਕਿਹੜਾ ਹੈ? ਕਬੀਰ ਜੀ ਨੇ ਕਿਹਾ ਉਹਦੀ ਪ੍ਰਾਪਤੀ ਦੇ ਦੋ ਰਸਤੇ ਆ, ਇੱਕ ਹਠ ਯੋਗ, ਦੂਜਾ ਭਗਤੀ ਯੋਗ। ਤੂੰ ਕਿਹੜੇ ਰਸਤੇ ਜਾਣਾ ਚਾਹੁੰਦਾ? ਉਹਨੇ ਕਿਹਾ ਦੋਨੋਂ ਹੀ ਸੁਣਾ ਦਿਓ, ਜਿਹੜਾ ਚੰਗਾ ਲੱਗੂ ਚਲੇ ਜਾਵਾਂਗੇ, ਆਪ ਸ਼ਰਵਣ ਤਾਂ ਕਰਾਓ। ਸੋ ਕਬੀਰ ਜੀ ਪਹਿਲੇ ਹਠ ਯੋਗ ਦਾ ਰਸਤਾ ਦੱਸਦੇ ਆ, ਫਿਰ ਹਠ ਯੋਗ ਤੋਂ ਬਾਅਦ ਦੂਜਾ ਦੱਸਣਗੇ ਜਿਹੜਾ ਭਗਤੀ ਯੋਗ ਹੈ। ਹੁਣ ਹਠ ਯੋਗ ਸੁਣੋ ਕੀ ਹੁੰਦਾ। ਉਲਟਤ ਪਵਨ ਚੱਕਰ ਖਟ ਭੇਦੇ, ਸੁਰਤ ਸੁਨ ਅਨਰਾਗੀ। ਕਹਿੰਦੇ ਇਸ ਪ੍ਰਕਾਰ ਜਿਹੜੀ ਸਾਡੀ ਇੱਕ ਅਪਾਨ ਵਾਯੂ ਹੁੰਦੀ ਹੈ, ਜਿਹੜੀ ਅਪਾਨ ਵਾਯੂ ਹੈ ਨੀਚੋਂ ਖਾਰਜ ਹੁੰਦੀ ਹੈ, ਅਪਾਨ ਵਾਯੂ ਨੂੰ ਉਲਟਾ ਕੇ ਦਸਮ ਦੁਆਰ ਦੀ ਤਰਫ ਲਿਜਾ ਕੇ 6 ਚੱਕਰ ਭੇਦੇ ਬਿਨ ਦੇਵੇ ਤਾਂ ਫਿਰ ਸੁਰਤ ਹੁੰਦਾ ਗਿਆਨ, ਜਾਂ ਕਹਿ ਲਓ ਬਿਰਤੀ ਸੁੰਨ ਹੁੰਦੀ, ਅਫੁਰ ਪਦ ਵਿੱਚ ਅਨੁਰਾਗੀ ਪ੍ਰੇਮ ਵਾਲੀ ਹੁੰਦੀ। ਇਹ ਦੋ ਰਸਤੇ ਹੈ। ਇੱਕ ਤਾਂ ਯੋਗੀ ਲੋਕ ਕਰਦੇ ਨੇ ਹਠ ਯੋਗ ਦਾ ਰਸਤਾ, ਉਹ ਆਪਾਂ ਨੂੰ ਮਨਾ ਕੀਤਾ ਹੋਇਆ ਕਿਉਂਕਿ ਉਹ ਔਖਾ ਬੜਾ, ਕਈ ਕਈ ਕਰ ਵੀ ਲੈਂਦੇ ਆ। ਦੂਜਾ ਭਗਤੀ ਯੋਗ ਜਿਹੜਾ ਗੁਰਸਿੱਖਾਂ ਨੂੰ ਸਹਿਜ ਅਵਸਥਾ ਦਿੱਤੀ ਹੈ, ਹਠ ਯੋਗ ਤੇ ਸਹਿਜ ਯੋਗ। ਹੁਣ ਹਠ ਯੋਗ ਤੋਂ ਮਨਾ ਕੀਤਾ, ਕੋਈ ਸੰਸਾਰ 'ਚ ਇਹਨੂੰ ਕਰਦਾ। ਕਈ ਲੋਕ ਕਹਿੰਦੇ ਨੇ ਇਹ ਤਾਂ ਯੋਗੀਆਂ ਦੇ ਰਾਹ ਤਾਂ ਆਪਣਾ ਇੱਕੋ ਹੀ ਹੈ, ਇੱਕ ਹਠ ਨਾਲ ਪਹੁੰਚਣਾ ਹੈ, ਇੱਕ ਸਹਿਜ ਵਿੱਚ ਪਹੁੰਚਣਾ ਭਗਤੀ ਨਾਲ। ਪਹਿਲਾ ਮੂਲਾ ਧਾਰ ਜਿਹੜਾ ਚੱਕਰ ਹੈ ਗੁਦਾ ਵਿੱਚ ਹੈ, ਦੂਸਰਾ ਸਵੈਦ ਸਥਾਨ ਚੱਕਰ ਇਹ ਜੀਵ ਦੇ ਲਿੰਗ ਵਿੱਚ ਹੈ, ਤੀਸਰਾ ਮਣੀਪੂਰਕ ਚੱਕਰ ਨਾਭੀ ਵਿੱਚ ਹੈ, ਚੌਥਾ ਅਨਾਹਤ ਚੱਕਰ ਹਿਰਦੇ 'ਚ ਹੈ, ਪੰਜਵਾਂ ਵਿਸ਼ੁੱਧ ਚੱਕਰ ਕੰਨ ਵਿੱਚ ਹੈ, ਤੇ ਆਗਿਆ ਚੱਕਰ ਭਰਵੱਟਿਆਂ ਦੇ ਵਿੱਚ ਹੈ। ਦੂਜਾ ਰਸਤਾ ਇਹ ਕਿ ਸੰਸਾਰ ਵੱਲ ਜਾਂਦੇ ਹੋਏ ਜਿਹੜੇ ਇੱਥੇ ਹੁਣ ਦੂਜਾ ਆ ਗਿਆ ਪਵਨ। ਪਵਨ ਕਿਹੜਾ? ਉਲਟਤ ਪਵਨ ਚੱਕਰ ਖਟ ਭੇਦੇ। ਪਹਿਲਾਂ ਤਾਂ ਅਸੀਂ ਅਪਾਨ ਵਾਯੂ ਨੂੰ ਰੋਕਣਾ, ਹੁਣ ਇੱਥੇ ਜਿਹੜੀ ਗੁਰਮਤਿ ਅਨੁਸਾਰ ਪਵਨ ਰੋਕਣੀ, ਉਹ ਕੀ ਪਵਨ ਹੁੰਦੇ? ਸਵਾਸ। ਸਵਾਸਾਂ ਨੂੰ ਪਰਮੇਸ਼ਰ ਦੀ ਤਰਫ ਉਲਟਾ ਕੇ 6 ਚੱਕਰ ਜਿਹੜੇ ਆਪਣੇ ਕਿਹੜੇ ਆ? 5 ਚੱਕਰ ਤਾਂ ਇਹਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ, ਤੇ ਇੱਕ ਮਨ। ਇਹਨਾਂ ਨੂੰ ਵਿੰਨੇ ਆਪ ਕਾਬੂ ਕਰੇ ਤਾਂ ਸੁਰਤੀਆਂ ਕਰਕੇ ਪ੍ਰਤਪਾਦਕ ਜੋ ਸੁੰਨ ਅਫੁਰ ਪਰਮਾਤਮਾ ਹੈ, ਉਸ ਵਿੱਚ ਬਿਰਤੀ ਅਨੁਰਾਗੀ ਹੁੰਦੀ, ਪ੍ਰੇਮ ਵਾਲੀ ਹੁੰਦੀ। ਫਿਰ ਆਵੈ ਨ ਜਾਏ ਮਰੈ ਨ ਜੀਵੈ, ਤਾਸ ਖੋਜ ਬੈਰਾਗੀ। ਜੋ ਪਰਮੇਸ਼ਰ ਨਾ ਆਉਂਦਾ ਜਾਂਦਾ ਤੇ ਨਾ ਜੰਮਦਾ ਮਰਦਾ, ਇਹ ਬੈਰਾਗੀ ਤੂੰ ਤਿਸ ਪਰਮਾਤਮਾ ਨੂੰ ਖੋਜ ਨਾ ਕਰ। ਤਾਤ ਮਾਤ ਨਾ ਜਾਤ ਜਾ ਕਰ, ਜਨਮ ਮਰਨ ਵਿਹੀਨ ਜੋ ਪਰਮਾਤਮਾ ਹੈ। ਮੇਰੇ ਮਨ ਹੀ ਉਲਟ ਸਮਾਨਾ। ਪਹਿਲੇ ਮੈਂ ਵੀ ਭਟਕਦਾ ਫਿਰਦਾ ਸੀ, ਹੁਣ ਮੇਰੇ ਮਨ ਨੇ ਮਨ ਹੀ ਤੋਂ ਭਾਵ ਮਨੌਤ ਵੱਲੋਂ ਉਲਟ ਕੇ ਪਰਮੇਸ਼ਰ ਵਿੱਚ ਹੀ ਸਮਾਉਣਾ ਕੀਤਾ। ਮਨ ਹੀ ਤੋਂ ਭਾਵ ਮਨੌਤ ਵੱਲੋਂ ਉਲਟ ਗਿਆ। ਪਹਿਲਾਂ ਨਾ ਮਨ ਸੀ ਨਾਸਤਕ, ਜਾਂ ਆਪਦੀ ਮਰਜ਼ੀ ਉਹ ਕਰਦਾ ਹੁੰਦਾ ਸੀ। ਹੁਣ ਗੁਰਮਤਿ ਅਨੁਸਾਰ ਸਿੱਧੇ ਰਾਹ ਚੱਲ ਪਿਆ। ਗੁਰ ਪ੍ਰਸਾਦ ਅਕਲ ਪਈ ਅਵਰੈ, ਨਾ ਤਰ ਥਾ ਬੇਗਾਨਾ ਰਹਾਉ। ਹੁਣ ਗੁਰਾਂ ਦੀ ਕਿਰਪਾ ਕਰਕੇ ਮੇਰੀ ਹੋਰ ਹੀ ਤਰ੍ਹਾਂ ਦੀ ਅਕਲ ਹੋ ਗਈ। ਨਾਤਰ ਤੋਂ ਭਾਵ ਨਹੀਂ ਤਾਂ ਮੈਂ ਬੇਗਾਨਾ, ਬੇਗਿਆਤ ਸੀ। ਬੇਗਾਨਾ, ਬੇ ਨਾਮ ਹੁੰਦਾ ਦਵੈਤ ਦਾ, ਗਾਨਾ ਹੁੰਦਾ ਗਾਉਣਾ। ਪਹਿਲਾਂ ਦਵੈਤ ਦੇ ਗੀਤ ਹੀ ਗਾਉਂਦਾ ਸੀ, ਈਰਖਾ ਦਵੈਸ਼ ਹੀ ਕਰਦਾ ਸੀ। ਬੇਗਾਨਾ ਦੂਜਿਆਂ ਦੇ ਭਾਵ ਜਮਾਂ ਦੇ ਹਵਾਲੇ ਹੋਣ ਵਾਲਾ ਹੀ ਯੋਗ ਬਣਿਆ ਹੋਇਆ ਸੀ। ਨਿਵਰੈ ਦੂਰ ਦੂਰ ਫੁਨ ਨਿਵਰੈ, ਜਿਨ ਜੈਸਾ ਕਰ ਮੰਨਿਆ। ਜਿਨ੍ਹਾਂ ਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ ਮੰਨਿਆ ਉਹਨਾਂ ਦੇ ਨਿਵਰੈ। ਉਹਨਾਂ ਨਿਵਰਾ ਹੁੰਦਾ ਨੇੜੇ। ਨੇੜੇ ਜੋ ਕਾਮ ਕ੍ਰੋਧ ਆਦਿਕ ਦੂਰ ਸਨ, ਉਹ ਦੂਰ ਹੋ ਗਏ। ਫਿਰ ਦੂਰ ਜੋ ਸਤ ਸੰਤੋਖ ਆਦਿ ਸ਼ੁਭ ਗੁਣ ਸਨ, ਉਹ ਨਿਵਰਾ ਨੇੜੇ ਹੋ ਗਏ। ਇਹ ਧਿਆਨ ਨਾਲ ਦੇਖਣਾ, ਜਿਨ੍ਹਾਂ ਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ, ਗੁਰੂ ਗ੍ਰੰਥ ਸਾਹਿਬ ਨੂੰ ਪਰਮੇਸ਼ਰ ਮੰਨ ਲਓ ਜੇ ਕਲਿਆਣ ਲੈਣੀ ਹੈ। ਜੇ ਕਹੋ ਵੀ ਗੁਰੂ ਗ੍ਰੰਥ ਸਾਹਿਬ ਹੋਰ ਹੈ, ਗੁਰੂ ਨਾਨਕ ਸਾਹਿਬ ਹੋਰ ਹੈ, ਪਰਮੇਸ਼ਰ ਹੋਰ ਹੈ, ਫਿਰ ਲੰਬਾ ਚੱਕਰ ਪੈ ਜਾਣਾ। ਬਿਲਕੁਲ ਸੌਖਾ ਰਸਤਾ, ਗੁਰੂ ਗ੍ਰੰਥ ਸਾਹਿਬ ਹੀ ਰੱਬ ਹੈ, ਇਹੀ ਪ੍ਰਮਾਤਮਾ ਜਾਣ ਕੇ ਇਸੇ ਤੇ ਸ਼ਰਧਾ ਭਾਵਕ, ਪ੍ਰੇਮ ਭਾਵਕ। ਗੁਰੂ ਵੀ ਇਹੀ ਹੈ, ਪਰਮੇਸ਼ਰ ਵੀ ਉਹੀ ਰੂਪ ਧਾਰਿਆ ਉਹਨਾਂ ਨੇ। ਜਿਨ੍ਹਾਂ ਨੇ ਗੁਰਾਂ ਦਾ ਸਰੂਪ ਮਨੁੱਖ ਜੈਸਾ ਕਰਕੇ ਮੰਨਿਆ ਕਿ ਜੈਸੇ ਅਸੀਂ ਹਾਂ ਤੈਸੇ ਗੁਰੂ ਸਾਹਿਬ ਜੀ ਹਨ, ਉਹਨਾਂ ਨੂੰ ਐਸੇ ਉਲਟਾ ਫਲ ਹੋਇਆ ਕਿ ਉਹਨਾਂ ਦੇ ਨੇੜੇ ਰਹਿਣ ਵਾਲੇ ਜੋ ਸਤ ਸੰਤੋਖ ਆਦਿ ਸ਼ੁਭ ਗੁਣ ਸੀ, ਉਹ ਦੂਰ ਹੋ ਗਏ। ਅਤੇ ਦੂਰ ਹੋਏ ਜੋ ਕਾਮ ਕ੍ਰੋਧ ਸੀ, ਉਹਨੂੰ ਚਿੰਬੜ ਗਿਆ। ਕਿ ਕਹਿੰਦੇ ਉਹ ਤੂੰ ਗੁਰੂ ਨੂੰ ਮਨੁੱਖ ਰੂਪ ਕਰਕੇ ਮੰਨਦਾ। ਸੰਤ ਮਹਾਤਮਾ ਨੂੰ ਕਹੀ ਆਪਾਂ ਜੀ ਬ੍ਰਹਮ ਗਿਆਨੀ ਮਹਾਤਮਾ ਵੀ ਰੱਬ ਰੂਪ ਹੀ ਹੁੰਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਵੀ ਹਉ ਨਿਕਲ ਚੁੱਕੀ ਹੁੰਦੀ ਹੈ। ਲੋਕ ਉਹਨਾਂ ਨੂੰ ਵੀ ਇਹ ਤੇ ਆਮ ਜਿਹਾ ਹੀ ਬੰਦਾ। ਫਿਰ ਗੁਰੂ ਸਾਹਿਬ ਨੂੰ ਕਈ ਮੰਨਦੇ ਵੀ ਇਹ ਤਾਂ ਦੇਖੋ ਜੀ ਉਹ ਤਾਂ ਆਮ ਹੀ ਸੀ ਕਿ ਜਿਵੇਂ ਮਨੁੱਖ ਆਇਆ ਇਸ ਤਰ੍ਹਾਂ ਹੀ ਆਏ ਸੀ ਲੋਕੀ,
ਉਹ ਤੁਹਾਡਾ ਹਾਲ ਬਹੁਤ ਮਾੜਾ ਹੋਣਾ ਜਿਹੜੇ ਇੰਨੀਆਂ ਗੱਲਾਂ ਕਰਦੇ ਤੁਸੀਂ। ਜਿਹਾ ਸਤਿਗੁਰ ਕਰ ਜਾਣਿਆ ਤੇਹੋ ਜਿਹਾ ਸੁਖ ਹੋਏ, ਇਹੋ ਸਹਿਸਾ ਮੂਲੇ ਨਾਹੀ, ਭਾਉ ਲਾਏ ਜਨ ਕੋਏ। ਜਿਹਾ ਜਿਹਾ ਕੋਈ ਭਾਵ ਲਾਊਗਾ ਉਹੋ ਜਿਹੀ ਕਿਰਪਾ ਹੋਣੀ ਹੈ। ਕਈ ਕਹਿੰਦੇ ਗੁਰੂ ਗ੍ਰੰਥ ਸਾਹਿਬ ਕਾਗਜ਼ ਨੇ, ਤੁਹਾਡੀ ਹਾਲਤ ਇਹ ਜਿਹੀ ਹੋਣੀ ਤੁਹਾਨੂੰ ਕਾਗਜ਼ ਹੀ ਬਣਾਉਣਾ ਰੱਬ ਨੇ ਤੇ ਚੂਹਿਆਂ ਨੇ ਕੁਤਰਨਾ ਤੁਹਾਨੂੰ। ਕਹਿੰਦੇ ਜਿਹਾ ਸਤਿਗੁਰ ਨੂੰ ਜਾਣੈ ਤੇਹੋ ਹੋਵੈ, ਜਾਂ ਸੱਚ ਨਾਮ ਲਿਵ ਲਾਗੈ। ਗੁਰੂ ਸਾਹਿਬ ਜੀ ਇਉਂ ਫਰਮਾਉਂਦੇ ਨੇ, ਦੂਜਾ ਨਹੀਂ ਜਾਣੈ ਕੋਏ, ਸਤਿਗੁਰ ਨਿਰੰਜਨ ਸੋਏ। ਮਾਨੁਖਾ ਕਾ ਰੂਪ ਨਾ ਜਾਣ, ਮਿਲੀ ਨਿਮਾਣੇ ਮਾਣ। ਗੁਰ ਨਾਨਕ ਦੇਵ ਗੋਬਿੰਦ ਰੂਪ। ਉਹ ਗੋਬਿੰਦ ਆਪ ਹੀ ਆਇਆ ਹੋਇਆ, ਭੁਲੇਖੇ 'ਚ ਨਾ ਰਹੋ। ਅਥਵਾ ਕਹਿਣ ਤੋਂ ਭਾਵ ਜਿਹਨੇ ਗੁਰਾਂ ਦਾ ਸਰੂਪ ਬ੍ਰਹਮ ਜੈਸਾ ਕਰਕੇ ਮੰਨਿਆ, ਉਹਦੇ ਨੇੜੇ ਜੋ ਅਨਾਤਮ ਵਿਚਾਰ ਸੀ ਉਹ ਦੂਰ ਹੋ ਗਿਆ। ਅਨ ਆਤਮ ਵਿਚਾਰ ਭਾਵ ਅਨਾਤਮ ਹੁੰਦਾ ਪੁੱਠੀਆਂ, ਅਤੇ ਦੂਰ ਜੋ ਆਤਮ ਵਿਚਾਰ ਸੀ ਉਹ ਆਤਮਕ ਗਿਆਨ ਨੇੜੇ ਹੋ ਗਿਆ ਉਹਦੇ। ਉਸ ਆਤਮ ਆਨੰਦ ਵਾਲੇ ਨੂੰ ਐਸਾ ਕਹਿ ਆਨੰਦ ਪ੍ਰਾਪਤ ਹੋਇਆ ਜੋ ਕਥਨ ਨਹੀਂ ਕੀਤਾ ਜਾ ਸਕਦਾ। ਕਹਿੰਦੇ ਜੀ ਕਿਵੇਂ? ਉਹਦਾ ਪ੍ਰਮਾਣ ਕੀ ਹੈ? ਅਲੌਤੀ ਕਾ ਜੈਸੇ ਭਇਆ ਬਰੇਡਾ, ਜਿਨ ਪੀਆ ਤਿਨ ਜਾਣਿਆ। ਜੈਸੇ ਅਲੌਤੀ ਹੁੰਦਾ ਗਲੋ ਦਾ ਬਰੇਡਾ ਰਸ ਹੁੰਦਾ, ਸਤ ਤਿਆਰ ਹੁੰਦਾ, ਉਸ ਰਸ ਨੂੰ ਜਿਹਨੇ ਪੀਤਾ ਉਹਦੇ ਆਨੰਦ ਨੂੰ ਜਾਣਿਆ। ਗਲੋ ਤਾਂ ਕੌੜੀ ਹੁੰਦੀ ਹੈ, ਉਹਦਾ ਆਨੰਦ ਕੀ ਆਉਣਾ? ਕਹਿੰਦੇ ਗਲੋ ਕੌੜੀ ਤਾਂ ਠੀਕ ਹੁੰਦੀ ਹੈ, ਪਰ ਉਸ ਵਿੱਚ ਜਿਹੜਾ ਗੁਣ ਹੈ ਨਾ ਰੋਗ ਦੀ ਨਿਵਰਤੀ ਦਾ, ਉਸ ਗੁਣ ਨੂੰ ਉਹੀ ਜਾਣਦਾ ਜਿਹੜਾ ਉਹ ਗਲੋ ਦੇ ਸੱਤ ਨੂੰ ਪੀਂਦਾ, ਰਸ ਨੂੰ ਪੀਂਦਾ ਨਾ। ਗਲੋ ਹਰੀ ਵੀ ਪਾਣੀ 'ਚ ਉਬਾਲ ਕੇ ਠੰਡੀ ਕਰਕੇ ਪੀਤੀ ਜਾ ਸਕਦੀ, ਮਾੜੀ ਮਿਸ਼ਰੀ ਪਾ ਕੇ। ਜਿਨ੍ਹਾਂ ਨੂੰ ਬੁਖਾਰ ਉਤਰਦਾ ਹੀ ਨਹੀਂ, ਬੁਖਾਰ ਹੱਡਾਂ 'ਚ ਹੀ ਵੜ ਜਾਂਦਾ ਜਿਨ੍ਹਾਂ ਦੇ, ਜਾਂ ਜਿਨ੍ਹਾਂ ਦੇ ਜਲਨ ਦੀ ਹੁੰਦੀ ਸਰੀਰ, ਗਲੋ ਠੰਡੀ ਬਹੁਤ ਹੁੰਦੀ ਹੈ। ਇਹ ਬੁਖਾਰ ਪੁਰਾਣੇ ਤੋਂ ਪੁਰਾਣਾ ਤੋੜ ਦਿੰਦੀ ਹੈ। ਸੋ ਇਸ ਕਰਕੇ ਜਿਵੇਂ ਜਿਹੜੇ ਵੈਦਿਕ ਲੋਕ ਨੇ ਉਹ ਗਲੋ ਸੱਤ ਅਤੇ ਗੁਦੰਤੀ ਹੜਤਾਲ ਤੇ 12 ਸਿੰਘਾਂ ਆਦਿਕ ਮਿਲਾ ਕੇ ਤਿੰਨ ਚੀਜ਼ਾਂ ਜੋ ਦਿੰਦੇ। ਪੁਰਾਣੇ ਤੋਂ ਪੁਰਾਣਾ ਜਿਹੜਾ ਹੱਡਾਂ 'ਚ ਵੜਿਆ ਬੁਖਾਰ ਹੁੰਦਾ। ਕਈ ਬੁਖਾਰ ਇਹੋ ਜਿਹੇ ਥਰਮਾਮੀਟਰ 'ਚ ਹੀ ਨਹੀਂ ਆਉਂਦੇ, ਉਲਟਾ 100 ਜਿਹੜਾ ਬੁਖਾਰ ਹੈ 98 ਦੀ ਜਗ੍ਹਾ 96 95 ਦੱਸੀ ਜਾਂਦਾ, ਉਹ ਵੀ ਬੁਖਾਰ ਹੀ ਹੁੰਦਾ। ਹੱਡਾਂ ਦੇ ਵਿੱਚ ਬੁਖਾਰ ਵੜ ਜਾਂਦਾ, ਇਸ ਕਰਕੇ ਉੱਥੇ ਗਲੋ ਕੰਮ ਕਰਦੀ। ਅਥਵਾ ਕਹਿੰਦੇ ਜੈਸੇ ਅਲੌਤੀ ਹੁੰਦਾ, ਮਹੂਏ ਦੇ ਫੁੱਲਾਂ ਦੀ ਸ਼ਰਾਬ ਦਾ ਬਰੇਡਾ ਪਿਆਲਾ ਭਰਿਆ ਹੋਵੇ, ਉਹ ਸ਼ਰਾਬ ਜਿਹਨੇ ਪੀਤੀ ਕਹਿੰਦੇ ਉਹਨੂੰ ਮਸਤੀ ਦਾ ਉਹਨੂੰ ਪਤਾ, ਪਰ ਉਹ ਦੂਜਿਆਂ ਵਾਸਤੇ ਉਹ ਇੱਕ ਪ੍ਰਮਾਣ ਦਿੱਤਾ, ਉਹ ਨਹੀਂ ਹੈ। ਜੈਸੇ ਕਿਵੇਂ ਮੁਲਤਾਨੀ ਅਲੌਤੀ ਹੁੰਦੀ ਮਿਸ਼ਰੀ, ਮੁਲਤਾਨੀ ਅਲੌਤੀ ਉੱਥੇ ਮਿਸ਼ਰੀ ਨੂੰ ਕਹਿੰਦੇ ਨੇ। ਮੁਲਤਾਨ ਵਿੱਚ ਮਿਸ਼ਰੀ ਦਾ ਬਰੇਡਾ ਜਿਹੜਾ ਸ਼ਰਬਤ ਤਿਆਰ ਹੁੰਦਾ, ਸਾਉਣ ਦੇ ਦਿਨਾਂ 'ਚ ਨਿੱਕੀਆਂ ਨਿੱਕੀਆਂ ਬੂੰਦਾਂ ਪੈਣ ਕਰਕੇ ਕਿ ਸਵਾ ਗਜ ਮਲਮਲ ਦੇ ਚਾਰੇ ਕੋਨੇ ਬੰਨ੍ਹ ਕੇ ਵਿੱਚ ਮਿਸ਼ਰੀ ਰੱਖੀ ਜਾਵੇ, ਹੇਠਾਂ ਮਿੱਟੀ ਦਾ ਕੋਰਾ ਭਾਂਡਾ ਪਿਆ ਹੋਏ, ਉਹਦੇ ਵਿੱਚ ਜੋ ਸ਼ਰਬਤ ਦੀਆਂ ਬੂੰਦਾਂ ਇੱਕ ਇੱਕ ਕਰਕੇ ਡਿੱਗਦੀ ਆ, ਇਕੱਠੀਆਂ ਹੁੰਦੀਆਂ। ਉਹ ਸ਼ਰਬਤ ਨੂੰ ਜਿਹਨੇ ਪੀਤਾ ਹੈ ਉਹਦੇ ਮਿਠਾਸ ਨੂੰ ਤੇ ਉਹਦੇ ਠੰਡਕ ਨੂੰ, ਆਨੰਦ ਨੂੰ ਉਹਨੇ ਜਾਣਿਆ। ਆ ਕਈਆਂ ਨੂੰ ਜਲਨ ਜੀ ਹੁੰਦੀ ਪੈਰਾਂ ਦੇ ਵਿੱਚ, ਸ਼ੂਗਰ ਤੋਂ ਰਹਿਤ ਬੰਦਿਆਂ ਨੂੰ, ਸ਼ੂਗਰ ਵਾਲੇ ਨਹੀਂ, ਸ਼ੂਗਰ ਵਾਲਿਆਂ ਲਈ ਨਹੀਂ ਇਹ। ਜਾਂ ਕਈ ਕਹਿੰਦੇ ਮੇਰੇ ਅੰਦਰ ਗਰਮੀ ਬਹੁਤ ਪੈਦਾ ਹੋ ਗਈ ਆ, ਬੜੀ ਗਰਮੀ ਅੰਦਰ ਸਰੀਰ 'ਚੋਂ ਕਿਵੇਂ ਕੱਢੀਏ? ਮਿਸ਼ਰੀ ਕੁੱਟ ਕੇ ਰਾਤ ਨੂੰ ਗਲਾਸ 'ਚ ਭਿਉਂ ਦਿਓ, ਸਵੇਰੇ ਉੱਠ ਕੇ ਉਹ ਪਾਣੀ ਪੀ ਲਓ। ਇੱਕ ਹਫ਼ਤਾ ਪੀਂਦੇ ਰਹੋ ਲਗਾਤਾਰ, ਜਿੰਨੀ ਗਰਮੀ ਹੈ ਸਰੀਰ ਦੀ ਸਾਰੀ ਬਾਹਰ ਨਿਕਲ ਜਾਂਦੀ। ਸਭ ਤੋਂ ਵੱਧ ਠੰਡਾ ਪੱਤਾ ਟਾਹਲੀ ਦਾ ਹੁੰਦਾ। ਕੋਰੇ ਕੁੱਜੇ 'ਚ ਰਾਤ ਨੂੰ ਟਾਹਲੀ ਦੇ ਥੋੜੇ ਜਿਹੇ 15-20 ਪੱਤੇ ਭਿਉਂ ਦਿਓ, ਸਵੇਰੇ ਉੱਠ ਕੇ ਮੂੰਹ ਲਾ ਕੇ ਕੁੱਜੇ ਨੂੰ ਉਹ ਪਾਣੀ ਪੀ ਲਓ, ਨਿਤਾਰ ਕੇ। ਪੱਤਾ ਨਹੀਂ ਖਾਣਾ, ਪੱਤੇ ਸੁੱਟ ਦਿਓ, ਫਿਰ ਅਗਲੇ ਨੂੰ ਹੋਰ ਪੱਤੇ ਪਾ ਦਿਓ। ਇੱਕ ਹਫ਼ਤਾ ਜਿਹਨੇ ਪੀ ਲਿਆ ਜਾਂ 3 ਦਿਨ ਵੀ ਪੀ ਲਿਆ, ਉਹਦੇ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਂਦੀ ਹੈ। ਇਸ ਕਰਕੇ ਕਹਿੰਦੇ ਜਿਹਨੇ ਭਾਈ ਪੀਤਾ ਉਹਨੂੰ ਹੀ ਪਤਾ ਹੈ। ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ, ਐਸਾ ਕੋਇ ਵਿਵੇਕੀ। ਇਸ ਨਿਰਗੁਣ ਬ੍ਰਹਮ ਦੀ ਕਥਾ ਜਿਸ ਦੇ ਸਾਥ ਕਥਨ ਕਰੀਏ, ਕਿਉਂਕਿ ਇਹੋ ਜਿਹਾ ਕੋਈ ਵਿਵੇਕੀ ਦੁਰਲੱਭ ਬੰਦਾ ਹੀ ਹੈ। ਕਿਹਦੇ ਨਾਲ ਕਥਨ ਕਰੀਏ ਨਿਰਗੁਣ ਕਥਾ? ਸਾਰੇ ਲੋਕ ਤਾਂ ਖਾਣ ਪੀਣ ਪਹਿਰਨ ਵਿੱਚ ਮਸਤ ਨੇ। ਲੋਕੀ ਤਾਂ ਵਿਕਾਰਾਂ ਦੀਆਂ ਗੱਲਾਂ ਸੁਣ ਕੇ ਜ਼ਿਆਦਾ ਖੁਸ਼ ਹੁੰਦੇ ਨੇ। ਲੋਕੀ ਤਾਂ ਸਾਰਾ ਦਿਨ ਪੁੱਠੀਆਂ ਗੱਲਾਂ ਸੁਣ ਕੇ ਖੁਸ਼ ਹੁੰਦੇ ਨੇ। ਕਹੋ ਕਬੀਰ ਜਿਨ ਦੀਆ ਪਲੀਤਾ, ਤਿਨ ਤੈਸੀ ਚੱਲ ਦੇਖੀ। ਕਬੀਰ ਜੀ ਕਥਨ ਕਰਦੇ ਨੇ, ਜਿਸ ਜਿਸ ਪੁਰਸ਼ ਨੇ ਜਿਹਾ ਜਿਹਾ ਪ੍ਰੇਮ ਰੂਪੀ ਪਲੀਤਾ ਦਿੱਤਾ, ਉਹਨੇ ਉਹੀ ਜਿਹੀ ਚੱਲ ਹੁੰਦੀ ਪ੍ਰਕਾਸ਼ਤਾ ਦੇਖੀ। ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਗੌੜੀ ਰਾਗ 'ਚ ਉਚਾਰਨ ਕਰਦੇ ਨੇ। ਪਿੱਛੇ ਦੱਸ ਆਏ ਕਿ 3 ਸ਼ਬਦ ਆਉਣਗੇ ਤਿਪਦਿਆਂ ਵਾਲੇ, ਸੋ ਇਹ ਦੂਸਰਾ ਸ਼ਬਦ ਹੈ ਤਿਪਦਿਆਂ 'ਚੋਂ। ਜਿਸ ਵੇਲੇ ਕਬੀਰ ਜੀ ਦੇ ਗੁਰੂ ਰਾਮਾਨੰਦ ਜੀ ਸੰਸਾਰ ਤੋਂ ਚਲਾਣਾ ਕਰਕੇ ਸਿੱਖਾਂ ਨੇ ਬੇਨਤੀ ਕੀਤੀ ਉਹਨਾਂ ਦੇ ਚੇਲਿਆਂ ਨੇ ਕਿ ਆਪ ਜੀ ਨੇ ਗੁਰੂ ਜਿਹੜੇ ਸੀ, ਆਪ ਜੀ ਦੇ ਗੁਰੂ 5 ਭੂਤਕ ਦੇਹ ਨੂੰ ਤਿਆਗ ਕੇ ਕਿਸ ਜਗ੍ਹਾ ਤੇ ਸਮਾ ਗਏ? ਉੱਤਰ ਦਿੰਦੇ ਨੇ, ਤਹਿ ਪਾਵਸ ਸਿੰਧ ਧੂਪ ਨਹੀਂ ਛਹੀਆ, ਤਹਿ ਉਤਪਤ ਪਰ ਲਉ ਨਾਹੀ।
ਕਹਿੰਦੇ ਇਸ ਜਗ੍ਹਾ ਮੇਰੇ ਗੁਰੂ ਜਾ ਕੇ ਸਮਾਏ ਨੇ, ਜਿਸ ਬ੍ਰਹਮ ਵਿੱਚ ਪਾਵਸ ਹੁੰਦੀ ਹੈ, ਕਹੀਏ 6 ਰੁੱਤਾਂ ਨੂੰ, 6 ਰੁੱਤਾਂ ਤੇ ਤਹਿ ਪਾਵਸ ਤੇ ਸਿੰਧ ਹੁੰਦਾ 7 ਸਮੁੰਦਰ, ਅਤੇ ਧੂਪ ਨਹੀਂ ਛਈਆ, ਧੁੱਪ ਜਾਂ ਛਾਂ ਵਗੈਰਾ ਕੋਈ ਨਹੀਂ ਹੁੰਦੀ ਉੱਥੇ। ਧੂਪ ਹੁੰਦਾ ਤਮੋ ਗੁਣ ਨਹੀਂ, ਛਈਆ ਹੁੰਦੀ ਸ਼ਾਂਤੀ। ਸੋ ਧੂਪ ਹੁੰਦਾ ਪ੍ਰਕਾਸ਼ ਹੀ ਹੈ ਜਿੱਥੇ, ਛਈਆ ਹੁੰਦੀ ਜੜਤਾ ਨਹੀਂ। ਅਤੇ ਜਿਸ ਬ੍ਰਹਮ ਵਿੱਚ ਉਤਪਤੀ ਤੇ ਪਰਲੋਂ ਵੀ ਨਹੀਂ ਹੈ, ਉਤਪਤ ਪਰਲੋਂ ਨਾਹੀਂ। ਜੀਵਨ ਮਿਰਤ ਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦਉ ਤਹਿ ਨਾਹੀ। ਕਹਿੰਦੇ ਜਿਉਣਾ ਮਰਨਾ ਦੁੱਖ ਸੁਖ ਜਿਹਦੇ ਵਿੱਚ ਨਹੀਂ ਵਿਆਪਦੇ, ਸੁਨ ਸਮਾਧ ਹੁੰਦਾ। ਨਿਰਵਿਕਲਪ ਸਮਾਧੀ ਤੇ ਸਾਵਿਕਲਪ ਸਮਾਧੀ, ਇਹ ਦੋਨੋਂ ਜਿਸ ਵਿੱਚ ਨਹੀਂ, ਮੇਰੇ ਗੁਰੂ ਤੇ ਇਸ ਬ੍ਰਹਮ ਦੇ ਵਿੱਚ ਸਮਾਏ ਹੋਏ ਨੇ। ਸਤਿਗੁਰੂ ਵਿੱਚ ਤਾਂ ਨਿਰਵਿਕਲਪ ਤੇ ਦੂਜੀ ਦੋਨੋਂ ਹੀ ਸਮਾਧੀਆਂ ਹੈ ਹੀ ਨਹੀਂ। ਦੇਖ ਲਓ ਇਹਦੀ ਸਤਿਗੁਰੂ ਦੀ ਅਵਸਥਾ ਕਿਹੜੀ ਹੈ, ਜਿਹੜੀ ਆਪਾਂ ਪੌੜੀ ਪੜ੍ਹਦੇ ਨਾ ਜਪਜੀ ਸਾਹਿਬ ਦੇ ਵਿੱਚ, ਜਤ ਪਹਾਰਾ ਧੀਰਜ ਸੁਨਿਆਰ, ਇਹ ਤੁਰਿਆਤੀਤ ਅਵਸਥਾ 8ਵੀਂ ਭੂਮਿਕਾ ਹੈ। ਇਹ ਸਿਰਫ ਗੁਰੂ ਸਾਹਿਬ ਦੀ ਬਣਦੀ ਹੈ। ਜੇ ਕਿਸੇ ਦੀ 7ਵੀਂ ਭੂਮਿਕਾ ਤੋਂ ਬਾਅਦ 8ਵੀਂ ਬਣ ਵੀ ਜਾਵੇ, ਉਹ 7 ਦਿਨ ਹੀ ਜਿਉਂਦਾ ਰਹਿੰਦਾ ਬੰਦਾ, ਕਿਉਂਕਿ 8ਵੀਂ ਭੂਮਿਕਾ ਇਸ ਦੇਹੀ ਦੀ ਨਹੀਂ ਹੈ, ਕਈ ਮਹਾਂਪੁਰਖਾਂ ਦੀ ਬਣੀ ਹੈ। ਸੋ ਜਿਨ੍ਹਾਂ ਵਿੱਚੋਂ ਯਾਦ ਹੈ ਮੈਨੂੰ ਸੰਤ ਬਾਬਾ ਕਿਸ਼ਨ ਸਿੰਘ ਜੀ ਰਾੜੇ ਵਾਲੇ ਮਹਾਂਪੁਰਸ਼, ਜਦ ਉਹ ਤੁਰਿਆਤੀਤ ਭੂਮਿਕਾ 'ਚ ਗਏ ਤਾਂ ਹੁਣ ਉਹ ਸਾਰੀ ਸਰੀਰ ਦੀ ਕਿਰਿਆ ਭੁੱਲ ਗਏ। ਉਹ ਬਿਸਤਰੇ ਉੱਤੇ ਕਿਰਿਆ ਹੋ ਜਾਂਦੀ ਸੀ ਉਹਨਾਂ ਤੋਂ, ਤੇ ਨਾਲਦਿਆਂ ਨੇ ਕਹਿਣਾ ਬਾਬੇ ਨੂੰ ਖਾਨੀ ਕੀ ਹੋ ਗਿਆ। ਉਹਨਾਂ ਵਿਚਾਰਿਆਂ ਨੂੰ ਕੀ ਪਤਾ ਸੀ ਇਹ ਤੁਰਿਆਤੀਤ ਅਵਸਥਾ ਚਲੇ ਗਏ ਨੇ। ਸੋ 7 ਦਿਨ ਹੀ ਫਿਰ ਸਰੀਰ ਰਿਹਾ ਸੀ ਉਹਨਾਂ ਦਾ। ਤੋ ਇਸ ਪ੍ਰਕਾਰ ਹੈ ਕਿ ਇਹ ਭੂਮਿਕਾ ਬਹੁਤ ਜ਼ਿਆਦਾ ਉੱਚੀ ਹੁੰਦੀ, ਜਿੱਥੇ ਹੁਣ ਆਹ ਕਥਨ ਕੀਤਾ ਕਿ ਨਿਰਵਿਕਲਪ ਸਮਾਧੀ ਜਾਂ ਸਾਵਿਕਲਪ, ਇਹ ਤਾਂ ਬੰਦਾ ਜਾਂਦਾ ਥੱਲੇ ਉੱਪਰ ਨੂੰ। ਜਿਹੜਾ ਪਰਮੇਸ਼ਰ ਹੈ ਹੀ ਵਿਕਲਪ ਤੋਂ ਰਹਿਤ, ਜਿੱਥੇ ਕੁਝ ਵੀ ਨਹੀਂ ਹੈ, ਸੁੰਨ ਅਫੁਰ ਅਵਸਥਾ ਹੈ, ਉੱਥੇ ਇਹਦਾ ਕਥਨ ਪਰਮੇਸ਼ਰ ਦੇ ਵਿੱਚ ਨਹੀਂ ਕਥਨ ਕਰਨਾ। ਇਹ ਬ੍ਰਹਮ ਗਿਆਨੀ 'ਚ ਹੋ ਜਾਂਦਾ, ਪਰ ਪਰਮੇਸ਼ਰ 'ਚ ਨਹੀਂ। ਆਮ ਜੀਵ ਇੱਥੋਂ ਥੱਲੇ ਉੱਪਰ ਤੱਕ ਜਾਂਦਾ ਹੈ, ਪਰ ਜਿਹੜਾ ਹੈ ਹੀ ਪਹਿਲਾਂ ਉੱਪਰ ਤੋਂ ਉੱਪਰ, ਉੱਥੇ ਕੀ ਕਥਨ ਕਰਨਾ। ਸਹਿਜ ਕੀ ਅਕਥ ਕਥਾ ਹੈ ਨਿਰਾਰੀ, ਗਿਆਨ ਸਰੂਪ ਪਰਮਾਤਮਾ ਦੀ ਕਥਾ ਅਕਥ ਹੈ ਭਾਈ, ਅਤੇ ਸਭ ਤੋਂ ਨਿਰਾਲੀ ਹੈ। ਤੋਲ ਨਹੀਂ ਚੜ੍ਹੈ ਜਾਏ ਨਾ ਮੁਕਾਤੀ, ਹਲਕੀ ਲੱਗੈ ਨਾ ਭਾਰੀ ਰਹਾਉ। ਕਹਿੰਦੇ ਤੱਕੜੀ ਉੱਤੇ ਚੜ੍ਹ ਕੇ ਤੁਲਦੀ ਨਹੀਂ ਹੈ ਤੇ ਮੁੱਕ ਵੀ ਨਹੀਂ ਜਾਂਦੀ, ਨਾ ਹੀ ਹਲਕੀ ਲੱਗਦੀ ਹੈ ਨਾ ਹੀ ਭਾਰੀ ਲੱਗਦੀ, ਕਿਉਂਕਿ ਉਸ ਵਿੱਚ ਧੁੰਦਵਾਦ ਨਹੀਂ। ਆਪਣਾ ਆਪ ਰੂਪ ਹੋਣ ਕਰਕੇ ਹਲਕੀ ਭਾਰੀ ਨਹੀਂ ਲੱਗਦੀ। ਜੇ ਆਪਣੇ ਆਪ ਤੋਂ ਭਿੰਨ ਹੋਵੇ ਤਾਂ ਹਲਕੀ ਭਾਰੀ ਲੱਗੇ, ਵੱਖਰੀ ਹੋਵੇ ਤਾਂ ਲੱਗੇ ਨਾ। ਬੁੱਧੀ ਰੂਪੀ ਤੱਕੜੀ ਵਿੱਚ ਚੜ੍ਹ ਕੇ ਵਿਚਾਰ ਰੂਪੀ ਬੱਟੇ ਦੁਆਰਾ ਤੁਲਦੀ ਨਹੀਂ, ਮੁੱਕ ਵੀ ਨਹੀਂ ਜਾਂਦੀ, ਹਲਕੀ ਨਹੀਂ ਭਾਰੀ ਲੱਗਦੀ ਹੈ, ਕਿਉਂਕਿ ਹਰ ਇੱਕ ਮਨੁੱਖ ਇਸ ਨੂੰ ਧਾਰਨ ਨਹੀਂ ਕਰ ਸਕਦਾ। ਹਲਕੀ ਹੈ, ਭਾਰੀ ਨਹੀਂ ਲੱਗਦੀ, ਕਿਉਂਕਿ ਅੰਤःਕਰਨ ਰੂਪ ਪ੍ਰਛਿੰਨ ਜਗ੍ਹਾ ਦੇ ਵਿੱਚ ਇਹ ਸਥਿਤ ਹੈ। ਅਰਧ ਉਰਧ ਦਉ ਤਹਿ ਨਾਹੀ, ਰਾਤ ਦਿਨ ਸਤਹਿ ਨਾਹੀ। ਜਿਸ ਬ੍ਰਹਮ ਵਿੱਚ ਅਰਧ ਉਰਧ ਹੁੰਦਾ, ਜੀਵ ਈਸ਼ਵਰ ਪਤਾਲ ਆਕਾਸ਼ ਲੋਕ ਪਰਲੋਕ, ਇਹਨਾਂ ਦੋਹਾਂ ਦੀ ਕਲਪਨਾ ਹੀ ਨਹੀਂ ਹੈ। ਉਸ ਬ੍ਰਹਮ ਵਿੱਚ ਮੇਰੇ ਗੁਰੂ ਸਮਾਏ ਨੇ, ਅਤੇ ਰਾਤ ਦਿਨ ਦੀ ਕਲਪਨਾ ਵੀ ਜਿਸ ਬ੍ਰਹਮ ਵਿੱਚ ਨਹੀਂ ਹੈ, ਉਸ ਵਿੱਚ ਮੇਰੇ ਗੁਰੂ ਸਮਾਏ ਨੇ। ਜਲ ਨਹੀਂ ਪਵਨ ਪਾਵਕ ਫੁਨ ਨਾਹੀ, ਸਤਿਗੁਰ ਤਹਾਂ ਸਮਾਹੀ। ਜਿਸ ਬ੍ਰਹਮ ਵਿੱਚ ਜਲ ਤੇ ਪਾਉਣ ਦੀ ਕਲਪਨਾ ਨਹੀਂ, ਪਾਵਕ ਹੁੰਦਾ ਅਗਨੀ ਤਤ ਦੀ ਵੀ ਕਲਪਨਾ ਨਹੀਂ, ਜਲ ਪਵਨ ਪਾਵਕ ਹੁੰਦਾ ਸਤੋ ਰਜੋ ਤਮੋ, ਇਹਨਾਂ ਤਿੰਨਾਂ ਗੁਣਾਂ ਦੀ ਕਲਪਨਾ ਜਿਸ ਵਿੱਚ ਨਹੀਂ ਹੈ, ਤੇ ਇਸ ਬ੍ਰਹਮ ਦੇ ਵਿੱਚ ਮੇਰੇ ਸਤਿਗੁਰੂ ਰਾਮਾਨੰਦ ਜੀ ਸਮਾਏ ਨੇ। ਅਗਮ ਗੋਚਰ ਰਹਿ ਨਿਰੰਤਰ, ਗੁਰ ਕਿਰਪਾ ਤੇ ਲਹੀਐ। ਜੋ ਮਨ ਦੀ ਪਹੁੰਚ ਤੋਂ ਅਗਮ ਤੇ ਗੋਚਰ, ਕਈ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਹੈ, ਨਿਰੰਤਰ ਹੁੰਦਾ, ਇੱਕ ਰਸ ਸਾਰੇ ਰਹਿੰਦਾ, ਉਹ ਪਰਮੇਸ਼ਰ ਗੁਰਾਂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਕਹੋ ਕਬੀਰ ਬਲ ਜਾਓ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਕਬੀਰ ਜੀ ਕਹਿੰਦੇ ਤਾਂ ਤੇ ਆਪਣੇ ਗੁਰਾਂ ਤੋਂ ਬਲਿਹਾਰ ਬਲਿਹਾਰ ਜਾਣਾ ਕਰੋ ਭਾਈ, ਅਤੇ ਸਤ ਸੰਗਤ ਵਿੱਚ ਮਿਲ ਕੇ ਰਹਿਣਾ ਕਰੋ, ਕਿਉਂਕਿ ਗੁਰੂ ਦੀ ਜਿਹੜੀ ਕਥਨ ਕੀਤੀ ਅਵਸਥਾ ਬਹੁਤ ਉੱਚੀ ਅਵਸਥਾ। ਨਹਿ ਸਿਵ ਸ਼ਕਤੀ ਜਲ ਨਹੀਂ ਪਵਨਾ, ਤਹਿ ਆਕਾਰ ਨਹੀਂ ਮੇਦਨੀ, ਸਤਿਗੁਰ ਜੋਗ ਕਾ ਤਹਾਂ ਨਿਵਾਸਾ, ਜੈ ਅਵਗਤ ਨਾਥ ਅਗਮ ਧਨੀ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਜਿਹੜਾ ਇੱਕ ਪ੍ਰਕਰਨ ਹੈ, ਦੂਜਾ ਪ੍ਰਕਰਨ ਇਸ ਤਰ੍ਹਾਂ ਵੀ ਕਥਨ ਕਰਦੇ ਨੇ ਕਿ ਪਰਮੇਸ਼ਰ ਦੀ ਪ੍ਰਾਪਤੀ ਦੇ 2 ਪੱਖ ਨੇ, ਇੱਕ ਵਿਧੀ ਪੱਖ ਹੁੰਦਾ, ਦੂਜਾ ਨਿਖੇਧ ਪੱਖ। ਜਿਵੇਂ ਇੱਕ ਪੁਰਸ਼ ਤੁਰਦਾ ਫਿਰਦਾ ਉੱਥੇ ਜਾ ਪਹੁੰਚਿਆ ਜਿੱਥੇ ਚਰਾਵਾ ਗਊਆਂ ਚਰਾ ਰਿਹਾ ਸੀ, ਉੱਥੇ ਜਾ ਕੇ ਬੜੀ ਕੋਸ਼ਿਸ਼ ਕੀਤੀ, ਪਰ ਉਹਨੂੰ ਆਪਣੀ ਗਊ ਦਾ ਪਤਾ ਨਾ ਲੱਗੇ। ਜਦ ਉਹਨੇ ਗਵਾਲੇ ਤੋਂ ਪੁੱਛਿਆ ਕਿ ਮੇਰੀ ਗਊ ਕਿਹੜੀ ਹੈ, ਤਾਂ ਝੱਟ ਉਹਨੇ ਸਿੰਘਾਂ ਤੋਂ ਫੜ ਕੇ ਦੱਸਤਾ ਤੇਰੀ ਗਊ ਇਹ ਹੈ। ਇਸੇ ਤਰ੍ਹਾਂ ਜਦ ਜਗਿਆਸੂ ਨੇ ਗੁਰਾਂ ਤੋਂ ਪੁੱਛਿਆ ਕਿ ਬ੍ਰਹਮ ਕੌਣ ਹੈ, ਤਾਂ ਗੁਰਾਂ ਨੇ ਵਿਧੀ ਪੱਖ ਸੇ ਉਪਦੇਸ਼ ਦਿੱਤਾ ਕਿ ਜੋ ਸਤ ਚੇਤਨ ਆਨੰਦ ਸਰੂਪ ਹੈ ਉਹੀ ਬ੍ਰਹਮ ਹੈ।
ਇਹ ਵਿਧੀ ਪੱਖ ਦਾ ਉਪਦੇਸ਼ ਆ, ਤੇ ਜੋ ਬਚਨ ਸਭ ਦਾ ਨਿਖੇਧ ਕਰਕੇ ਬਾਕੀ ਰਹੀ ਵਸਤੂ ਦਾ ਬੋਧਨ ਕਰੇ ਉਹ ਨਿਖੇਧ ਪੱਖ ਹੁੰਦਾ। ਜਿਵੇਂ ਅਨੇਕਾਂ ਸੂਰਮੇ ਰਾਜੇ ਸਰੀਖੇ ਪਹਿਰਾਵੇ ਨੂੰ ਧਾਰ ਕੇ ਜਾ ਰਹੇ ਸਨ ਤਾਂ ਰਸਤੇ ਵਿੱਚ ਕਿਸੇ ਪੁਰਸ਼ ਨੇ ਪੁੱਛਿਆ, ਇਹਨਾਂ ਵਿੱਚ ਸਭ ਤੋਂ ਪੁਰਸ਼ਾਂ ਵਿੱਚੋਂ ਰਾਜਾ ਕੌਣ ਹੈ? ਉਹਦਾ ਬਚਨ ਸੁਣ ਕੇ ਦੱਸਣ ਵਾਲੇ ਨੇ ਕਿਹਾ ਕਿ ਜਿਹਦੇ ਹੱਥ ਵਿੱਚ ਸੋਨੇ ਚਾਂਦੀ ਦੀਆਂ ਸੋਟੀਆਂ ਨੇ ਉਹ ਵੀ ਰਾਜਾ ਨਹੀਂ। ਜਿਹਦੇ ਹੱਥ ਵਿੱਚ ਚੌਰ ਛਤਰ ਆਦਿਕ ਫੜਿਆ ਹੋਇਆ ਉਹ ਵੀ ਰਾਜਾ ਨਹੀਂ। ਜੋ ਇਹਨਾਂ ਸਭਨਾਂ ਤੋਂ ਬਾਕੀ ਰਿਹਾ ਉਹ ਰਾਜਾ। ਐਸੇ ਹੀ ਜਦੋਂ ਜਿਗਿਆਸੂ ਨੇ ਪੁੱਛਿਆ ਬ੍ਰਹਮ ਕੌਣ ਹੈ ਤਾਂ ਗੁਰਾਂ ਨੇ ਕਿਹਾ, ਜਿਸ ਵਿੱਚ ਰੂਪ ਰੇਖ ਹੈ ਉਹ ਵੀ ਪਰਮੇਸ਼ਰ ਨਹੀਂ, ਜਿਸ ਵਿੱਚ ਰੰਗ ਭੇਖ ਆ ਉਹ ਵੀ ਪ੍ਰਮਾਤਮਾ ਨਹੀਂ, ਜਿਸ ਵਿੱਚ ਚਾਰ ਵਰਨ ਚਾਰ ਆਸ਼ਰਮ ਤੇ ਗੁਣ ਕਿਰਿਆ ਵਗੈਰਾ ਉਹ ਵੀ ਪਰਮੇਸ਼ਰ ਨਹੀਂ। ਇਸੇ ਤਰ੍ਹਾਂ ਨਿਖੇਧ ਪੱਖ ਸੇ ਕਬੀਰ ਜੀ ਉਪਦੇਸ਼ ਕਰਦੇ ਨੇ। ਤਹਿ ਪਾਵਸ ਸਿੰਧ ਧੂਪ ਨਹੀਂ ਛਹੀਆ, ਤਹਿ ਉਤਪਤ ਪਰ ਲਉ ਨਾਹੀ। ਜਿਸ ਵਿੱਚ ਪਾਵਸ ਆਦਿ 6 ਰੁੱਤਾਂ ਹਨ ਉਹ ਵੀ ਬ੍ਰਹਮ ਨਹੀਂ, ਜਿਸ ਵਿੱਚ 7 ਸਮੁੰਦਰ ਨੇ ਉਹ ਵੀ ਬ੍ਰਹਮ ਨਹੀਂ, ਜਿਸ ਵਿੱਚ ਧੁੱਪ ਛਾਂ ਵੀ ਬ੍ਰਹਮ ਨਹੀਂ, ਜਿਸ ਵਿੱਚ ਉਤਪਤੀ ਪਰਲੋਂ ਉਹ ਵੀ ਬ੍ਰਹਮ ਨਹੀਂ। ਇਸ ਢੰਗ ਨਾਲ ਸਾਰਾ ਅਰਥ ਸਾਰੀਆਂ ਚੀਜ਼ਾਂ ਢਕਾ ਲੈਣੀਆਂ, ਨਿਖੇਧ ਕਰਨਾ ਭਾਵ ਉਹ ਵੀ ਬ੍ਰਹਮ ਨਹੀਂ। ਦੂਜੀ ਰੀਤੀ ਵਿੱਚ ਇਹ ਹੈ ਵੀ ਤਿਸ ਬ੍ਰਹਮ ਵਿੱਚ ਪਾਵਸ ਆਦਿਕ ਖੱਟ ਰੁੱਤਾਂ 7 ਸਮੁੰਦਰ ਤੇ ਧੁੱਪ ਛਾਂ ਵਗੈਰਾ ਕੋਈ ਨਹੀਂ, ਉਸ ਬ੍ਰਹਮ ਵਿੱਚ ਉਤਪਤੀ ਪਰਲੋਂ ਵੀ ਨਹੀਂ। ਜੀਵਨ ਮਿਰਤਨਾ ਦੁੱਖ ਸੁਖ ਵਿਆਪੈ, ਸੁਨ ਸਮਾਧ ਦਉ ਤਹਿ ਨਾਹੀ। ਜੰਮਣਾ ਮਰਨਾ ਦੁੱਖ ਸੁਖ ਕੋਈ ਵੀ ਨਹੀਂ ਵਿਆਪਦਾ। ਨਿਰਵਿਕਲਪ ਤੇ ਸਾਵਿਕਲਪ ਸਮਾਧੀ ਦੋਨੋਂ ਤਿਸ ਬ੍ਰਹਮ ਵਿੱਚ ਨਹੀਂ। ਹੋਰ ਸਭ ਤੁਕਾਂ ਇਸ ਪ੍ਰਕਾਰ ਹੀ ਆਪਾਂ ਲਾ ਕੇ ਦੇਖੀਆਂ ਨੇ। ਸਤਿਗੁਰ ਤਹਾਂ ਸਮਾਹੀ, ਸਤਿਗੁਰੂ ਦੇ ਤੇ ਚੇਲਾ ਭਾਵ ਇਹ ਵੀ ਤਿਸ ਬ੍ਰਹਮ ਵਿੱਚ ਸਮਾਹੀ ਭਾਵ ਹਨ। ਸਤਿਗੁਰੂ ਤੇ ਚੇਲਾ ਭਾਵ ਜਿਹੜਾ ਹੁੰਦਾ ਤੇ ਇਹ ਵੀ ਉਸ ਬ੍ਰਹਮ ਦੇ ਵਿੱਚ ਸਮਾਹੀ ਭਾਵਨ। ਸਤਿਗੁਰ ਤਹਾਂ ਸਮਾਹੀ, ਉੱਥੇ ਸਤਿਗੁਰ ਸਮਾ ਕੇ ਜਾ ਕੇ ਅਗਮ ਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਈਐ। ਕਹੋ ਕਬੀਰ ਬਲ ਜਾਉ ਗੁਰ ਆਪਣੇ, ਸਤ ਸੰਗਤ ਮਿਲ ਰਹੀ ਹੈ। ਜੋ ਮਨ ਦੀ ਪਹੁੰਚ ਤੋਂ ਪਰੇ ਆ, ਗੋਚਰ ਇੰਦਰੀਆਂ ਦੇ ਵਿਸ਼ੇ ਤੋਂ ਰਹਿਤ ਹੈ, ਇੱਕ ਰਸ ਸਾਰੇ ਨਾ ਉਹ ਪਰਮੇਸ਼ਰ ਗੁਰਾਂ ਦੀ ਕਿਰਪਾ ਨਾਲ ਜਾਣਿਆ ਜਾਂਦਾ ਹੈ। ਕਬੀਰ ਜੀ ਕਹਿੰਦੇ ਤਾਂ ਤੇ ਆਪਣੇ ਗੁਰਾਂ ਤੋਂ ਬਲਿਹਾਰ ਕੁਰਬਾਨ ਜਾਣਾ ਕਰੋ ਅਤੇ ਸਤਸੰਗਤ ਵਿੱਚ ਮਿਲ ਕੇ ਰਹਿਣਾ ਕਰੋ। ਵਾਹਿਗੁਰੂ 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 ਵਾਹਿਗੁਰੂ। ਸੋ ਇਸ ਸ਼ਬਦ ਦੀ ਉਥਾਨ ਕਾ ਇਸ ਪ੍ਰਕਾਰ ਹੈ। ਕਬੀਰ ਜੀ ਦੇ ਪਾਸ ਵਣਜਾਰਿਆਂ ਨੇ ਆ ਕੇ ਬੇਨਤੀ ਕੀਤੀ ਕਿ ਭਗਤ ਜੀ ਆਪ ਸਾਨੂੰ ਬੈਲ ਖਰੀਦ ਦਿਓ, ਉਹਨਾਂ ਰਾਹੀਂ ਸਾਰਾ ਕੰਮ ਅਸੀਂ ਆਪ ਕਰਾਂਗੇ। ਸੋ ਜਿਵੇਂ ਬੈਲ ਹਿੰਦੀ ਦੇ ਵਿੱਚ ਕਹਿੰਦੇ ਨੇ, ਬਲਦ ਪੰਜਾਬੀ ਵਿੱਚ ਕਹਿੰਦੇ ਨੇ ਕਿ ਆਪ ਸਾਨੂੰ ਬੈਲ ਖਰੀਦ ਦਿਓ, ਫਿਰ ਅਸੀਂ ਉਹਨਾਂ ਰਾਹੀਂ ਸਾਰਾ ਕੰਮ ਕਰਿਆ ਕਰਾਂਗੇ। ਤੁਹਾਨੂੰ ਕਿਸੇ ਕਿਸਮ ਦਾ ਫਿਕਰ ਨਹੀਂ ਹੋਣ ਦਿਆਂਗੇ। ਜੋ ਆਮਦਨ ਆਵੇਗੀ ਉਹ ਸਾਰੀ ਆਪ ਜੀ ਦੇ ਅੱਗੇ ਲਿਆ ਕੇ ਰੱਖਿਆ ਕਰਾਂਗੇ। ਉਹਦੇ ਵਿੱਚੋਂ ਤੁਸੀਂ ਕੁਝ ਗੁਜ਼ਾਰੇ ਲਾਇਕ ਸਾਨੂੰ ਮਾਇਆ ਦੇ ਦਿਆ ਕਰਨੀ ਤੇ ਬਾਕੀ ਦੀ ਮਾਇਆ ਸਾਰੀ ਸੰਤਾਂ ਦੇ ਲੰਗਰ ਵਿੱਚ ਪਾ ਦਿਆ ਕਰਨੀ। ਸੋ ਇਹ ਗੱਲ ਸੁਣ ਕੇ ਕਬੀਰ ਜੀ ਨੇ ਕਿਹਾ, ਭਾਈ ਤੁਹਾਡੇ ਆਖਣ ਤੋਂ ਪਹਿਲਾਂ ਹੀ ਅਸੀਂ ਸਾਰਿਆਂ ਨੇ ਆਪੋ ਆਪਣੇ ਬੈਲ ਖਰੀਦੇ ਹੋਏ ਨੇ, ਅਸੀਂ ਵੀ ਖਰੀਦੇ ਹੋਏ ਆ, ਤੁਸੀਂ ਵੀ ਖਰੀਦੇ ਹੋਏ ਆ, ਆਪਣੇ ਕੋਲ ਬੈਲ ਵੀ ਆ, ਆਪਾਂ ਵਪਾਰ ਵੀ ਕਰਦੇ ਹਾਂ। ਸੋ ਇਸ ਗੱਲ ਨੂੰ ਲੈ ਕੇ ਬੜੀ ਉਹਨਾਂ ਵਣਜਾਰਿਆਂ ਨੂੰ ਹੈਰਾਨਗੀ ਹੋਈ। ਬੈਲ ਦਿਖਦੇ ਤਾਂ ਹੈ ਨਹੀਂ। ਜਿਵੇਂ ਵਣਜਾਰਿਆਂ ਪ੍ਰਤੀ ਪਹਿਲੇ ਪਾਤਸ਼ਾਹ ਦਾ ਉਪਦੇਸ਼, ਚੌਥੇ ਪਾਤਸ਼ਾਹ ਦਾ ਉਪਦੇਸ਼ ਸ੍ਰੀ ਰਾਗ ਦੇ ਵਿੱਚ ਆਪਾਂ ਸ਼ਰਵਣ ਕਰ ਚੁੱਕੇ ਹਾਂ। ਇਸੇ ਪ੍ਰਕਾਰ ਮਨ ਹਾਲੀ ਕਰਸਾਣੀ ਕਰਨੀ ਵਾਲਾ ਸ਼ਬਦ ਵੀ ਉਹਦੇ ਵਿੱਚ ਵੀ ਪਿਤਾ ਜੀ ਨੇ ਕਿਹਾ ਅਸੀਂ ਤੂੰ ਖੇਤੀ ਕਰ ਲਓ। ਮਹਾਰਾਜ ਕਹਿੰਦੇ ਖੇਤੀ ਤਾਂ ਮੈਂ ਕਰ ਹੀ ਰਿਹਾ, ਮਨ ਹਾਲੀ ਕਰਸਾਣੀ ਕਰਨੀ, ਸਰਮ ਪਾਣੀ ਤਨ ਖੇਤ, ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਸੋ ਫਿਰ ਕਿਹਾ ਦੁਕਾਨ ਕਰ ਲਓ, ਕਹਿੰਦੇ ਉਹ ਵੀ ਕਰ ਰਿਹਾ, ਹਾਣ ਹੱਟ ਕਰ ਆਰਜਾ, ਕਹਿੰਦੇ ਫਿਰ ਹੋਰ ਨਹੀਂ ਕਰਨਾ, ਘੋੜੇ ਲੈ ਲਓ, ਕਹਿੰਦੇ 7 ਘੋੜੇ ਲੈ ਚੱਲ। ਸੋ ਇੱਥੇ ਵੀ ਕਬੀਰ ਜੀ ਅੰਤਰੀਵ ਜਿਹੜੇ ਹਨ, ਪਹਿਲਾਂ ਤਾਂ ਪ੍ਰਤੱਖ ਅਰਥ ਫਿਰ ਅੰਤਰੀਵ ਭਾਵ ਸ਼ਰਵਣ ਕਰਾਂਗੇ। ਗੌੜੀ ਦੇ ਥੱਲੇ 2 ਅੱਖਰ ਲਾਇਆ ਹੋਇਆ। ਸੋ ਇਸ ਕਰਕੇ
ਇਹ ਗੌੜੀ ਦੀ ਦੂਸਰੀ ਜਾਤੀ ਕਥਨ ਕੀਤੀ ਹੈ। ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂਜੀ ਪ੍ਰਗਾਸਿਓ। ਦੋ ਚੀਜ਼ਾਂ ਹਨ ਜੋ ਪਾਪ ਪੁੰਨ ਹਨ, ਇਹਨਾਂ ਦੁਆਰੇ ਸਾਰਿਆਂ ਦੇ ਸਰੀਰਾਂ ਨੂੰ ਜਿਹੜਾ ਹੈ ਦੱਸਦੇ ਹਨ ਕਿ ਸਰੀਰਾਂ ਰੂਪੀ ਬੈਲ ਜਿਹੜੇ ਵਿਸਾਹੇ ਹੁੰਦੇ, ਮਤਲਬ ਖਰੀਦੇ ਹੋਏ ਹਨ। ਕਿਉਂਕਿ ਸਾਰੇ ਸਰੀਰਾਂ ਦੀ ਉਤਪਤੀ ਜਿਹੜੀ ਹੁੰਦੀ ਹੈ ਪਾਪ ਪੁੰਨ ਦੁਆਰਾ ਹੀ ਹੁੰਦੀ ਹੈ। ਜਿਵੇਂ ਮਹਾਰਾਜ ਨੇ ਪਿੱਛੇ ਵੀ 126 ਅੰਗ ਤੇ ਫਰਮਾਇਆ ਸੀ, ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟ ਉਪਾਈ। ਇਹ ਪਾਪ ਤੇ ਪੁੰਨ ਕਰਕੇ ਸ੍ਰਿਸ਼ਟੀ ਦੀ ਉਤਪਤੀ ਹੁੰਦੀ ਹੈ। ਤਾਈਓ ਸਤਿਗੁਰੂ ਮਹਾਰਾਜ ਆਪਾਂ ਨੂੰ ਬਚਨ ਕਰਦੇ ਨੇ। ਸਤਿਗੁਰੂ ਜੀ ਕਹਿੰਦੇ ਨੇ, ਐਸੇ ਬਣ ਜਾਓ ਕਿ ਪੁੰਨੀ ਪਾਪੀ ਆਖੋ ਨਾਹੇ, ਕਰ ਕਰ ਕਰਨਾ ਲਿਖ ਲੈ ਜਾਓ। ਪੁੰਨ ਥੋੜੇ ਹੋਣ ਤੇ ਪਾਪ ਬਹੁਤੇ ਹੋਣ ਤਾਂ ਪਸ਼ੂ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਜੇ ਪੁੰਨ ਬਹੁਤੇ ਹੋਣ ਤੇ ਪਾਪ ਥੋੜੇ ਹੋਣ ਤਾਂ ਦੇਵ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਜੇ ਪਾਪ ਪੁੰਨ ਦੋਨੋਂ ਇੱਕੋ ਸਮਾਨ ਹੋਣ ਤਾਂ ਮਨੁੱਖ ਸਰੀਰ ਦੀ ਪ੍ਰਾਪਤੀ ਹੁੰਦੀ ਹੈ। ਅਤੇ ਚੰਗੀ ਮਾੜੀ ਵਸਤੂ ਦੇ ਖਰੀਦਣ ਵਾਸਤੇ ਹਰ ਇੱਕ ਦੇ ਪਾਸ ਸੋ ਪਰਮਾਤਮਾ ਨੇ ਪਵਨ ਹੁੰਦਾ ਸਵਾਸਾਂ ਰੂਪੀ ਪੂੰਜੀ, ਪ੍ਰਗਾਸਿਓ ਹੁੰਦਾ ਪ੍ਰਗਟ ਕਰ ਦਿੱਤੀ ਹੈ। ਪ੍ਰਗਟ ਹੀ ਸਾਰਿਆਂ ਕੋਲੇ ਸਵਾਸਾਂ ਦੀ ਪੂੰਜੀ ਹੈ। ਤ੍ਰਿਸ਼ਨਾ ਗੂਣ ਭਰੀ ਘਟ ਭੀਤਰ, ਇਨ ਵਿਦ ਟਾਂਡ ਵਿਸਾਹਿਓ। ਸੋ ਘਟ ਰੂਪੀ ਜਿਹੜੀ ਗੂਣ ਹੁੰਦੀ ਹੈ, ਗੂਣ ਕਹੀਏ ਬੋਰੀ ਨੂੰ, ਤੇ ਬੋਰੀ ਦੇ ਵਿੱਚ ਕਿਸੇ ਨੇ ਚੰਗੀ ਤੇ ਕਿਸੇ ਨੇ ਮਾੜੀ ਤ੍ਰਿਸ਼ਨਾ ਰੂਪੀ ਵਸਤੂ ਭਰੀ ਹੋਈ ਹੈ। ਪਰ ਅਸਾਂ ਤਾਂ ਭਾਈ ਘਟ ਰੂਪੀ ਗੂਣ ਦੇ ਵਿੱਚ, ਹਿਰਦੇ ਦੇ ਵਿੱਚ ਸ੍ਰੇਸ਼ਟ ਤ੍ਰਿਸ਼ਨਾ ਰੂਪੀ ਵਸਤੂ ਭਰੀ ਹੋਈ ਹੈ। ਇਹ ਵਿਧੀ ਹੈ ਕਿ ਟਾਂਡੇ ਦੇ ਵਿਸਾਹਿਓ ਭਾਵ ਖਰੀਦਣ ਦੀ। ਸੋ ਇਸ ਕਰਕੇ ਵਣਜਾਰਿਆਂ ਨੇ ਕਿਹਾ, ਸਾਡੇ ਮਤ ਵਿੱਚ ਇੱਕ ਨਾਇਕ ਹੁੰਦਾ ਜਿਸ ਪਾਸੋਂ ਰੁਪਇਆ ਲੈ ਕੇ ਅਸੀਂ ਵਣਜ ਕਰ ਸਕਦੇ ਹਾਂ। ਆਪ ਜੀ ਦੇ ਮਤ ਵਿੱਚ ਜਿਹੜਾ ਨਾਇਕ ਕੌਣ ਹੈ, ਸ਼ਾਹੂਕਾਰ ਕੌਣ ਹੈ ਵੱਡਾ, ਉਸ ਵਕਤ ਉੱਤਰ ਦਿੰਦਿਆਂ ਫਰਮਾਉਂਦੇ ਹਨ, ਕਹਿੰਦੇ ਜਿਵੇਂ ਵੱਡਾ ਸ਼ਾਹੂਕਾਰ ਹੁੰਦਾ ਇਸੇ ਤਰ੍ਹਾਂ ਸਾਡਾ ਕੌਣ ਹੈ, ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਨਜਾਰਾ ਰਹਾਓ। ਸੋ ਇੱਕ ਰਾਮ ਪਰਮੇਸ਼ਰੀ ਸਾਡਾ ਐਸਾ ਨਾਇਕ ਹੈ ਜਿਹਨੇ ਸਾਰੇ ਸੰਸਾਰ ਨੂੰ ਆਪਣਾ ਵਣਜਾਰਾ ਕੀਤਾ ਹੋਇਆ। ਸੋ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਪਿੱਛੇ ਇੱਕ ਚੀਜ਼ ਰਹਿ ਗਈ ਦੱਸਣ ਵਾਲੀ ਸਾਰਿਆਂ ਨੂੰ, ਕਿ ਜਿਹੜੀ ਕਹੀ ਨਾ ਕਿ ਤ੍ਰਿਸ਼ਨਾ ਦੀ ਗੱਲ ਕੀਤੀ ਹੈ, ਉਹ ਤੇ ਫੇਰ ਦੁਬਾਰਾ ਸੁਣ ਲਓ ਵੀ ਇਹ ਭੁਲੇਖਾ ਨਾ ਲੱਗ ਜੇ। ਕਬੀਰ ਜੀ ਕਹਿੰਦੇ, ਅਸੀਂ ਤਾਂ ਘਟ ਰੂਪੀ ਗੂਣ ਦੇ ਵਿੱਚ, ਹਿਰਦੇ ਰੂਪੀ ਬੋਰੀ ਦੇ ਵਿੱਚ ਇੱਕ ਹੁੰਦੀ ਕੱਲੀ ਤ੍ਰਿਸ਼ਨਾ, ਇੱਥੇ ਅੱਖਰ ਵਰਤਿਆ ਆਪਾਂ ਸ੍ਰੇਸ਼ਟ ਤ੍ਰਿਸ਼ਨਾ। ਸ੍ਰੇਸ਼ਟ ਤ੍ਰਿਸ਼ਨਾ ਜਿਵੇਂ ਇਹ ਲਾਲਚ ਹਉ ਗੁਣ ਤੋ ਉਚਰੋਂ, ਸ੍ਰੇਸ਼ਟ ਤ੍ਰਿਸ਼ਨਾ ਰੂਪੀ ਵਸਤੂ ਭਰੀ ਹੋਈ ਹੈ। ਇਸ ਤਰ੍ਹਾਂ ਫਰਮਾਉਂਦੇ ਹਨ ਕਿ ਇੱਕ ਰਾਮ ਪਰਮੇਸ਼ਰੀ ਸਾਡਾ ਐਸਾ ਨਾਇਕ ਹੈ, ਮਾਲਕ ਹੈ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ। ਸੋ ਜਿਹਨੇ ਸਾਰੇ ਸੰਸਾਰ ਨੂੰ ਆਪਣਾ ਵਣਜਾਰਾ ਬਣਾਇਆ ਹੋਇਆ। ਜਿਸ ਵੇਲੇ ਵਣਜਾਰੇ ਸੌਦਾ ਖਰੀਦ ਕੇ ਚੱਲਦੇ ਹਨ ਤਾਂ ਰਾਹ ਦੇ ਵਿੱਚ ਫਿਰ ਜਦੋਂ ਕਿਸੇ ਸ਼ਹਿਰ 'ਚ ਐਂਟਰ ਕਰੀਏ, ਸੋ ਚੁੰਗੀ ਮਿਲਦੇ, ਚੁੰਗੀ ਕੱਟਣ ਵਾਲੇ ਪਹਿਲਾਂ ਹੁੰਦੇ ਸੀ ਜਗਾਤੀਏ, ਉਹਦਾ ਟੈਕਸ ਲੱਗਦਾ ਸੀ ਥੋੜ੍ਹਾ ਜਿਹਾ। ਸੋ ਚੁੰਗੀ ਪਰ ਜਗਾਤੀਏ ਜਗਾਤ ਲਾਉਂਦੇ ਆ ਤੇ ਰਾਹ ਵਿੱਚ ਕਈ ਵਾਰੀ ਠੱਗ ਵੀ ਮਿਲ ਜਾਂਦੇ ਆ, ਕਈ ਵਾਰ ਲੁੱਟੂ ਟੋਲਾ ਵੀ ਮਿਲ ਜਾਂਦਾ, ਲੁੱਟ ਵੀ ਲੈਂਦੇ ਸੀ। ਸੋ ਇਸ ਕਰਕੇ ਦੱਸਦੇ ਹਨ, ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ। ਕਾਮ ਤੇ ਕ੍ਰੋਧ ਇਹ ਦੋਨੋਂ ਮਸੂਲੀਏ ਟੱਕਰੇ ਹੋਏ ਨੇ ਮੂਹਰਿਓਂ, ਜਿਹੜੇ ਸਾਤੋਂ ਟੈਕਸ ਲੈਂਦੇ ਨੇ। ਜਿਸ ਵੇਲੇ ਜੀਵ ਪਰਮੇਸ਼ਰ ਦੀ ਤਰਫ ਚੱਲਦਾ ਹੈ ਤਾਂ ਇਹਦੇ ਕੁਛ ਕੁ ਪੁੰਨ ਤਾਂ ਕਾਮਦੇਵ ਵੀ ਨਸ਼ਟ ਕਰ ਦਿੰਦਾ ਹੈ। ਭਗਤੀ ਜਦੋਂ ਸ਼ੁਰੂ ਕਰਦੇ ਹਾਂ ਉਦੋਂ ਪਹਿਲਾਂ ਤਾਂ ਇਹ ਥੋੜ੍ਹੇ ਜਿਹੇ ਐਕਟਿਵ ਹੁੰਦੇ ਨੇ। ਜਦੋਂ ਆਪਾਂ ਭਗਤੀ ਸ਼ੁਰੂ ਕਰ ਦਈਏ ਸਾਰੀਆਂ ਚੀਜ਼ਾਂ ਐਕਟਿਵ ਹੋ ਜਾਂਦੀਆਂ ਉਸੇ ਵਕਤ, ਵੀ ਇਹਨੂੰ ਤੁਰਨ ਨਹੀਂ ਦੇਣਾ ਇੱਧਰ ਨੂੰ, ਉਹ ਸਾਡੇ ਪੁੰਨ ਖੋਹਣੇ ਸ਼ੁਰੂ ਕਰ ਦਿੰਦਾ। ਅਤੇ ਕੁਛ ਕੁ ਪੁੰਨ ਜਿਹੜੇ ਨੇ ਫਿਰ ਉਹ ਕ੍ਰੋਧ ਨਾਸ਼ ਕਰ ਦਿੰਦਾ। ਜਿਉਂ ਹੀ ਗੁੱਸਾ ਆਇਆ, ਲਿਖਿਆ ਸਾਰ ਕਿਤਾਬ ਵਿੱਚ, ਕ੍ਰੋਧ ਕਰ ਧਰਮ ਹੋਤ ਵਿਭੰਗਾ, ਕਿ ਕ੍ਰੋਧ ਕਰਨ ਦੇ ਨਾਲ ਧਰਮ ਦਾ ਨਾਸ਼ ਹੁੰਦਾ ਹੈ। ਸੋ ਇਹੀ ਸਾਤੋਂ ਮਸੂਲ ਲੈਂਦੇ ਨੇ। ਫਿਰ ਤਰੰਗ ਹੁੰਦਾ ਸੰਕਲਪ, ਸੰਕਲਪਾਂ ਦੇ ਕਰਨ ਵਾਲਾ ਜੋ ਮਨ ਹੈ ਇਹੀ ਬਟਵਾਰਾ, ਰਾਹ ਮਾਲ ਠੱਗ ਧਾੜ ਵੀ ਬਣਿਆ ਹੋਇਆ। ਬਹਿਨੇ ਤਾਂ ਭਗਤੀ ਕਰਨ, ਇਹ ਐਵੇਂ ਸੰਕਲਪ ਕਰੀ ਜਾਂਦਾ। ਜਦੋਂ ਆਪਾਂ ਸੁਖਮਨੀ ਸਾਹਿਬ ਦਾ ਪਾਠ, ਜਪਜੀ ਸਾਹਿਬ, ਮੂਲ ਮੰਤਰ ਦਾ ਅਭਿਆਸ ਕਰਦੇ ਹਾਂ, ਜੇ ਨਿਸ਼ਕਾਮ ਹੋ ਕੇ ਕਰੀਏ ਤਾਂ ਰਾਹ ਪੱਧਰਾ ਹੋ ਜਾਂਦਾ, ਛੇਤੀ ਪ੍ਰਾਪਤੀ ਹੋ ਜਾਂਦੀ ਹੈ।
ਪਰ ਮਨ ਅੰਦਰੋਂ ਸੰਕਲਪ ਕਰਦਾ ਪਾਠ ਕਰਦਿਆਂ ਕਿ ਰੱਬ ਤਾਂ ਜਦੋਂ ਮਿਲੂ ਸੋ ਮਿਲੂ, ਜੇ ਪਹਿਲਾਂ ਮੇਰਾ ਉਹ ਕੰਮ ਹੋ ਜੇ ਠੀਕ ਹੈ, ਜੇ ਮਾਇਆ ਬਹੁਤੀ ਮਿਲ ਜੇ ਤਾਂ ਚੰਗਾ ਹੈ, ਜੇ ਫਲਾਨੀ ਚੀਜ਼ ਮਿਲ ਜੇ ਤਾਂ ਚੰਗੀ ਹੈ। ਉਹ ਸੰਕਲਪ ਹੋਣ ਕਰਕੇ ਉਹ ਬੰਦਗੀ ਦਾ ਸਦਕਾ ਅਸੀਂ ਨਿਹਕਾਮ ਨਹੀਂ ਹੁੰਦੇ। ਕਾਮਨਾ ਸਹਿਤ ਹੋਣ ਕਰਕੇ ਆਪਾਂ ਨੂੰ ਚੀਜ਼ਾਂ ਦੀ ਇੱਛਾ ਹੋਣ ਲੱਗ ਪੈਂਦੀ ਤੇ ਚੀਜ਼ਾਂ ਮਿਲ ਜਾਂਦੀਆਂ, ਬੰਦਗੀ ਸਾਡੀ ਚੀਜ਼ਾਂ 'ਚ ਗੁੰਮ ਹੋ ਗਈ। ਤੇ ਜਿਸ ਮਕਸਦ ਲਈ ਚੱਲੇ ਸੀ ਕਿ ਅੰਦਰ ਜਾਪ ਹੋਵੇ, ਦਰਸ਼ਨ ਹੋਣ, ਨਾਮਦਾਨ ਮਿਲੇ, ਉਹ ਵਿੱਚ ਹੀ ਰਹਿ ਜਾਂਦਾ ਕੰਮ। ਕਿਉਂਕਿ ਕੋਈ ਨਾ ਕੋਈ ਜੇ ਆਪ ਦਾ ਕੰਮ ਨਹੀਂ ਤਾਂ ਦੂਜੇ ਦੇ ਕੰਮ ਦਾ ਹੀ ਸੋਚਣ ਲੱਗ ਜਾਂਦੇ ਆ। ਸਾਡੇ ਕਿਸੇ ਦਾ ਰਿਸ਼ਤੇਦਾਰ ਦਾ ਆਹ ਕੰਮ ਹੋ ਜੇ, ਦੋਸਤ ਦਾ ਫਲਾਣੇ ਦਾ ਕੰਮ ਆਹ ਹੋ ਜੇ। ਸੋ ਜਿਵੇਂ ਕੋਈ ਮਾਤਾ ਸੀ, ਉਹ ਚੰਗੀ ਭਜਨੀਕ ਸੀ, ਰਸਤੇ 'ਚ ਇੱਕ ਬਲਦ ਬੈਠਾ ਸੀ, ਉਹਨੂੰ ਕਾਫੀ ਬਿਮਾਰੀ ਸੀ, ਬਲਦ ਵਿਚਾਰਾ ਡਿੱਗਿਆ ਜਿਹਾ ਪਿਆ। ਸੋ ਜਥੇ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਮਾੜੀ ਟਾਂਡਾ ਪਿੰਡ ਤੋਂ ਗੁਰਦਾਸਪੁਰ ਜ਼ਿਲ੍ਹੇ ਦੇ ਸਨ, ਉਹਨਾਂ ਦੇ ਮਾਤਾ ਜੀ। ਤਾਂ ਇੱਕ ਦਿਨ ਜਦੋਂ ਆਏ ਮਿਲਣ ਵਾਸਤੇ, ਕਹਿੰਦੇ ਪੁੱਤ ਜਿਹੜਾ ਮੈਨੂੰ ਪ੍ਰਕਾਸ਼ ਦਿਖਦਾ ਸੀ ਹੱਥਾਂ ਬਾਹਾਂ 'ਚ ਸਾਰਾ ਖਤਮ ਹੋ ਗਿਆ। ਮੈਂ ਕਿਹਾ ਮਾਤਾ ਜੀ ਤੁਸੀਂ ਕੋਈ ਅਰਦਾਸ ਤਾਂ ਨਹੀਂ ਕੀਤੀ? ਕਹਿੰਦੇ ਨਹੀਂ ਅਰਦਾਸ ਤਾਂ ਨਹੀਂ, ਇੱਕ ਰਸਤੇ 'ਚ ਬਲਦ ਬੈਠਾ ਸੀ, ਮੈਂ ਸੰਕਲਪ ਕੀਤਾ ਸੀ ਇਹ ਮਹਾਰਾਜ ਵਿਚਾਰਾ ਬਿਮਾਰ ਹੈ, ਜੀਵ ਹੈ, ਚਲੋ ਜੇ ਠੀਕ ਹੋ ਜਾਏ ਚੰਗਾ ਹੈ। ਕਹਿਣ ਲੱਗੇ ਫਿਰ ਅੱਗੇ ਜਾ ਕੇ ਇੱਕ ਕੂਕਰ ਬੈਠਾ ਸੀ, ਉਹਨੂੰ ਖੁਰਕ ਜੀ ਪਈ ਸੀ। ਮੈਂ ਕਿਹਾ ਕਿੱਡਾ ਵਿਚਾਰਾ ਔਖਾ, ਤਰਸ ਆਇਆ। ਮੈਂ ਕਿਹਾ ਜੇ ਠੀਕ ਹੋ ਜਾਏ ਚੰਗਾ। ਕਹਿੰਦੇ ਉਹ ਦੋਨੋਂ ਤਾਂ ਠੀਕ ਹੋ ਗਏ, ਪਰ ਮੇਰਾ ਪ੍ਰਕਾਸ਼ ਖਤਮ ਹੋ ਗਿਆ। ਇਉਂ ਜੇ ਇਹਦੇ ਭਗਤੀ ਦੇ ਮਾਰਗ ਉੱਤੇ ਸੰਕਲਪ ਨਹੀਂ ਕਰਨਾ, ਨਾ ਸੰਕਲਪ ਨਾ ਕੋਈ ਵਿਕਲਪ ਇਹੋ ਜਿਹਾ ਕਰਨਾ ਨਹੀਂ, ਇਹ ਫਿਰ ਕੀ ਕਰਦਾ ਹੈ, ਤਰੰਗ ਜਿਹੜਾ ਹੈ ਭਾਵ ਸੰਕਲਪਾਂ ਦੇ ਕਰਨ ਵਾਲਾ ਜੋ ਮਨ ਹੈ, ਇਹ ਰਾਸਤੇ 'ਚ ਹੀ ਠੱਗੀ ਮਰਵਾਦਦਾ ਆਪਣੇ ਤੋਂ। ਉਧਰੋਂ ਕਾਮ ਸਾਡੇ ਪੁੰਨ ਖਿੱਚ ਕੇ ਲੈ ਜਾਂਦਾ। ਸੋ ਇਸ ਦੇਹੀ ਅੰਤਰ ਪੰਜ ਚੋਰ ਵਸੈ। ਇਹ ਪੰਜ ਚੋਰ ਜਿਹੜੇ ਕੀ ਕਰਦੇ ਨੇ, ਕਹਿੰਦੇ ਨੇ ਅੰਮ੍ਰਿਤ ਲੁੱਟ ਹੈ, ਮਨਮੁਖ ਨਹੀਂ ਬੁੱਝ ਹੈ। ਇਹ ਸਾਡੀ ਦੇਹੀ ਦੇ ਵਿੱਚ ਜਿਹੜਾ ਅੰਮ੍ਰਿਤ ਰੂਪ ਰਸ ਹੈ, ਇਕਾਗਰਤਾ ਟਿਕਾਓ ਹੈ, ਉਹਨੂੰ ਖਰਾਬ ਕਰਦੇ ਨੇ। ਜਿੰਨਾ ਕੁ ਨਾਮ ਜਪਿਆ ਹੁੰਦਾ ਉਹਨੂੰ ਇਹ ਖੋਹ ਕੇ ਲੈ ਜਾਂਦੇ ਨੇ। ਇਸ ਕਰਕੇ ਧਿਆਨ ਰੱਖਣਾ। ਪੰਜ ਤਤ ਮਿਲ ਦਾਨ ਨਬੇਰ ਹੈ, ਟਾਂਡਾ ਉਤਰਿਓ ਪਾਰਾ। ਜਿਵੇਂ ਪ੍ਰਤੱਖ ਕੋਈ ਵੱਡਾ ਅਫਸਰ ਰਾਹਦਾਰੀ ਲਿਖ ਦੇਵੇ ਤਾਂ ਫਿਰ ਮਸੂਲ ਨਹੀਂ ਲੱਗਦਾ, ਪਰ ਜੇ ਆਪਾਂ ਪਹਿਲਾਂ ਹੀ ਲਿਖਾ ਕੇ ਲੈ ਜਾਈਏ, ਸੋ ਵੱਡਾ ਅਫੀਸਰ ਲਿਖ ਦੇਵੇ ਵੀ ਇਹ ਗੱਡੀ ਆਪਣੀ ਹੈ ਤੇ ਇਹਨੂੰ ਕੋਈ ਰਾਹਦਾਰੀ ਨਹੀਂ ਲੱਗਣੀ, ਟੈਕਸ ਨਹੀਂ ਲੱਗਣਾ, ਫਿਰ ਉਹਨੂੰ ਮਾਫ ਕਰ ਦਿੰਦੇ ਆ। ਤੇ ਇਸੇ ਪ੍ਰਕਾਰ ਜਿਵੇਂ ਸਰਕਾਰੀ ਕੋਈ ਚੀਜ਼ ਜਾਂਦੀ ਆ, ਉਹਨੂੰ ਵੀ ਨਹੀਂ ਦੰਡ ਲੱਗਦਾ, ਟੈਕਸ ਨਹੀਂ ਲੱਗਦਾ। ਕਹਿੰਦੇ ਇਸੇ ਪ੍ਰਕਾਰ ਤੱਤ ਮਿਥਿਆ ਦੇ ਵਿਵੇਚਨ ਕਰਨ ਵਾਲੇ, ਹੁਣ ਇਹ ਵੀ ਅੱਖਰ ਕਈਆਂ ਨੂੰ ਸਮਝ ਨਹੀਂ ਲੱਗਣਾ, ਤੱਤ ਤੇ ਮਿਥਿਆ। ਤੱਤ ਹੁੰਦਾ ਪਰਮੇਸ਼ਰ ਤੇ ਮਿਥਿਆ ਹੁੰਦਾ ਝੂਠਾ ਸੰਸਾਰ। ਇਹਦਾ ਬਹਿ ਕੇ ਜਿਹੜਾ ਵਿਵੇਚਨ ਕਰਨਾ ਹੈ, ਤੱਤ ਹੁੰਦੀ ਆਤਮਾ, ਮਿਥਿਆ ਸਰੀਰ ਹੈ। ਇਹਦਾ ਜਿਹੜਾ ਬਹਿ ਕੇ ਵਿਚਾਰ ਕਰਨਾ, ਵਿਵੇਚਨ ਕਰਨਾ ਹੈ ਕਿ ਮੈਂ ਸਰੀਰ ਨਹੀਂ ਹਾਂ, ਕਿਉਂਕਿ ਸਰੀਰ ਤਾਂ ਮਿਥਿਆ ਤੇ ਤੱਤ ਆਤਮਾ। ਇਹਦਾ ਵਿਵੇਚਨ ਕਰਨ ਵਾਲੇ ਪੰਜ ਜਿਹੜੇ ਸ੍ਰੇਸ਼ਟ ਮਹਾਤਮਾ ਜਦੋਂ ਮਿਲ ਜਾਣ ਤਾਂ ਉਹ ਰਿਸ਼ੀ ਦੰਡ, ਪਿਤਰ ਦੰਡ, ਦੇਵ ਦੰਡ, ਜਮ ਦੰਡ ਸਾਰੇ ਨਿਬੇੜ ਦਿੰਦੇ ਨੇ। ਮਹਾਤਮਾ ਦੀ ਕਿਰਪਾ ਹੋ ਜਾਂਦੀ ਹੈ। ਸੋ ਇਸ ਤਰੀਕੇ ਨਾਲ ਟਾਂਡਾ ਜਿਹੜਾ ਹੁੰਦਾ, ਟਾਂਡੇ ਦਾ ਅਰਥ ਇੱਥੇ ਹੈ ਕਿ ਇੱਕ ਬਲਦਾਂ ਦਾ ਸਮੂਹ ਜਾਂਦਾ ਹੁੰਦਾ ਸੀ ਪਹਿਲਾਂ। ਅੱਜ ਕੱਲ੍ਹ ਟਰੱਕ ਚੱਲਦੇ, ਟਰੱਕਾਂ 'ਚ ਸਮਾਨ ਜਾਂਦਾ। ਪਹਿਲਾਂ ਘੋੜਿਆਂ ਉੱਤੇ ਲੱਦ ਕੇ 50-50 ਘੋੜੇ ਇਕੱਠੇ ਲੈ ਕੇ ਜਾਣੇ ਵਪਾਰੀਆਂ ਨੇ, 100-100 ਬੈਲਾਂ ਦੇ ਉੱਤੇ ਬੋਰੀਆਂ ਲੱਦ ਕੇ ਲਿਜਾਣੀਆਂ। ਉਹਨੂੰ ਪੁਰਾਣੇ ਸਮੇਂ 'ਚ ਟਾਂਡਾ ਕਹਿੰਦੇ ਸੀ। ਭਾਵ ਕਹਿਣ ਤੋਂ ਕਿ ਸਭ ਸਾਧਨ ਵਗੈਰਾ ਕੀਤੇ ਹੋਏ ਸਫਲ ਹੋ ਜਾਂਦੇ ਹਨ। ਕਹਿਤ ਕਬੀਰ ਸੁਨਹੁ ਰੇ ਸੰਤ ਹੋ, ਅਬ ਐਸੀ ਬਾਣੇ ਆਈ। ਕਬੀਰ ਜੀ ਕਥਨ ਕਰਦੇ, ਸੰਤ ਜਨੋਂ ਸੁਣਨਾ ਕਰੋ, ਹੁਣ ਮਨੁੱਖਾ ਜਨਮ ਦੇ ਵਿੱਚ ਇਹੀ ਜਿਹੀ ਵਾਰਤਾ ਬਣ ਆਈ ਹੈ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਚਲੋ ਗੋਨ ਛਿਟਕਾਈ। ਬ੍ਰਹਮ ਗਿਆਨ ਰੂਪੀ ਘਾਟੀ ਉੱਤੇ ਚੜ੍ਹਨ ਕਰਕੇ ਸਰੀਰ ਰੂਪੀ ਬੈਲ ਇੱਕ ਵਿਸ਼ਿਆਂ ਦੇ ਭੋਗਣ ਵੱਲੋਂ ਥੱਕ ਗਿਆ, ਹਟ ਗਿਆ, ਤੇ ਘਟ ਰੂਪੀ ਗੂਣ ਵਿੱਚੋਂ ਮੰਦ ਤ੍ਰਿਸ਼ਨਾ ਰੂਪੀ ਵਸਤੂ ਨੂੰ ਛੱਡ ਕੇ, ਜਾਂ ਕਹਿ ਲਓ ਛੱਡ ਕੇ ਜਾਂ ਛੰਡ ਕੇ ਕਹਿ ਲਓ, ਪਰਮਾਤਮਾ ਦੀ ਤਰਫ ਚੱਲਿਆ। ਸੋ ਇਹ ਜੀਵਨ ਮੁਕਤ ਅਵਸਥਾ ਵਾਲਿਆਂ ਦੀ ਵਾਸਤੇ ਅਰਥ ਹੈ। ਇਹ ਮੰਦ ਤ੍ਰਿਸ਼ਨਾ ਰੂਪੀ ਪਹਿਲਾਂ ਆਇਆ ਸੀ ਨਾ, ਸ੍ਰੇਸ਼ਟ ਤ੍ਰਿਸ਼ਨਾ। ਮੰਦ ਤ੍ਰਿਸ਼ਨਾ ਰੂਪੀ ਵਸਤੂ ਨੂੰ ਛੱਡ ਦਿੱਤਾ, ਬੋਰੀ ਚੋਂ ਖਾਲੀ ਕਰ ਦਿੱਤੀ, ਸ੍ਰੇਸ਼ਟ ਤ੍ਰਿਸ਼ਨਾ ਰੂਪੀ ਬੋਰੀ ਭਰ ਲਈ। ਬ੍ਰਹਮ ਗਿਆਨ ਰੂਪੀ ਘਾਟੀ ਤੇ ਚੜ੍ਹਨ ਕਰਕੇ ਇੱਕ ਸਥੂਲ ਸਰੀਰ ਰੂਪੀ ਬੈਲ ਥੱਕ ਗਿਆ
ਤੇ ਭਾਵ ਕਹਿਣ ਤੋਂ ਕਿ ਮ੍ਰਿਤੂ ਹੋ ਗਿਆ ਤੇ ਸੂਖਮ ਸਰੀਰ ਦੇ ਕਾਰਨ ਸਰੀਰ ਰੂਪੀ ਗੂਣ ਨੂੰ ਵੀ ਛੱਡ ਕੇ ਚੱਲਿਆ। ਭਾਵ ਵਿਦੇਹ ਮੁਕਤੀ ਕਾਲ ਵਿੱਚ ਤਿੰਨੇ ਸਰੀਰਾਂ ਦਾ ਅਭਾਵ ਹੋ ਜਾਂਦਾ। ਸੋ ਕੁਦਰਤੀ ਅੱਜ ਸਵੇਰੇ ਹੀ ਇਹ ਵਿਚਾਰ ਚੱਲਦੀ ਸੀ ਸੰਗਤ ਨਾਲ ਵੀ ਫਿਰ ਤਿੰਨੇ ਸਰੀਰ, ਤਾਂ ਉਦੋਂ ਇਹ ਅਸਲ ਵਿੱਚ ਚੌਥੀ ਭੂਮਿਕਾ ਇਸੇ ਨੂੰ ਕਹਿੰਦੇ ਨੇ, ਛੱਡਣਾ ਹੁੰਦਾ। ਸੂਖਮ ਸਰੀਰ ਅਤੇ ਕਾਰਨ ਸਰੀਰ ਰੂਪੀ ਗੂਣ ਨੂੰ ਵੀ ਛੱਡ ਕੇ ਚਲਾਈਦਾ। ਪਹਿਲਾਂ ਤਾਂ ਦੱਸਿਆ ਨਾ ਕਿ ਬ੍ਰਹਮ ਗਿਆਨ ਰੂਪੀ ਘਾਟੀ ਤੇ ਚੜ੍ਹਨ ਕਰਕੇ ਇੱਕ ਸਥੂਲ ਸਰੀਰ ਰੂਪੀ ਬੈਲ ਥੱਕ ਗਿਆ, ਭਾਵ ਚੜ੍ਹਾਈ ਕਰ ਗਿਆ, ਸਰੀਰ ਤਾਂ ਹੋ ਗਿਆ ਖਤਮ। ਬ੍ਰਹਮ ਗਿਆਨੀ ਦਾ ਸੂਖਮ ਸਰੀਰ ਤੇ ਕਾਰਨ ਸਰੀਰ ਰੂਪੀ ਗੁਣ ਵੀ ਛੱਡ ਕੇ ਉਹ ਇਹਨੂੰ ਵਿਦੇਹ ਮੁਕਤ ਕਹਿੰਦੇ ਨੇ, ਵਿਦੇਹੀ ਹੋ ਜਾਂਦੇ ਨੇ। ਵਿਦੇਹ ਮੁਕਤ ਰਾਜਾ ਜਨਕ ਜਿਵੇਂ ਵਿਦੇਹੀ ਹੋਏ ਨੇ, ਅਥਵਾ 10ਵੇਂ ਪਾਤਸ਼ਾਹ ਜਦ ਮਹਾਰਾਜ ਜੀ ਨੇ ਦਮਦਮਾ ਸਾਹਿਬ 40 ਸਿੰਘਾਂ ਨੂੰ ਅਰਥ ਸੁਣਾਏ ਸੀ, 40 ਦੇ 40 ਵਿਦੇਹ ਮੁਕਤੀ ਕਾਲ ਵਿੱਚ ਚਲੇ ਗਏ ਸੀ। ਤਿੰਨੇ ਸਰੀਰਾਂ ਦਾ ਅਭਾਵ ਕੀਤਾ ਕਥਾ ਸੁਣਦਿਆਂ। ਕਥਾ ਤਾਂ ਇੰਨੀ ਵੱਡੀ ਦਾਤ ਹੈ ਵੀ ਜੇ ਕੋਈ ਗੁਰਬਾਣੀ ਦੀ ਕਥਾ ਸੁਣੇ ਤਾਂ ਉਹਦੇ ਉੱਤੇ ਅਥਾਹ ਬਖਸ਼ਿਸ਼ ਹੁੰਦੀ ਹੈ। ਸੋ ਦੂਸਰਾ ਭਾਵ ਅਰਥ ਇਉਂ ਹੈ, ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂਜੀ ਪ੍ਰਗਾਸਿਓ। ਹਰ ਇੱਕ ਨੇ ਦੋ ਜਿਹੜਾ ਨਾ ਪਾਪਾਂ ਪੁੰਨਾਂ ਰੂਪੀ ਬੈਲ ਵਿਸਾਹੇ ਦਾ ਅਰਥ ਹੈ ਖਰੀਦੇ ਹੋਏ ਹੈ। ਸੋ ਜਿਵੇਂ ਕਹਿੰਦੇ ਕਿਆ ਮੂੰਹ ਲੈ ਕੀਚੈ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਅਤੇ ਹਰ ਇੱਕ ਦੇ ਪਾਸ ਪ੍ਰਗਾਸੇ ਹੁੰਦਾ ਪ੍ਰਗਟ ਸਵਾਸਾਂ ਰੂਪੀ ਪੂੰਜੀ ਹੈ। ਸੋ ਸਵਾਸਾਂ ਦੀ ਜਿਹੜੀ ਪੂੰਜੀ ਹੈ, ਤ੍ਰਿਸ਼ਨਾ ਗੂਣ ਭਰੀ ਘਟ ਭੀਤਰ ਇਨ ਵਿਦ ਟਾਣ ਵਿਸਾਹਿਓ। ਘਟ ਰੂਪ ਜਗ੍ਹਾ ਤੇ ਰੱਖ ਕੇ, ਭਾਵ ਹਿਰਦੇ ਰੂਪ ਜਗ੍ਹਾ ਤੇ ਰੱਖ ਕੇ ਤ੍ਰਿਸ਼ਨਾ ਰੂਪੀ ਗੂਣ ਵਿੱਚ, ਗੂਣ ਹੁੰਦੀ ਬੋਰੀ। ਸੋ ਇਸ ਕਰਕੇ ਉਹ ਜਿਹੜੀ ਤ੍ਰਿਸ਼ਨਾ ਰੂਪੀ ਬੋਰੀ ਹੈ, ਜਾਂ ਕਹਿ ਲਓ ਵੀ ਉਹ ਇਸ ਪ੍ਰਕਾਰ ਕਿੱਟ ਜੀ ਬਣੀ ਹੁੰਦੀ ਹੈ ਜਿਵੇਂ ਅੱਜ ਕੱਲ੍ਹ, ਜਿਹਦੇ 'ਚ ਸਮਾਨ ਪਾਉਂਦੇ ਆ। ਕਿਉਂਕਿ ਕਈਆਂ ਨੂੰ ਸਮਝ ਵੀ ਨਹੀਂ ਲੱਗਦੀ ਗੂਣ ਫਿਰ ਕਿਹਨੂੰ, ਫਿਰ ਬੋਰੀ, ਕਈਆਂ ਨੂੰ ਬੋਰੀ ਦਾ ਵੀ ਨਹੀਂ ਪਤਾ ਕੀ ਹੁੰਦੀ ਹੈ। ਜਦੋਂ ਇਹ ਸੀਡੀਜ਼ ਦੀ ਬਣੂਗੀ ਨਾ ਆਪਸ ਦੇ ਵਿੱਚ ਮਿਕਸਿੰਗ ਹੋ ਕੇ ਕਥਾ, ਉਹਦੇ 'ਚ ਕੋਸ਼ਿਸ਼ ਕਰਾਂਗੇ ਵੀ ਬੋਰੀ ਨਾਲ ਦਿਖਾ ਦਈਏ ਵੀ ਆਹ ਬੋਰੀ ਕਹਿੰਦੇ, ਨਿਆਣਿਆਂ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ। ਤ੍ਰਿਸ਼ਨਾ ਰੂਪੀ ਗੂਣ ਵਿੱਚ ਕਿਸੇ ਨੇ ਸ਼ੁਭ ਇੱਛਾ ਰੂਪੀ ਵਸਤੂ ਤੇ ਕਿਸੇ ਨੇ ਅਸ਼ੁਭ ਇੱਛਾ ਰੂਪੀ ਵਸਤੂ ਭਰੀ ਹੈ। ਸੋ ਇਸ ਤਰੀਕੇ ਨਾਲ ਇਹ ਟਾਂਡੇ ਨੂੰ ਖਰੀਦਿਆ ਹੈ। ਐਸਾ ਨਾਇਕ ਰਾਮ ਹਮਾਰਾ, ਸਗਲ ਸੰਸਾਰ ਕੀਓ ਬਨਜਾਰਾ ਰਹਾਓ। ਉਹ ਰਾਮ ਹੀ ਸਾਡਾ ਐਸਾ ਨਾਇਕ ਹੈ, ਮਾਲਕ ਹੈ, ਜਿਹਨੇ ਸਾਰੇ ਸੰਸਾਰ ਨੂੰ ਹੀ ਵਣਜਾਰਾ ਬਣਾਇਆ ਹੋਇਆ। ਕਾਮ ਕ੍ਰੋਧ ਦੋਏ ਭਏ ਜਗਾਤੀ, ਮਨ ਤਰੰਗ ਬਟਵਾਰਾ। ਕਾਮ ਤੇ ਕ੍ਰੋਧ ਇਹ ਦੋ ਮਸੂਲੀਏ ਨੇ, ਟੈਕਸ ਲਾਉਣ ਵਾਲੇ ਰਸਤੇ 'ਚ। ਮਨ ਦੇ ਸੰਕਲਪ ਵਿਕਲਪ ਇਹ ਲੁਟੇਰੇ ਧਾੜਵੀ ਠੱਗ ਟੱਕਰੇ ਹੋਏ ਨੇ। ਪੰਜ ਤਤ ਮਿਲ ਦਾਨ ਨਦੇ ਰਹਿ, ਟਾਂਡਾ ਉਤਰਿਓ ਪਾਰਾ। ਤਤ ਕਹੀਏ ਸੋ ਜੋ ਪੰਜ ਗੁਣ ਹਨ, ਸਤ, ਸੰਤੋਖ, ਧੀਰਜ, ਧਰਮ, ਵਿਚਾਰ। ਜਿਵੇਂ ਆਉਂਦਾ ਨਾ ਸੁਣਿਆ ਸਤ, ਸੰਤੋਖ, ਗਿਆਨ, ਇਸੇ ਪ੍ਰਕਾਰ ਇਹਨਾਂ ਨਾਲ ਮਿਲ ਜਾਵੇ ਤਾਂ ਸਭ ਜਿਹੜੇ ਦੰਡ ਹੁੰਦੇ ਆਪੇ ਖਤਮ ਹੋ ਜਾਂਦੇ ਨੇ। ਪੰਜ ਤਤ ਮਿਲ ਦਾਨ ਨਵੇ ਰਹਿ। ਇਸ ਤਰੀਕੇ ਨਾਲ ਸ਼ੁਭ ਗੁਣਾਂ ਰੂਪੀ ਟਾਂਡਾ ਜਿਹੜਾ ਪਾਰ ਉਤਰ ਜਾਂਦਾ ਹੈ, ਸ਼ੁਭ ਗੁਣ ਧਾਰੇ ਹੋਏ ਸਫਲ ਹੋ ਜਾਂਦੇ ਨੇ। ਕਿਉਂਕਿ ਔਗਣਾਂ ਦਾ ਭਰਿਆ ਹੋਇਆ ਟਾਂਡਾ ਜਦੋਂ ਜਾਂਦਾ, 50 ਬਲਦ ਜਦੋਂ ਜਾਂਦੇ ਨੇ, ਉਹਨਾਂ ਦੇ ਵਿੱਚ ਮਾੜੀ ਚੀਜ਼ ਲੱਦੀ ਹੋਵੇ, ਇਹੀ ਜੀ ਜਿਹੜੀ ਗਲਤ ਕਿਸਮ ਦੀ ਹੋਵੇ, ਉਹ ਤਾਂ ਫੜੇ ਵੀ ਜਾਂਦੇ, ਕੁੱਟ ਵੀ ਪੈਂਦੀ ਹੈ। ਤੇ ਜੇ ਸ਼ੁਭ ਚੀਜ਼ ਜਾ ਰਹੀ ਹੈ, ਜੇ 50 ਬਲਦ ਜਾ ਰਹੇ ਭਰੇ ਹੋਏ, ਕੀ ਆ ਵੀ ਇਹਦੇ 'ਚ ਲੱਦਿਆ ਹੋਇਆ, ਕਹਿੰਦੇ ਜੇ ਇਹ ਗਰੀਬਾਂ ਨੂੰ ਵੰਡਣ ਵਾਸਤੇ ਕੱਪੜਾ ਲੀੜਾ ਜਾ ਰਿਹਾ, ਕਹਿੰਦੇ ਚਲੋ ਛੱਡੋ, ਜਿਹੜਾ ਦਾਨ ਹੀ ਕਰਨਾ ਇਹਨੂੰ ਕਾਹਨੂੰ ਟੈਕਸ ਲਾਉਣਾ। ਤੇ ਜੇ ਕੋਈ ਉਹਦੇ ਵਿੱਚ ਵੇਚਣ ਲਈ ਚੀਜ਼ ਲੈ ਕੇ ਜਾ ਰਿਹਾ ਜੀ, ਖੰਡ, ਸ਼ੱਕਰ, ਗੁੜ ਪਾਇਆ ਹੋਇਆ, ਤਾਂ ਵੀ ਉਹ ਟੈਕਸ ਲੱਗ ਜਾਂਦਾ। ਤੇ ਇੱਕ ਬੰਦੇ ਜਿਹੜੇ ਆ ਕੋਈ ਨਸ਼ੇ ਵਾਲੀ ਚੀਜ਼ ਲੱਦੀ ਜਾਂਦੇ ਨੇ, ਉਹਨਾਂ ਨੂੰ ਨਾਲੇ ਕੁੱਟ ਵੀ ਪੈਂਦੀ ਆ, ਨਾਲੇ ਉਹਨੇ ਬਲਦ ਵੀ ਜ਼ਬਤ ਹੋ ਜਾਂਦੇ ਆ, ਬੋਰੀਆਂ ਵੀ ਜ਼ਬਤ ਕਰ ਲੈਂਦੇ ਨੇ। ਇਹ ਤਾਂ ਹੁਣ ਆਪਾਂ ਦੇਖਣਾ, ਆਪਾਂ ਲੱਦ ਕੇ ਕੀ ਲੈ ਕੇ ਜਾਣਾ। ਸਤਿਗੁਰੂ ਕਹਿੰਦੇ ਜੇ ਤੁਸੀਂ ਬਚਣਾ ਟੈਕਸ ਤੋਂ, ਫਿਰ ਸਤ, ਸੰਤੋਖ, ਧੀਰਜ, ਧਰਮ, ਵਿਚਾਰ ਇਹਨਾਂ ਨੂੰ ਨਾਲ ਲੈ ਜਾਓ, ਇਹਨਾਂ ਦੀਆਂ ਗੋਨਾਂ ਭਰ ਕੇ ਲੈ ਜਾਓ। ਕਹਿਤ ਕਬੀਰ ਸੁਨਹੁ ਰੇ ਸੰਤ ਹੋ, ਆਵੇ ਐਸੀ ਬਣ ਆਈ। ਕਬੀਰ ਜੀ ਕਹਿੰਦੇ ਸੰਤ ਜਨੋ ਸੁਣੋ ਭਾਈ, ਹੁਣ ਇਹੀ ਜਿਹੀ ਵਾਰਤਾ ਬਣ ਆਈ ਹੈ। ਘਾਟੀ ਚੜ੍ਹਤ ਬੈਲ ਇੱਕ ਥਾਕਾ, ਚਲੋ ਗੁਣ ਛਿਟਕਾਈ। ਸੋ ਇਸ ਕਰਕੇ ਹਨ ਕਹਿੰਦੇ ਹਨ ਕਿ ਪ੍ਰੇਮ ਰੂਪੀ ਘਾਟੀ ਉੱਤੇ ਚੜ੍ਹਨ ਕਰਕੇ ਪਾਪਾਂ ਰੂਪੀ ਇੱਕ ਬੈਲ ਥੱਕ ਗਿਆ ਹੈ।
ਕਿਉਂਕਿ ਮੈਂ ਪ੍ਰੇਮ ਕਰਨ ਲੱਗ ਗਿਆ ਪਰਮੇਸ਼ਰ ਨਾਲ। ਪਰਮੇਸ਼ਰ ਦਾ ਪ੍ਰੇਮ ਇੰਨਾ ਪਵਿੱਤਰ ਹੁੰਦਾ ਹੈ ਕਿ ਉਹਦੇ ਵਿੱਚ ਜੀਵ ਪਾਪਾਂ ਤੋਂ ਆਪਣੇ ਆਪ ਹੀ ਹਟ ਜਾਂਦਾ। ਬਾਣੀ ਪੜ੍ਹਨ ਨਾਲ, ਕੀਰਤਨ ਕਥਾ ਸੁਣਨ ਨਾਲ, ਸੇਵਾ ਕਰਨ ਨਾਲ, ਲਿਵ ਲਾਉਣ ਨਾਲ, ਨਾਮ ਜਪਣ ਨਾਲ ਆਪਣੇ ਆਪ ਹੀ ਹਿਰਦਾ ਨਿਰਮਲ ਹੋ ਜਾਂਦਾ, ਮਾੜੇ ਕੰਮਾਂ ਤੋਂ ਆਪਣੇ ਆਪ ਹੀ ਹਟ ਜਾਂਦਾ। ਅਤੇ ਤ੍ਰਿਸ਼ਨਾ ਰੂਪੀ ਗੁਣ ਨੂੰ ਅਸ਼ੁਭ ਇੱਛਾ ਰੂਪੀ ਵਸਤੂ ਦੇ ਸਹਿਤ ਛੱਡ ਕੇ ਚੱਲਿਆ ਹੈ, ਕਿਉਂਕਿ ਪ੍ਰੇਮ ਕਰਕੇ ਹੀ ਸਾਰੇ ਕਾਰਜ ਰਾਸ ਆਉਂਦੇ। ਭਗਤੀ ਦਾ ਕਾਰਜ ਅਤੇ ਪ੍ਰੇਮ ਕਰਕੇ ਹੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਾਚ ਕਹੋ ਸੁਣ ਲਿਓ ਸਭ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਤੀਸਰੇ ਭਾਵ 'ਚ ਕਹਿੰਦੇ ਨੇ, ਪ੍ਰਸ਼ਨ ਕੀਤਾ ਹੈ ਕਿ ਜਨਮ ਮਰਨ ਦੇ ਦੇਣ ਵਾਲੇ ਜੋ ਪਾਪ ਪੁੰਨ ਹਨ, ਇਹ ਪਾਪਾਂ ਪੁੰਨਾਂ ਰੂਪੀ ਦੋਨੋਂ ਬੈਲ ਕਿਸ ਤਰ੍ਹਾਂ ਖਤਮ ਹੋਣ। ਉਸ ਵਕਤ ਉੱਤਰ ਦਿੰਦੇ ਹਨ, ਪਾਪ ਪੁੰਨ ਦੋਏ ਬੈਲ ਵਿਸਾਹੇ, ਪਵਨ ਪੂੰਜੀ ਪ੍ਰਗਾਸਿਓ। ਕਹਿੰਦੇ ਜਿਸ ਪਾਸ ਪਵਨ ਹੁੰਦਾ, ਪ੍ਰਣਮ ਓਂਕਾਰ ਦੀ ਉਪਾਸਨਾ ਰੂਪੀ ਪੂੰਜੀ ਪ੍ਰਗਾਸਿਓ। ਪ੍ਰਗਾਸਿਓ ਦਾ ਮਤਲਬ ਪ੍ਰਗਟ ਹੀ ਹੈ ਜਿਹਦੇ ਕੋਲੇ। ਪ੍ਰਣਵ ਓਂਕਾਰ ਜਿਹੜਾ ਪਰਮੇਸ਼ਰ ਹੈ ਉਹਦੀ ਭਗਤੀ ਹੋਵੇ। ਪ੍ਰਣਵ ਆਦਿ ਏਕ ਓਂਕਾਰਾ, ਇਸ ਕਰਕੇ ਉਹ ਅਕਾਲ ਪੁਰਖ ਦੀ ਭਗਤੀ, ਇੱਕ ਓਂਕਾਰ ਦੀ ਭਗਤੀ। ਓਂਕਾਰ ਆਦਿ ਮੈਂ ਜਾਨਾ, ਓਂਕਾਰ ਜੋ ਹੈ ਐਸਾ ਪਰਮਾਤਮਾ, ਓਂਕਾਰ ਆਦਿ ਕਥਨੀ ਅਨਾਦ। ਇਹ ਜਿਹੜਾ ਓਂਕਾਰ ਬ੍ਰਹਮਾ ਉਤਪਤ, ਓਂਕਾਰ ਕੀਆ ਜਿਨ ਚਿਤ, ਓਂਕਾਰ ਸੈਲ ਯੁਗ ਭਏ, ਓਂਕਾਰ ਵੇਦ ਨਿਰਮੈ ਰੂਪ। ਪੂੰਜੀ ਜਿਨ੍ਹਾਂ ਕੋਲ ਪ੍ਰਗਟ ਹੈ, ਉਹਨੇ ਦੋ ਪਾਪਾਂ ਪੁੰਨਾਂ ਰੂਪੀ ਬੈਲਾਂ ਨੂੰ ਵਿਸਾਹੇ ਹੁੰਦਾ, ਵਿਸੱਤਾ। ਸਾਹ ਸੱਤ ਤੋਂ ਬਿਨਾਂ, ਸੱਤਾ ਤੋਂ ਬਿਨਾਂ ਕਰ ਦਿੱਤਾ ਹੈ। ਤ੍ਰਿਸ਼ਨਾ ਜਿਹੜੀ ਹੈਗੀ ਸਾਰਿਆਂ ਨਾਲੋਂ ਚੀਜ਼ ਵੱਡੀ ਆਪਾਂ ਨੂੰ ਪਰੇਸ਼ਾਨ ਕਰਦੀ, ਉਹਦੇ ਬਾਰੇ ਜ਼ਿਕਰ ਕਰਦੇ ਹਨ। ਤ੍ਰਿਸ਼ਨਾ ਗੁਣ ਪਰੀ ਘਟ ਭੀਤਰ, ਇਨ ਵਿਦ ਟਾਂਡ ਵਿਸਾਹਿਓ। ਘਟ ਰੂਪੀ ਗੁਣ ਦੇ ਭੀਤਰ, ਹਿਰਦੇ ਰੂਪੀ ਬੋਰੀ ਦੇ ਵਿੱਚ ਜੋ ਤ੍ਰਿਸ਼ਨਾ ਰੂਪੀ ਵਸਤੂ ਭਰੀ ਹੋਈ ਸੀ, ਗੁਰਮੁਖਾਂ ਨੇ ਇਸ ਪ੍ਰਣਵ ਓਂਕਾਰ ਦੀ ਉਪਾਸਨਾ ਰੂਪੀ ਵਿਧੀ ਨਾਲ ਇਸ ਟਾਂਡੇ ਨੂੰ ਵਿਸਾਹਿਓ ਹੁੰਦਾ, ਵਿਸੱਤਾ ਕਰਤਾ। ਸਾਹ ਸੱਤ ਤੋਂ ਬਿਨਾਂ ਹੀ ਕਰ ਦਿੱਤਾ। ਬੰਦਗੀ ਨਾਲ ਜਿਹੜੀ ਅੰਦਰ ਤ੍ਰਿਸ਼ਨਾ ਭਰੀ ਹੋਈ ਸੀ, ਹੌਲੀ 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 ਤ੍ਰਿਸ਼ਨਾ ਅਗਨ ਬੁਝਾਈ। ਸਤਿਗੁਰੂ ਨੇ ਕਿਰਪਾ ਕੀਤੀ, ਨਾਮ ਦੇ ਨਾਲ ਤ੍ਰਿਸ਼ਨਾ ਰੂਪੀ ਅੱਗ ਬੁਝ ਗਈ। ਐਸਾ ਨਾਇਕ ਰਾਮ ਹਮਾਰਾ ਜੋ ਨਾਇਕ ਹੈ, ਸੁਆਮੀ ਜੋ ਰਾਮ ਪਰਮੇਸ਼ਰ ਹੈ, ਉਹਦਾ ਨਾਮ ਐਸਾ ਸਮਰੱਥ ਹੈ ਭਾਈ ਕਿ ਨਾਮ ਦੇ ਨਾਲ ਅੰਦਰੋਂ ਸਾਰੇ ਔਗਣ ਮਿਟ ਜਾਂਦੇ ਨੇ, ਗੁਣ ਹੋ ਜਾਂਦੇ ਨਾਲ। ਗੁਣਾ ਕਰਕੇ ਫਿਰ ਆਪਣੀ ਕਦਰ ਹੁੰਦੀ ਹੈ। ਜਿਹਨੇ ਉਹਦੇ ਨਾਮ ਨੂੰ ਜਪਿਆ, ਸਗਲ ਸੰਸਾਰ ਕੀਓ ਬੰਜਾਰਾ, ਉਹਨੇ ਸਾਰੇ ਸੰਸਾਰ ਬਨ ਨੂੰ ਜਾਰਾ ਹੁੰਦਾ, ਜਾਲਣਾ ਕੀਤਾ, ਸਾੜਨਾ ਕੀਤਾ, ਮਿਥਿਆ ਰੂਪ ਨਿਸ਼ਚੈ ਕੀਤਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਕਾਮ ਕ੍ਰੋਧ ਦੋਏ ਭਏ ਜਗਾਤੀ। ਦੋ ਕਾਮ ਕ੍ਰੋਧ ਜੋ ਅੰਤःਕਰਨ ਵਿੱਚ ਜਾ ਹੁੰਦਾ ਉਤਪੰਨ ਹੋ ਰਹੇ ਨੇ, ਉਹ ਗਾਤੀ ਦਾ ਮਤਲਬ ਹੁੰਦਾ ਨਾਸ ਹੋ ਗਏ। ਮਨ ਤਰੰਗ ਬਟਵਾਰਾ, ਅਤੇ ਮਨ ਦਿਆਂ ਸੰਕਲਪਾਂ ਨੂੰ ਵੀ ਬਟਵਾਰਾ ਰਸਤੇ ਵਿੱਚ ਹੀ ਵਰਜ ਦਿੱਤਾ। ਇਹ ਜਿਹੜੇ ਸਿੰਘ ਕਥਾ ਸਿੱਖਦੇ ਆ, ਜਿਨ੍ਹਾਂ ਨੇ ਜਾਂ ਕਥਾ ਕੀਤੀ, ਉਹਨਾਂ ਨੂੰ ਇਹਨਾਂ ਅਰਥਾਂ ਦਾ ਜ਼ਿਆਦਾ ਗਿਆਨ ਹੁੰਦਾ ਹੈ। ਇਹ ਨਾ ਕਿਹੋ ਕਿ ਊਂ ਜੋੜ ਤੇ ਇਹ ਅਰਥ। ਇਸ ਕਰਕੇ ਧਿਆਨ ਦੇਣਾ। ਜਿਵੇਂ ਅੱਖਰ ਆਉਂਦਾ ਨਾ ਪੰਕਜ, ਜੋ ਤੋਂ ਭਾਵ ਹੁੰਦਾ ਉਤਪੰਨ ਹੋਣਾ, ਪੈਦਾ ਹੋਣਾ। ਪੰਕ ਚਿੱਕੜ ਤੋਂ ਜੋ ਪੈਦਾ ਹੋਇਆ ਕਮਲ ਦਾ ਫੁੱਲ, ਤਾਂ ਇਸ ਕਰਕੇ ਹੈ ਜ਼ਿਆਦਾ ਅਰਥ ਹੀ ਪੈਦਾ ਹੋਣਾ ਹੁੰਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਹੈ ਬਟ ਵਾਰਾ ਰਸਤੇ ਵਿੱਚ ਹੀ ਵਰ ਦਿੱਤਾ। ਪੰਜ ਤਤ ਮਿਲ ਦਾਨ ਨਬੇਰ ਹੈ, ਟਾਂਡਾ ਉਤਰਿਓ ਪਾਰਾ। ਪੰਜਾਂ ਤੱਤਾਂ ਦੀ ਰਹਿਣੀ ਨਾਲ ਮਿਲ ਕੇ ਦੰਡ ਨੂੰ ਨਵੇੜ ਹੀ ਦਿੱਤਾ। ਦਾਨ ਤੋਂ ਭਾਵ ਹੈ ਦੰਡ। ਇਸ ਵਜ੍ਹਾ ਨਾਲ ਸਰੀਰ ਰੂਪੀ ਟਾਂਡਾ ਜਿਹੜਾ ਸੀ, ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ। ਕਹਿਤ ਕਬੀਰ ਸੁਨੋ ਹੋ ਰੇ ਸੰਤ ਹੋ, ਅਬ ਐਸੀ ਬਨ ਆਈ। ਕਬੀਰ ਜੀ ਕਹਿੰਦੇ, ਸੰਤੋ ਸੁਣਨਾ ਕਰੋ, ਹੁਣ ਇਹੀ ਜੀ ਵਾਰਤਾ ਬਣ ਆਈ ਹੈ। ਕੀ ਵਾਰਤਾ ਬਣ ਗਈ ਜੀ? ਘਾਟੀ ਚੜ੍ਹਤ ਬੈਲ ਇੱਕ ਥਾਕਾ। ਕਹਿੰਦੇ ਅਗਿਆਨ ਰੂਪੀ ਘਾਟੀ ਉੱਤੇ ਚੜ੍ਹਨ ਕਰਕੇ ਇੱਕ ਬ੍ਰਹਮ ਗਿਆਨ ਰੂਪੀ ਬੈਲ ਵੀ ਥੱਕ ਗਿਆ, ਭਾਵ ਗਿਆਨ ਦਾ ਅਭਾਵ ਹੀ ਹੋ ਗਿਆ। ਬਾਹਰ ਬੈਲ ਗੋਨ ਕਰ ਆਈ। ਮੁਕਤੀ ਦੀ ਪ੍ਰਾਪਤੀ ਪਿੱਛੋਂ ਗਿਆਨ ਦਾ ਅਭਾਵ ਹੀ ਹੋ ਗਿਆ। ਅਭਾਵ ਵੀ ਹੋ ਜਾਏ ਤਾਂ ਕੋਈ ਹੁਣ ਡਰ ਨਹੀਂ। ਦੇਖੋ, ਇਸ ਤੋਂ ਵੀ ਉੱਤੇ ਹੈ ਕਿ ਮੁਕਤੀ ਦੀ ਪ੍ਰਾਪਤੀ ਪਿੱਛੋਂ ਗਿਆਨ ਵੀ ਖਤਮ ਹੋ ਜਾਵੇ ਤਾਂ ਕੋਈ ਡਰ ਨਹੀਂ। ਜਿਵੇਂ ਕੱਪੜੇ ਦੀ ਮੈਲ ਦਾ ਅਭਾਵ ਕਰਕੇ ਸਾਬਣ ਆਪ ਵੀ ਬਾਹਰ ਨਿਕਲ ਜਾਂਦਾ,
ਕਿੱਡੀ ਵੱਡੀ ਚੀਜ਼ ਹੈ ਵੀ ਕੱਪੜੇ ਦੀ ਮੈਲ ਲਾਹ ਕੇ ਸਾਬਣ ਆਪ ਵੀ ਕੱਪੜੇ 'ਚ ਨਿਕਲ ਜਾਂਦਾ ਤੇ ਕੱਪੜਾ ਵੀ ਚਿੱਟਾ ਹੋ ਜਾਂਦਾ। ਇਸੇ ਤਰ੍ਹਾਂ ਗਿਆਨ ਜਦੋਂ ਹਿਰਦੇ 'ਚ ਆਉਂਦਾ ਉਹ ਮੁਕਤ ਕਰਕੇ ਸਾਨੂੰ ਗਿਆਨ ਵੀ ਜੇ ਚਲੇ ਜਾਵੇ, ਕਹਿੰਦੇ ਹੁਣ ਮੁਕਤ ਤਾਂ ਪਹੁੰਚ ਹੀ ਗਏ, ਜਦੋਂ ਉੱਥੇ ਪਹੁੰਚ ਹੀ ਗਏ ਪਰਮਾਤਮਾ 'ਚ ਹੀ ਲੀਨ ਹੋ ਗਏ। ਚਲੋ ਗੁਣ ਛਿਟਕਾਈ, ਘਟ ਰੂਪੀ ਗੁਣ ਵਿੱਚੋਂ ਤ੍ਰਿਸ਼ਨਾ ਰੂਪੀ ਵਸਤੂ ਨੂੰ ਛੰਡ ਕੇ ਪਰਮਾਤਮਾ ਦੀ ਤਰਫ ਇਹ ਜੀਵ ਚੱਲ ਪਿਆ ਹੈ। ਗੌੜੀ ਪੰਚ ਪਦਾ, ਇਹ 5 ਪੌੜੀਆਂ ਦਾ ਸ਼ਬਦ ਹੋਵੇਗਾ। ਪੰਚ ਪਦਾ ਦਾ ਮਤਲਬ ਇਹ ਹੈ ਗੌੜੀ ਦੇ ਥੱਲੇ ਪੈਰ ਵਿੱਚ 3 ਲੱਗਿਆ ਹੋਇਆ ਹੈ, ਛੋਟਾ ਜਿਹਾ। ਸੋ ਇਸ ਕਰਕੇ ਗੌੜੀ ਦੀ ਤੀਸਰੀ ਜਾਤੀ ਹੈ। ਪੇਵਕੜੈ ਦਿਨ 4 ਹੈ, ਸਾਹੁਰੜੈ ਜਾਣਾ। ਇਹ ਸ਼ਬਦ ਗੁਰਬਾਣੀ ਅੰਦਰ ਵੀ ਮਹਾਰਾਜ ਨੇ ਉਚਾਰਨ ਕੀਤਾ, ਜਿਵੇਂ ਪੇਵਕੜੈ ਧਨ ਖਰੀ ਇਆਣੀ, ਸਾਹੁਰੜੈ ਕੰਮ ਸਿੱਖੈ। ਕਹਿੰਦੇ ਪੇਕੇ ਘਰ ਦੇ ਵਿੱਚ ਧਨ ਜਿਹੜੀ ਜੀਵ ਰੂਪ ਇਸਤਰੀ ਆ, ਭਾਵ ਇੱਥੇ ਪ੍ਰਤੱਖ ਇਸਤਰੀ ਕੁੜੀ ਜਿਹੜੀ ਆ ਪੇਕੇ ਘਰ 'ਚ, ਪੇਵਕੜੈ ਧਨ ਖਰੀ ਇਆਣੀ, ਉੱਥੇ ਬਹੁਤੀ ਇਆਣੀ ਜੀ ਖੇਡਾਂ 'ਚ ਲੱਗੀ ਰਹਿਣਾ, ਕੰਮ ਨਾ ਕਰਨਾ, ਇਸ ਤਰ੍ਹਾਂ ਦੀ ਹੁੰਦੀ ਹੈ। ਸਾਹੁਰੜੈ ਕੰਮ ਸਿੱਖੈ, ਸਹੁਰੇ ਘਰ ਜਾ ਕੇ ਫਿਰ ਸਾਰੇ ਕੰਮ ਕਰਨੇ ਹੀ ਪੈਂਦੇ ਨੇ, ਫਿਰ ਉੱਥੇ ਜਾ ਕੇ ਸਿੱਖਦੀ ਹੈ ਸੱਸ ਦੇ ਕੋਲੋਂ। ਇਸੇ ਪ੍ਰਕਾਰ ਇੱਥੇ ਵੀ ਪ੍ਰਕਰਣ ਬਣਾਇਆ, ਪੇਵਕੜੈ ਦਿਨ 4 ਹੈ, ਸਾਹੁਰੜੈ ਜਾਣਾ। ਸੋ ਜਿਵੇਂ ਕਹਿੰਦੇ ਨਾ ਲੜਕੀ ਦਾ ਪੇਵਕੜਾ ਭਾਵ ਪੇਕੇ ਘਰ ਵਿੱਚ ਰਹਿਣਾ 4 ਦਿਨਾਂ ਦਾ ਹੁੰਦਾ। ਪੇਵਕੜਾ ਦਿਨ 4 ਹੈ, ਸਾਹੁਰੜੈ ਜਾਣਾ। ਪੇਜੜਾ ਦਿਨ 4 ਹੈ, ਹਰ ਹਰ ਲਿਖ ਪਾਇਆ। ਕਹਿੰਦੇ ਅੰਤ ਨੂੰ ਉਹਨੇ ਆਪਣੇ ਸਹੁਰੇ ਘਰ ਜ਼ਰੂਰ ਜਾਣਾ ਹੁੰਦਾ, ਪਰ ਮੂਰਖ ਅਗਿਆਤ ਅੰਧਾ ਪੁਰਸ਼ ਜਾਣਦਾ ਨਹੀਂ, ਐਵੇਂ ਉਹਦੇ ਨਾਲ ਪ੍ਰੇਮ ਹੀ ਕਰਦਾ। ਅੰਧਾ ਲੋਕ ਨਾ ਜਾਣੇ ਮੂਰਖ ਇਹ ਆਣਾ। ਇੱਥੇ ਦੇਖੋ ਇਹ ਆਣਾ ਈੜੀ ਨੂੰ ਲਾ ਕੇ ਲਿਖਿਆ ਹੋਇਆ, ਇਹ ਧਿਆਨ ਦੇਣਾ, ਸਿਹਾਰੀ ਨਹੀਂ, ਇਹ ਆਣਾ। ਤਾਂ ਇਸ ਪ੍ਰਕਾਰ ਕਹਿੰਦੇ ਨੇ ਕਿ ਅੰਤ ਨੂੰ ਉਹਨੇ ਆਪਣੇ ਸਹੁਰੇ ਘਰ ਚਲੇ ਜਾਣਾ, ਪਰ ਮੂਰਖ ਅਗਿਆਤ ਅੰਧਾ ਪੁਰਸ਼ ਜਾਣਦਾ ਨਹੀਂ, ਐਵੇਂ ਉਹਨਾਂ ਪ੍ਰੇਮ ਕਰਦਾ। ਸੋ ਇਸ ਤੁਕ ਦੁਆਰਾ ਕਬੀਰ ਜੀ ਉਪਦੇਸ਼ ਦਿੰਦੇ ਨੇ ਕਿ ਮਾਪਿਆਂ ਨੂੰ ਲੜਕੀ ਨਾਲ ਬਹੁਤਾ ਪ੍ਰੇਮ ਨਹੀਂ ਕਰਨਾ ਚਾਹੀਦਾ। ਕਿਸ ਲੜਕੀ ਨੇ ਸਹੁਰੇ ਘਰ ਜਾਣਾ, ਕਬੀਰ ਜੀ ਕਥਨ ਕਰਦੇ ਨੇ, ਕਉ ਡੜੀਆ ਬਾਧੈ ਧਨ ਖੜੀ, ਪਾਹੂ ਕਰ ਆਏ ਮੁਕਲਾਊ ਆਏ ਰਹਾਉ। ਜੋ ਧਨ ਤੋਂ ਭਾਵ ਇੱਥੇ ਇਸਤਰੀ ਹੈ, ਇਸਤਰੀ ਖੜੋ ਕੇ ਡੜੀਆ ਹੁੰਦੀ ਸਾੜੀ, ਸਾੜੀ ਨੂੰ ਬੰਨ੍ਹ ਰਹੀ ਹੈ। ਉਹਦੇ ਘਰ ਵਿੱਚ ਪਾਹੂ ਹੁੰਦੇ ਪ੍ਰਾਹੁਣੇ ਆਏ ਨੇ। ਪ੍ਰਾਹੁਣੇ ਵੀ ਕੈਸੇ ਆਏ ਨੇ ਕਿ ਮੁਕਲਾਵਾ ਲੈਣ ਵਾਸਤੇ ਆਏ ਨੇ। ਕਹਿੰਦੇ ਪਤਾ ਨਹੀਂ ਲੱਗਾ ਕਿ ਕਿਸ ਦਾ ਮੁਕਲਾਵਾ ਲੈ ਕੇ ਜਾਣਾ। ਕਹਿੰਦੇ ਉੱਤਰ ਕਹਿੰਦੇ ਉਂਗਲ ਨਿਰਦੇਸ਼ ਸੇ ਕਥਨ ਕਰਦੇ ਹਨ। ਉਹ ਜੇ ਦਿਸੈ ਖੂਹੜੀ, ਉਹ ਜਿਹੜੀ ਖੂਹੀ ਉੱਤੇ ਖਲੋਤੀ ਨਿਗਾਹ ਰਹੀ ਹੈ ਨਾ, ਉਹਦਾ ਮੁਕਲਾਵਾ ਲੈ ਜਾਣਾ। ਕਹਿੰਦੇ ਖੂਹੀ ਤੋਂ ਤਾਂ ਬਹੁਤ ਸਾਰੀਆਂ ਲੜਕੀਆਂ ਖਲੋਤੀਆਂ ਨੇ, ਇਹਨਾਂ ਵਿੱਚੋਂ ਕੌਣ ਕਿਹਨੇ ਜਾਣਾ। ਕਹਿੰਦੇ ਲਾਜ ਵਹਾਰੀ। ਕਹਿੰਦੇ ਦੇਖੋ ਉਹ ਜੋ ਪਾਣੀ ਭਰਨ ਵਾਸਤੇ ਖੂਹ ਦੇ ਵਿੱਚ ਰੱਸੇ ਨੂੰ ਵਗਾ ਰਹੀ ਹੈ ਨਾ ਭਾਉਣੀ ਦੇ ਰਾਹੀਂ, ਉਹਨੇ ਜਾਣਾ। ਸੋ ਇਹਨੇ ਨੂੰ ਉਸ ਵੱਲ ਸੱਦਾ ਆ ਗਿਆ ਕਿ ਛੇਤੀ ਘਰ ਚੱਲ। ਜਿਸ ਵੇਲੇ ਉਹਨੇ ਜਲਦੀ ਕੀਤੀ ਤਾਂ ਲਾਜ ਘੜੀ ਸਿਉ ਟੂਟ ਪੜੀ, ਉੱਠ ਚਲੀ ਪਨਿਹਾਰੀ। ਲੱਜ ਨਾਲੋਂ ਘੜੀ ਟੁੱਟ ਕੇ ਖੂਹ ਵਿੱਚ ਪੈ ਗਈ ਤੇ ਪਾਣੀ ਭਰਨ ਵਾਲੀ ਖਾਲੀ ਹੱਥੀ ਉੱਠ ਕੇ ਘਰ ਨੂੰ ਚੱਲ ਪਈ, ਕਿਉਂਕਿ ਉਹ ਜਿਹੜੇ ਭਾਂਡੇ ਨਾਲ ਭਰਨ ਲੱਗੀ ਸੀ ਉਹ ਲੱਜ ਨਾਲੋਂ ਟੁੱਟ ਕੇ ਖੂਹ ਦੇ ਵਿੱਚ ਡਿੱਗ ਪਈ। ਸੋ ਇਹ ਹੈ ਦ੍ਰਿਸ਼ਟਾਂਤ। ਇਹ ਤਾਂ ਵੈਸੇ ਸੰਸਾਰੀ ਦ੍ਰਿਸ਼ਟਾਂਤ, ਅਸਲ ਅਰਥ ਤਾਂ ਆਪਾਂ ਕਰਨਾ। ਹੁਣ ਇਹਦੇ ਉੱਤੇ ਦਾ ਦ੍ਰਿਸ਼ਟਾਂਤ ਸੁਣੋ। ਕਹਿੰਦੇ ਪੇਵਕੜਾ ਦਿਨ 4 ਹੈ, ਸਾਹੁਰੜੈ ਜਾਣਾ। ਮਾਤ ਲੋਕ ਰੂਪੀ ਪੇਕੇ ਘਰ ਵਿੱਚ ਜੀਵ ਰੂਪੀ ਇਸਤਰੀ ਦਾ ਰਹਿਣਾ 4 ਦਿਨਾਂ ਦਾ ਹੀ ਹੁੰਦਾ ਹੈ। ਇੱਕ ਬਚਪਨ ਹੈ, ਸੋ ਇਸ ਪ੍ਰਕਾਰ ਕਿਸ਼ੋਰ ਅਵਸਥਾ ਦੂਜੀ ਹੋ ਜਾਂਦੀ ਹੈ, 16 ਸਾਲ ਤੱਕ ਟੀਨੇਜ, ਫਿਰ ਜਵਾਨੀ ਆ ਜਾਂਦੀ ਹੈ, ਫਿਰ ਬੁਢੇਪਾ ਆ ਜਾਂਦਾ। 4 ਦਿਨ ਹੋ ਗਏ। ਅੰਤ ਨੂੰ ਪਰਲੋਕ ਰੂਪੀ ਸਹੁਰੇ ਘਰ ਵਿੱਚ ਚਲਿਆ ਜਾਣਾ ਹੈ। ਅੰਧਾ ਲੋਕ ਨਾ ਜਾਣਈ, ਮੂਰਖ ਇਹ ਆਣਾ। ਮਨ ਬਾਣੀ ਸਰੀਰ ਕਰਕੇ ਅੰਧਾ ਮੂਰਖ ਅਗਿਆਤ ਜਾਣਦਾ ਹੀ ਨਹੀਂ, ਪਰਮਾਰਥ ਤੋਂ ਰਹਿਤ ਹੋਣ ਕਰਕੇ ਅੰਧਾ ਹੈ। ਅੰਨਾ ਕਿਵੇਂ ਆ ਬੰਦਾ? ਕਹਿੰਦੇ ਪਰਮਾਰਥ ਨਹੀਂ, ਬੰਦਗੀ ਦਾ, ਸੰਗਤ ਦਾ, ਨਾਮ ਦਾ, ਗੁਰੂ ਦਾ ਕੋਈ ਖਿਆਲ ਨਹੀਂ, ਤੇ ਸ਼ਾਸਤਰ ਗਿਆਨ ਤੋਂ ਰਹਿਤ ਹੋਣ ਕਰਕੇ ਮੂਰਖ ਹੈ। ਕਿਉਂਕਿ ਜਿਵੇਂ ਅੱਜ ਕੱਲ੍ਹ ਲੋਕ ਨੇ ਰੌਲੇ ਕੇ ਸਿੱਖ ਹੋਏਗੇ, ਮਹਾਰਾਜ ਨੇ ਕਿਹਾ ਰੌਲਾ ਇਸ ਕਰਕੇ ਪਾਉਂਦੇ, ਨਾ ਤਾਂ ਕਦੇ ਮਹਾਰਾਜ ਦਾ ਸਰੂਪ ਪੜ੍ਹਿਆ ਸਾਰਾ, ਨਾ ਤਾਂ ਕਦੇ ਟੀਕਾ ਪੜ੍ਹਿਆ, ਨਾ ਹੀ ਕਦੇ ਮਹਾਰਾਜ ਦੀ ਹੋਰ ਕੋਈ ਬਾਣੀ, ਕੋਈ ਇਤਿਹਾਸ ਦੀ ਵਾਕਫੀ ਹੁੰਦੀ ਹੈ। 2-4 ਗੱਲਾਂ ਸਿੱਖ ਕੇ ਝਗੜਾ ਖੜਾ ਕਰ ਲੈਣਾ, ਪੂਰਨ ਰੂਪ ਵਿੱਚ ਗਿਆਨਵਾਨ ਨਹੀਂ ਹੁੰਦੇ। ਲੜਦਾ ਕੌਣ ਹੈ? ਕਹਿੰਦੇ ਨੇ ਮਾਸ ਕਰ ਮੂਰਖ ਝਗੜੇ, ਸਿਆਣਾ ਨਹੀਂ ਝਗੜਦਾ। ਸ਼ਾਸਤਰ ਗਿਆਨ ਤੋਂ ਰਹਿਤ ਹੋਣ ਕਰਕੇ ਮੂਰਖ ਹੈ।
ਤੇ ਵਿਹਾਰਕ ਗਿਆਨ ਤੋਂ ਰਹਿਤ ਹੋਣ ਕਰਕੇ ਇਹ ਆਣਾ ਹੈ। ਵਿਹਾਰਕ ਗਿਆਨ ਦਾ ਵੀ ਗਿਆਨ ਨਹੀਂ, ਇਸ ਕਰਕੇ ਕੁਝ ਜਾਣਦਾ ਹੀ ਨਹੀਂ। ਕਹੋ ਡੜੀਆ ਬੰਧ ਹੈ ਧਨ ਖੜੀ, ਇਹ ਜੀਵ ਰੂਪ ਇਸਤਰੀ ਕਹੋ ਨੂੰ, ਕਹੋ ਤੋਂ ਭਾਵ ਹੁੰਦਾ ਨੂੰ। ਡੜੀਆ ਹੁੰਦਾ ਦੰਡ ਦੇਣ ਵੇਲੇ ਜਮਦੂਤ ਬੰਨ ਕੇ ਖੜੀ ਤੋਂ ਭਾਵ ਖੜਨਗੇ, ਲੈ ਕੇ ਜਾਣਗੇ। ਜੀਵ ਰੂਪ ਇਸਤਰੀ ਨੂੰ ਬੰਨ ਕੇ ਪਰਲੋਕ ਦੀ ਡੜੀਆ ਹੁੰਦਾ, ਡੰਡੀਆਂ ਪੱਗ ਡੰਡੀ ਵਿੱਚ ਖੜਨਗੇ। ਵੱਡਾ ਰਾਹ ਨਹੀਂ ਮਿਲਣਾ ਬਿਬਾਨਾਂ ਵਾਲਾ, ਖਿੱਚ ਧੂ ਕਰਕੇ ਲਿਜਾਂਦੇ ਆ। 12 ਕਹਿੰਦੇ ਗਰੁੜ ਪੁਰਾਣ 'ਚ ਲਿਖਿਆ 12 ਮਹੀਨੇ 'ਚ ਸਵਰਗਾਂ ਨੂੰ ਜਾਂਦਾ ਪੁੰਨੀ ਬੰਦਾ, ਤੇ ਪਾਪੀ ਜਿਹੜਾ 16 ਮਹੀਨਿਆਂ 'ਚ ਨਰਕਾਂ ਨੂੰ ਖਿੱਚ ਧੂ ਕਰਕੇ ਅਸਪੱਤਰ ਬਣ ਦੇ ਵਿੱਚੋਂ ਤੇ ਮਿੱਝ ਤੇ ਪਾਕ ਦੀ ਬੈਤਰਨੀ ਨਦੀ ਦੇ ਵਿੱਚੋਂ ਖਾਨੀ ਕਿੱਥੋਂ ਕਿੱਥੋਂ ਖਿੱਚ ਕੇ ਲਿਜਾਂਦੇ ਨੇ। ਫਿਰ ਕਹਿੰਦੇ ਕਿ ਇਸ ਜੀਵ ਰੂਪ ਇਸਤਰੀ ਨੂੰ ਲਿਜਾਣਗੇ ਤਾਂ ਉੱਤਰ ਦਿੰਦਿਆਂ ਹੋਏ ਫਰਮਾਉਂਦੇ ਨੇ, ਜੋ ਜੀਵ ਰੂਪ ਇਸਤਰੀ, ਜਿਹੜੀ ਇਸਤਰੀ ਆ ਨਾ, ਧਨ ਤੋਂ ਭਾਵ ਇਸਤਰੀ ਪਾਪਾਂ ਪੁੰਨਾਂ ਰੂਪੀ ਡੜੀਆ ਹੁੰਦੇ ਸਾੜੀ ਨੂੰ ਬੰਨ੍ਹ ਰਹੀ ਹੈ, ਉਹਨੂੰ ਲਿਜਾਣਗੇ। ਪਾਪਾਂ ਪੁੰਨਾਂ ਦੀ ਸਾੜੀ ਜਿਹੜੀ ਬੰਨ੍ਹਦੀ ਫਿਰਦੀ ਹੈ। ਪਾਹੂ ਕਰ ਆਏ ਮੁਕਲਾਊ ਆਏ ਰਹਾਓ, ਇਹਦੇ ਸਰੀਰ ਰੂਪੀ ਘਰ ਵਿੱਚ ਜਮਦੂਤਾ ਰੂਪੀ ਪ੍ਰਾਹੁਣੇ ਆਏ ਬੈਠੇ ਨੇ। ਪ੍ਰਾਹੁਣੇ ਵੀ ਕੈਸੇ ਆਏ ਕਿ ਮੁਕਲਾਵਾ ਲੈਣ ਵਾਸਤੇ, ਚੱਲ ਚੱਲ ਜਲਦੀ ਕਰ ਬਈ, ਚੱਲ ਦਰਹਾਲ ਦੀਵਾਨ ਬੁਲਾਇਆ। ਕਹਿੰਦੇ ਚੱਲ ਜਲਦੀ ਕਰ, ਦਰਹਾਲ ਜਿਸ ਹਾਲ ਵਿੱਚ ਹੈ, ਕਹਿੰਦੇ ਹਰ ਫਰਮਾਨ ਦਰਗਹਿ ਕਾ ਆਇਆ। ਸੋ ਚੱਲ ਦਰਹਾਲ, ਜਿਵੇਂ ਆਪਾਂ ਕਹਿੰਦੇ ਫਲਾਨਾ ਬਸ ਆ ਚਾਹ ਦਾ ਕੱਪ ਹੱਥ ਵਿੱਚ ਹੀ ਸੀ, ਪਤਾ ਹੀ ਲੱਗਿਆ, ਤੁਰਦਾ ਹੀ ਲੱਗਿਆ। ਚੱਲ ਦਰਹਾਲ, ਜਿਹੜੇ ਹਾਲੀ ਬੈਠਾ। ਕਹਿੰਦੇ ਸੁੱਤਾ ਹੀ ਉੱਠਿਆ ਸੀ, ਜਦੇ ਹੀ ਸੁੱਤਾ ਹੀ ਨਹੀਂ ਉੱਠਿਆ। ਕਹਿੰਦੇ ਵਿਚਾਰੇ ਨੇ ਹਲੇ ਨਹਾਤਾ ਹੀ ਸੀ, ਬਸ ਕੱਪੜੇ ਪਾਉਣੇ ਸੀ, ਉੱਥੇ ਹੀ ਡਿੱਗ ਪਿਆ। ਉਹ ਤਾਂ ਚੱਲਦਾ ਹਾਲ ਹੈ, ਇੰਨੀ ਛੇਤੀ ਲੈ ਕੇ ਜਾਂਦੇ, ਚੱਲ ਬਈ, ਅਗਲਾ ਸਾਹ ਹੀ ਨਹੀਂ ਲੈਣ ਦਿੰਦੇ। ਇਸ ਕਰਕੇ ਕਹਿੰਦੇ ਨੇ ਇਹਦੇ ਸਰੀਰ ਰੂਪੀ ਘਰ ਵਿੱਚ ਜਮਦੂਤਾਂ ਰੂਪੀ ਪ੍ਰਾਹੁਣੇ ਆਏ। ਪ੍ਰਾਹੁਣੇ ਵੀ ਕਹੇ ਜਾਏ ਕਿ ਮੁਕਲਾਵਾ ਲੈਣ ਵਾਸਤੇ। ਕਿਹੜੀ ਇਸਤਰੀ ਨੇ ਜਾਣਾ? ਉਹ ਜੇ ਦਿਸੈ ਖੂਹੜੀ, ਉਹ ਜਿਹੜੀ ਸੰਸਾਰ ਰੂਪੀ ਖੂਹੀ ਉੱਤੇ ਖਲੋਤੀ ਨਿਗਾਹ ਆ ਰਹੀ ਨਾ, ਜੀਵ ਰੂਪ ਇਸਤਰੀ। ਸੰਸਾਰ ਹੈ ਤਾਂ ਅਪਰੋਖ, ਇਹਨੂੰ ਪ੍ਰੋਖ ਸ਼ਬਦ ਉਹ ਕਰਕੇ ਤਾਂ ਦਿੱਤਾ ਜੋ ਕਿ ਗਿਆਨਵਾਨਾਂ ਨੂੰ ਸੰਸਾਰ ਪ੍ਰੋਖ ਹੈ ਤੇ ਪ੍ਰਮਾਤਮਾ ਅਪਰੋਖ ਹੈ। ਪਰੋਸ਼ ਪਾਲਨ ਹੁੰਦਾ, ਜਿਵੇਂ ਜਾਪ ਸਾਹਿਬ 'ਚ ਨਾ ਗੁਪਤ। ਸੋ ਇਸੇ ਪ੍ਰਕਾਰ ਪ੍ਰਮਾਤਮਾ ਅਪਰੋਖ ਹੈ। ਤਾਂ ਇਸ ਢੰਗ ਦੇ ਨਾਲ ਕਹਿੰਦੇ ਹਨ ਸੰਸਾਰ ਰੂਪੀ ਖੂਹੀ ਉੱਤੇ ਤਾਂ ਬਹੁਤ ਸਾਰੀਆਂ ਖਲੋਤੀਆਂ ਨੇ, ਇਹਨਾਂ ਵਿੱਚੋਂ ਕੌਣ ਭਾਵ ਕਿਹਨੇ ਜਾਣਾ? ਲਾਜ ਬਹਾਰੀ, ਜੋ ਸਵਾਸਾਂ ਰੂਪੀ ਲੱਜ ਹੁੰਦੀ ਵਿਸ਼ਿਆਂ ਰੂਪੀ ਜਲ ਦੇ ਭਰਨ ਵਾਸਤੇ ਬਹਾ ਰਹੀ ਹੈ, ਉਹਨੇ ਜਾਣਾ। ਸਵਾਸਾਂ ਨੂੰ ਵਿਸ਼ਿਆਂ 'ਚ ਲਵੇੜੀ ਜਾ ਰਿਹਾ। ਲਾਜ ਘੜੀ ਸਿਉ ਟੂਟ ਪੜੀ, ਉੱਠ ਚਲੀ ਪਨਿਹਾਰੀ। ਜਿਸ ਵੇਲੇ ਦੇਹ ਰੂਪੀ ਘੜੀ ਨਾਲੋਂ ਸਵਾਸਾਂ ਰੂਪੀ ਲੱਜ ਟੁੱਟ ਗਈ ਤਾਂ ਪਦਾਰਥਾਂ ਰੂਪੀ ਜਿਹੜਾ ਪਾਣੀ ਸੀ, ਕਰਮਾਂ ਧਰਮਾਂ ਰੂਪੀ ਜਲ ਦੇ ਭਰਨ ਵਾਲੀ ਜੀਵ ਰੂਪ ਇਸਤਰੀ, ਇਹ ਸੰਸਾਰ ਧਰਤੀ ਤੋਂ ਉੱਠ ਕੇ ਜਮਦੂਤਾਂ ਦੇ ਰਸਤੇ ਤੇ ਚੱਲ ਪਈ। ਸੋ ਇਸ ਤਰ੍ਹਾਂ ਸੰਸਾਰ ਦੇ ਵਿੱਚੋਂ ਨਿਕਲ ਤੁਰੀ। ਕਰਮ ਧਰਮ ਪਾਖੰਡ ਜੋ ਦੀਸੈ ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਅਥਵਾ ਇਉਂ ਵੀ ਕਹਿੰਦੇ ਹੁੰਦੇ ਨੇ, ਉਹ ਜੇ ਦਿਸੈ ਖੂਹੜੀ, ਉਹ ਜਿਹੜੀ ਸਤਸੰਗ ਰੂਪੀ ਖੂਹੀ ਨਜ਼ਰ ਆ ਰਹੀ ਹੈ ਨਾ, ਉਸ ਉੱਤੇ ਜਿਹੜੀ ਖੜੀ ਆ ਉਹ ਤਰਦੀ ਹੈ। ਕਿਉਂਕਿ ਹੁਣ ਦੂਸਰਾ ਭਾਵ ਅਰਥ ਇਹ ਹੋਇਆ, ਉੱਥੇ ਤਾਂ ਬਹੁਤ ਖੜੀਆਂ ਨੇ, ਉਹਨਾਂ ਵਿੱਚੋਂ ਕਿਹਨੇ ਤਰਨਾ? ਲਾਜ ਬਹਾਰੀ, ਜਿਹਨੇ ਸਵਾਸਾਂ ਰੂਪੀ ਲੱਜ ਨਾਮ ਜਲ ਭਰਨ ਵਾਸਤੇ ਬਹਾਈ ਆ, ਉਹਨੇ ਤਰਨਾ। ਲਾਜ ਘੜੀ ਸਿਉ ਟੂਟ ਪੜੀ, ਉੱਠ ਚਲੀ ਪਨਿਹਾਰੀ। ਜਿਸ ਵੇਲੇ ਦੇਹ ਰੂਪੀ ਘੜੀ ਨਾਲੋਂ ਅਵਿਦਿਆ ਮੋਹ ਅਥਵਾ ਕਹਿੰਦੇ ਵਿਸ਼ੇ ਵਾਸਨਾ ਰੂਪੀ ਲੱਜ ਟੁੱਟ ਗਈ ਤਾਂ ਨਾਮ ਰੂਪੀ ਜਲ ਦੇ ਭਰਨ ਵਾਲੀ ਜੀਵ ਰੂਪ ਇਸਤਰੀ ਪਰਮਾਤਮਾ ਵਿੱਚ ਅਭੇਦ ਹੋ ਚੱਲੀ। 334 ਅੰਗ ਤੇ ਅਗਲੀ ਪੰਕਤੀ ਫਰਮਾਉਂਦੇ ਨੇ, ਸਾਹਿਬ ਹੋਏ ਦਇਆਲ ਕਿਰਪਾ ਕਰੇ, ਆਪਣਾ ਕਾਰਜ ਸਵਾਰੇ, ਤਾਂ ਸੁਹਾਗਣ ਜਾਣੀਐ ਗੁਰ ਸ਼ਬਦ ਵਿਚਾਰੇ। ਇਹ ਬੱਬੇ ਨਾਲ ਪਾਠ ਹੈ। ਸਾਹਿਬ ਪਰਮੇਸ਼ਰ ਦਿਆਲੂ ਹੋਵੇ ਤੇ ਗੁਰੂ ਸਾਹਿਬ ਜੀ ਵੀ ਕਿਰਪਾ ਕਰਨ ਤਾਂ ਇਹ ਮੁਕਤੀ ਦੀ ਪ੍ਰਾਪਤੀ ਰੂਪ ਆਪਣੇ ਕਾਰਜ ਨੂੰ ਸਵਾਰਦੀ ਹੈ। ਜਾਂ ਗੁਰਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਵਿਚਾਰੇ ਤਾਂ ਇਹ ਜੀਵ ਰੂਪੀ ਇਸਤਰੀ ਸੁਹਾਗਣ ਜਾਣੀ ਜਾਂਦੀ ਹੈ। ਜਾਂ ਗੁਰਾਂ ਦੇ ਦਿੱਤੇ ਹੋਏ ਉਪਦੇਸ਼ ਨੂੰ ਵਿਚਾਰੇ ਤਾਂ ਸੁਹਾਗਣ ਬਣਦੀ ਹੈ। ਕਿਰਤ ਕੀ ਬਾਂਧੀ ਸਭ ਫਿਰੈ ਦੇਖੋ ਵਿਚਾਰੀ, ਇਸ ਨੂੰ ਕਿਆ ਆਖੀਐ ਕਿਆ ਕਰੇ ਵਿਚਾਰੀ। ਕਿਰਤ ਹੁੰਦੀ ਕਰਮਾਂ ਦੀ ਬੱਧੀ ਹੋਈ ਸਾਰੀ ਸ੍ਰਿਸ਼ਟੀ ਭਾਉਂਦੀ ਫਿਰਦੀ ਹੈ। ਕਰਮਾਂ ਦੇ ਬੰਨੇ ਸਾਰੇ ਜੀਵ ਗੇੜੇ ਖਾਂਦੇ ਨੇ। ਇਸ ਗੱਲ ਨੂੰ ਵਿਚਾਰ ਕੇ ਦੇਖ ਲਓ। ਇਸ ਜੀਵ ਰੂਪ ਇਸਤਰੀ ਨੂੰ ਆਖਣਾ ਕਰੀਏ, ਕੀ ਆਖਣਾ ਕਰੀਏ? ਕਹਿੰਦੇ ਜੀਵ ਰੂਪ ਇਸਤਰੀ ਨੂੰ ਜੇ ਕੁਝ ਆਖੀਏ ਵੀ
ਤਾਂ ਇਹ ਵਿਚਾਰੀ ਆਪਣੇ ਆਪ ਕਰ ਕੀ ਸਕਦੀ ਹੈ। ਕਾਠ ਕੀ ਪੁੱਤਰੀ ਕਹਾਂ ਕਰੈ ਬਪਰੀ, ਖਿਲਾਵਨ ਹਾਰੋ ਜਾਣੈ, ਜੈਸਾ ਭੇਖ ਕਰਾਵੈ ਬਾਜੀਗਰ ਤੈਸੋ ਹੀ ਸਾਜਵਾਨ। ਇਹ ਨਿਗਾਹ ਉਪਾਸ਼ਨਾ ਕਾਂਡ ਵਾਲਿਆਂ ਦੀ ਹੈ, ਕਿਉਂਕਿ ਉਪਾਸ਼ਨਾ ਕਾਂਡ ਵਾਲੇ ਪੁਰਸ਼ ਇਸ ਤਰ੍ਹਾਂ ਮੰਨਦੇ ਨੇ ਕਿ ਜੋ ਕੁਝ ਹੁੰਦਾ ਉਹ ਪਰਮੇਸ਼ਰ ਦੇ ਹੁਕਮ ਅੰਦਰ ਹੀ ਹੁੰਦਾ। ਭਈ ਨਿਰਾਸ਼ੇ ਉੱਠ ਚਲੀ ਚਿੱਤ ਬੰਧ ਨਾ ਧੀਰਾ। ਜਿਸ ਵੇਲੇ ਜੀਵ ਰੂਪੀ ਇਸਤਰੀ ਨਿਰਾਸ਼ ਹੋ ਕੇ ਉੱਠ ਚੱਲਦੀ ਹੈ ਨਾ, ਤਾਂ ਜਮਾਂ ਦੇ ਡਰ ਕਰਕੇ ਚਿੱਤ ਵਿੱਚ ਧੀਰਜ ਨਹੀਂ ਬਣਦੀ। ਹਰ ਕੀ ਚਰਣੀ ਲਾਗ ਰਹੋ ਭਜ ਸਰਣ ਕਬੀਰਾ। ਕਬੀਰ ਜੀ ਕਥਨ ਕਰਦੇ ਸੰਸਾਰ ਵੱਲੋਂ ਭੱਜ ਕੇ ਹਰੀ ਸਰੂਪ ਸਤਿਗੁਰਾਂ ਦੀ ਚਰਨ ਸਰਨ ਵਿੱਚ ਲੱਗ ਕੇ ਰਹਿਣਾ ਕਰੋ, ਫੇਰ ਹੀ ਤਰਨਾ ਹੋਵੇਗਾ। ਗੌੜੀ ਥੱਲੇ 2 ਲਿਖਿਆ ਹੋਇਆ, ਗੌੜੀ ਦੂਸਰੀ ਜਾਤੀ ਹੈ। ਸੋ ਇੱਕ ਮਾਈ ਦਾ ਪਤੀ ਚੜ੍ਹਾਈ ਕਰ ਗਿਆ ਹੋਇਆ ਸੀ ਤੇ ਧਨ ਉਹਦੇ ਪਾਸ ਬਹੁਤ ਸੀ। ਜਦ ਉਹਨੇ ਵਰੀਣਾ ਕਰਨਾ ਚਾਹਿਆ, ਸਲਾਨਾ ਕਰਨਾ ਚਾਹਿਆ, ਤਾਂ ਕੁੰਭ ਦਾ ਮੌਕਾ ਆ ਗਿਆ। ਤਦ ਉਹਨੇ ਵਿਚਾਰਿਆ ਕਿ ਕੁੰਭ ਦੇ ਮੌਕੇ ਹਰ ਭੇਖਾਂ ਦਾ ਸਾਧੂ ਗੰਗਾ ਤੇ ਇਕੱਤਰ ਹੁੰਦਾ, ਸੋ ਉੱਥੇ ਜਾ ਕੇ ਪਤੀ ਦੇ ਨਿਮਿਤ ਸੰਤਾਂ ਨੂੰ ਭੰਡਾਰਾ ਛਕਾਇਆ ਵਾ। ਇਸ ਵਿਚਾਰ ਨੂੰ ਮੁੱਖ ਰੱਖ ਕੇ ਉਹ ਮਾਈ ਹਰਿਦੁਆਰ ਪਹੁੰਚ ਗਈ। ਵੱਖੋ ਵੱਖਰੇ ਭੇਖਾਂ ਦੇ ਸਥਾਨਾਂ ਤੇ ਪਹੁੰਚ ਕੇ ਆਪਣੀ ਰਾਏ ਪ੍ਰਗਟ ਕੀਤੀ ਕਿ ਮੈਂ ਸਭ ਸੰਤਾਂ ਨੂੰ ਪ੍ਰਸ਼ਾਦਾ ਛਕਾਉਣਾ। ਭੰਡਾਰੇ ਦਾ ਨਾਮ ਸੁਣ ਕੇ ਸੰਨਿਆਸੀਆਂ ਨੇ ਕਿਹਾ, ਤੂੰ ਸੰਨਿਆਸੀਆਂ ਨੂੰ ਹੀ ਖਵਾ, ਹੋਰ ਸਾਰੇ ਤਾਂ ਐਵੇਂ ਹੀ ਨੇ। ਜਦ ਉਦਾਸੀਆਂ ਪਾਸ ਆਈ ਤਾਂ ਉਹਨਾਂ ਨੇ ਕਿਹਾ, ਤੂੰ ਉਦਾਸੀ ਭੇਖ ਹੀ ਸਭ ਤੋਂ ਸੇਠ ਹੈ, ਉਦਾਸੀਆਂ ਨੂੰ ਖਵਾ। ਉਹ ਬੜੀ ਹੈਰਾਨ ਜੀ ਹੋਈ, ਇੱਕ ਦੂਜੇ ਨੂੰ ਨਿੰਦਣ ਲੱਗ ਪਏ। ਜਦੋਂ ਜੋਗੀਆਂ ਕੋਲ ਆਈ ਤਾਂ ਉਹਨਾਂ ਨੇ ਆਪਣੇ ਭੇਖ ਦੀ ਸਿਫਤ ਕੀਤੀ। ਜਦ ਸਰੇਵਣਿਆਂ ਕੋਲ ਗਈ, ਉਹ ਕਹਿੰਦੇ ਸਾਨੂੰ ਖਵਾ, ਤੇਰੇ ਪਤੀ ਨੂੰ ਮਿਲੇਗਾ, ਤੇਰਾ ਭਲਾ ਹੋਵੇਗਾ। ਜਦੋਂ ਸਾਰਿਆਂ ਪਾਸੋਂ ਉਹਨੇ ਇਹੋ ਜਿਹੇ ਸੁਣਿਆ ਤਾਂ ਉਹ ਮਾਈ ਨੇ ਵਿਚਾਰਿਆ, ਜੇ ਸਾਰੇ ਸੰਤ ਆਪੋ ਆਪਣੇ ਭੇਖ ਦੀ ਮਾਨਤਾ ਕਥਨ ਕਰਦੇ ਆ ਤਾਂ ਮੈਂ ਵੀ ਆਪਣੇ ਭੇਖ ਨੂੰ ਕਿਉਂ ਨਾ ਛਕਾਵਾਂ। ਉਸ ਵੇਲੇ ਮਾਈ ਨੇ ਸਭ ਵਿਧਵਾ ਔਰਤਾਂ ਨੂੰ ਨਿਮੰਤਰਣ ਦੇ ਕੇ ਭੰਡਾਰਾ ਛਕਾਤਾ। ਸੋ ਦੋਹਰਾ ਵੀ ਹੈ ਕਿ ਆਪੋ ਆਪਣੇ ਮਤ ਕੀ ਸਭੀ ਮਨਾਵੇ ਟੇਕ, ਸਭ ਵਿਧਵਾ ਨੂੰ ਨਿਉਤਾ ਦੀਆ ਮਨ ਮੇ ਧਾਰ ਵਿਵੇਕ। ਜਿਸ ਵੇਲੇ ਮਾਈ ਨੇ ਉਹਨਾਂ ਸਾਧੂਆਂ ਦਾ ਸਾਰਾ ਹਾਲ ਕਬੀਰ ਜੀ ਨੂੰ ਜਾ ਕੇ ਦੱਸਿਆ ਤਾਂ ਕਬੀਰ ਜੀ ਨੇ ਉਸ ਵਕਤ ਇਹ ਉਪਦੇਸ਼ ਕੀਤਾ, ਜੋਗੀ ਕਹਿ ਜੋਗ ਫਲ ਮੀਠਾ ਅਵਰ ਨਾ ਦੂਜਾ ਭਾਈ। ਗੋਰਖ ਮਤ ਦੇ ਜੋਗੀ ਕਹਿੰਦੇ ਕਿ ਜੋਗ ਭੇਖ ਹੀ ਸਭ ਤੋਂ ਉੱਤਮ ਹੈ ਤੇ ਮਿੱਠਾ ਪਿਆਰਾ ਹੈ ਭਾਈ, ਇਸ ਵਰਗਾ ਹੋਰ ਕੋਈ ਦੂਜਾ ਭੇਖ ਉੱਤਮ ਨਹੀਂ। 10ਵੇਂ ਪਾਤਸ਼ਾਹ ਨੇ ਬਚਿੱਤਰ ਨਾਟਕ ਵਿੱਚ ਸਾਰਾ ਕੁਝ ਲਿਖਿਆ ਹੋਇਆ। ਉਹ ਕਥਾ ਆਪਾਂ ਪਹਿਲਾਂ ਭਰੀ ਵੀ ਹੋਈ ਹੈ 10ਵੇਂ ਪਾਤਸ਼ਾਹ ਦੇ ਆਉਣ ਦੇ ਸਮੇਂ ਦੀ, ਅਵਤਾਰ ਦਿਹਾੜੇ ਤੇ। ਰੁੰਡਿਤ ਮੁੰਡਿਤ ਏਕੈ ਸ਼ਬਦੀ ਏਕ ਹੈ ਸਿੱਧ ਪਾਈ। ਰੁੰਡਿਤ ਹੁੰਦਾ ਸਰੇਵੜੇ, ਮੁੰਡਿਤ ਹੁੰਦਾ ਪਰਮਹੰਸ, ਏਕੈ ਸ਼ਬਦੀ ਹੁੰਦਾ ਇੱਕ ਅਲੱਖ ਦੇ ਜਗਾਉਣ ਵਾਲੇ। ਘਰ ਦੇ ਬਾਹਰ ਖੜ ਕੇ ਕਹਿਣਗੇ ਅਲਖ ਨਿਰੰਜਨ। ਸੋ 1 ਲੱਖ ਦੇ ਜਗਾਉਣ ਵਾਲੇ, ਅਲਖ ਦੇ ਜਗਾਉਣ ਵਾਲੇ, ਇਹ ਸਾਰੇ ਇਸ ਤਰ੍ਹਾਂ ਕਹਿੰਦੇ। ਇੱਥੇ ਅਲਖ, ਸੋ ਅਲਖ ਦੀਵਾ ਜਗਾਉਣਾ, ਅਸਵਾ ਆਵਾਜ਼ ਦੇਣੀ ਹੈ। ਸਾਰੇ ਇਸ ਤਰ੍ਹਾਂ ਕਹਿੰਦੇ ਕਿ ਅਸੀਂ ਨਹੀਂ ਸਿੱਧ ਤੋਂ ਭਾਵ ਦੀ ਮੁਕਤੀ ਦੀ ਪ੍ਰਾਪਤੀ ਕੀਤੀ ਹੈ, ਹੋਰ ਕਿਸੇ ਨੂੰ ਮੁਕਤੀ ਮਿਲੀ ਵੀ ਨਹੀਂ। ਸਭ ਸਾਲਾ ਹੈ ਆਪ ਕੋ ਵੱਡੋ ਵਡੇਰੀ ਹੋਏ, ਗੁਰ ਬਿਨ ਆਪ ਨਾ ਚੀਨੀਆਂ ਕਹੇ ਸੁਣੇ ਕਿਆ ਹੋਏ। ਸੋ ਸਰੇਵੜੇ ਉਹ ਹਨ ਜੋ ਜਗਿਆਸੂ ਨੂੰ ਆਪਣਾ ਸ਼ਿਸ਼ ਕਰਨ ਵੇਲੇ, ਭਾਵ ਚੇਲਾ ਬਣਾਉਣ ਵੇਲੇ ਸਿਰ ਦੇ 'ਚ ਸੁਆਹ ਪਾ ਕੇ ਵਾਲ ਪੁੱਟਦੇ, ਕਹਿੰਦੇ ਨੇ ਪ੍ਰੇਮ ਚਟਾਕਾ। ਅੱਗੋਂ ਚੇਲਾ ਕਹਿੰਦਾ ਆਪ ਸੁਖ ਜਾਤਾ। ਇਹ ਪਿੱਛੇ ਆਪਾਂ 150 ਅੰਗ ਤੇ ਕਥਾ ਕਰੇ ਆਏ ਹਾਂ ਸਰੇਵੜਿਆਂ ਦੀ, ਉੱਥੇ ਸਾਰਾ ਦੇਖ ਲੈਣਾ ਚਾਹੀਦਾ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਦੱਸਦੇ 149 ਅੰਗ ਤੋਂ ਲੈ ਕੇ 50 ਵੱਲ ਨੂੰ ਸਾਰਾ ਦੱਸਿਆ ਹੈ ਚਾਟੜਿਆਂ ਦਾ। ਸੋ ਇਸ ਕਰਕੇ ਹਰ ਬਿਨ ਭਰਮ ਭੁਲਾਨੇ ਅੰਧਾ, ਜਾਪ ਹੈ ਜਾਉ ਆਪ ਛੁਟਕਾਵਨ ਤੇ ਬਾਂਧੇ ਬਹੁ ਫੰਦਾ ਰਹਾਉ। ਅੰਧੇ ਅਗਿਆਨੀਆਂ ਦਾ ਪੁੰਜ ਹਰੀ ਤੋਂ ਬਿਨਾਂ ਭਰਮ ਵਿੱਚ ਭੁੱਲਿਆ ਫਿਰਦਾ। ਜਾਪ ਹੈ ਹੁੰਦਾ ਜਿਨ੍ਹਾਂ ਦੇ ਪਾਸ ਆਪਣੇ ਆਪ ਨੂੰ ਧੰਦਿਆਂ ਤੋਂ ਜਾਂ ਜਮਾਂ ਤੋਂ ਛੁਡਾਉਣ ਵਾਸਤੇ ਜਾਈਏ। ਅੱਗੋਂ ਭੇਖੀ ਸੰਤ ਆਪ ਹੀ ਬਹੁਤੇ ਫੰਦਿਆਂ ਵਿੱਚ ਫੰਦੇ ਨਿਗਾਹ ਆਉਂਦੇ ਨੇ। ਕਹਿੰਦੇ ਇਹ ਤਾਂ ਆਪ ਬੰਧਿਓ ਜੈਸੇ ਗੱਡ ਕੋ ਜੂੜੋ। ਕਹਿੰਦੇ ਆਪ ਤਾਂ ਐਂ ਬੰਨਿਆ ਜਿਵੇਂ ਗੱਡੇ ਦਾ ਜੂੜਾ ਬੰਨਿਆ ਹੁੰਦਾ। ਵਿਸ਼ਰਾਮ ਦੇ ਕੇ ਕਹਿੰਦੇ ਨੇ 12 ਮੈਂ ਰਾਵਲ ਖੱਪ ਜਾਵ ਹੈ, 4 ਮੈਂ ਸੰਨਿਆਸੀ। 1332 ਅੰਗ ਤੇ ਇਹ ਫਰਮਾਨ ਹੈ ਮਹਾਰਾਜ। ਜੋਗੀ ਕਾਪੜੀਆ ਸਿਰ ਖੂਥੇ, ਬਿਨ ਸ਼ਬਦ ਗਲ ਫਾਂਸੀ। ਜਹ ਤੇ ਉਪਜੀ ਤਹੀਂ ਸਮਾਨੀ, ਇਹ ਵਿਦ ਬਿਸਰੀ ਤਬ ਹੀ। ਪੰਡਿਤ ਗੁਣੀ ਸੂਰ ਹਮ ਦਾਤੇ, ਇਹ ਕਹਿ ਵੱਡ ਹਮ ਹੀ। ਹੁਣ ਪੰਡਿਤ ਕਹਿੰਦੇ ਨੇ ਅਸੀਂ ਸਭ ਤੋਂ ਵੱਡੇ ਹਾਂ, ਗੁਣੀ ਕਹਿੰਦੇ ਨੇ ਅਸੀਂ ਸਭ ਤੋਂ ਵੱਡੇ ਹਾਂ, ਸੂਰਬੀਰ ਕਹਿੰਦੇ ਨੇ ਅਸੀਂ ਵੱਡੇ ਹਾਂ, ਦਾਤੇ ਕਹਿੰਦੇ ਅਸੀਂ ਵੱਡੇ ਹਾਂ।
ਸੋ ਮਹਾਰਾਜ ਨੇ ਬਚਨ ਕੀਤਾ ਨਾ ਕਿ ਹਮ ਬੜ ਕਬ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਭੈ ਨਾ ਨਾਸੀ। ਸਭ ਕੋ ਉੱਚਾ ਆਖੀਐ, ਨੀਚ ਨਾ ਦੀਸੈ ਕੋਇ। ਜੋਗੀ ਕਹਿੰਦੇ ਹਨ ਅਸੀਂ ਵੱਡੇ ਹਾਂ, ਸਰੇਵੜੇ ਕਹਿੰਦੇ ਹਨ ਅਸੀਂ ਸਭ ਤੋਂ ਸ੍ਰੇਸ਼ਟ ਹਾਂ, ਪਰਮਹੰਸ ਕਹਿੰਦੇ ਨੇ ਅਸੀਂ ਉੱਤਮ ਹਾਂ। ਲੇਕਿਨ ਭਾਈ ਇਹ ਵਿਧ ਵਿਸਰੀ ਜਾਵੀ, ਜਿਸ ਵੇਲੇ ਹੰਗਤਾ ਮਮਤਾ ਵਾਲੀ ਵਿਧੀ ਵਿਸਰ ਗਈ ਨਾ, ਤਾਂ ਜਹ ਤੇ ਉਪਜੀ ਤਹੀਂ ਸਮਾਨੀ ਤਬਹੀ। ਜਿਸ ਬ੍ਰਹਮ ਤੋਂ ਜੀਵ ਰੂਪ ਇਸਤਰੀ ਉਤਪੰਨ ਹੋਈ ਹੈ, ਉਹਦੇ 'ਚ ਹੋਈ ਸੀ ਨਾ ਉਤਪੰਨ ਜੀਵ ਰੂਪ ਇਸਤਰੀ, ਉਸੇ ਬ੍ਰਹਮ ਦੇ ਵਿੱਚ ਇਹ ਜੀਵ ਉਸੇ ਵੇਲੇ ਹੀ ਅਭੇਦ ਹੋ ਜਾਂਦੀ, ਸਮਾ ਜਾਂਦੀ ਹੈ, ਲੀਨ ਹੋ ਜਾਂਦੀ ਹੈ। ਜਿਸ ਹੈ ਬੁਝਾਏ ਸੋਈ ਬੂਝੈ, ਬਿਨ ਬੂਝੇ ਕਿਉਂ ਰਹੀ ਹੈ। ਸਤਿਗੁਰ ਮਿਲੈ ਅੰਧੇਰਾ ਚੂਕੈ, ਇਨ ਵਿਦ ਮਾਨੁਖ ਲਹੀ ਹੈ। ਉਹ ਪਰਮੇਸ਼ਰ ਗੁਰੂ ਰੂਪ ਹੋ ਕੇ ਜਿਹਨੂੰ ਇਹ ਭੇਦ ਬੁਝਾਏ ਤੋਂ ਭਾਵ ਸਮਝਾਉਂਦਾ ਹੈ, ਉਹੀ ਪੁਰਸ਼ ਬੁਝਦਾ, ਸਮਝ ਜਾਂਦਾ। ਸੋ ਗੁਰਾਂ ਪਾਸੋਂ ਬੁੱਝੇ ਤੋਂ ਬਿਨਾਂ ਹੰਕਾਰ ਆਦਿਕਾਂ ਵੱਲੋਂ ਕਿਵੇਂ ਰਹਿ ਸਕਦਾ? ਸੋ ਜਨਮ ਮਰਨ ਵੱਲੋਂ ਕੈਸੇ ਰਹਿ ਸਕਦਾ? ਸਤਿਗੁਰੂ ਮਿਲ ਜਾਣ ਤਾਂ ਗਿਆਨ ਰੂਪ ਹਨੇਰਾ ਦੂਰ ਹੁੰਦਾ ਹੈ। ਇਸ ਤਰੀਕੇ ਦੇ ਨਾਲ ਨਾ ਇਹ ਮਾਨਕ ਰੂਪ ਪਰਮੇਸ਼ਰ ਨੂੰ ਲੱਭ ਲੈਂਦਾ। ਤਾਜ ਬਾਵੇ ਦਾਹਨੇ ਵਿਕਾਰਾ, ਹਰ ਪਦ ਦ੍ਰਿੜ ਕਰ ਰਹੀ ਹੈ। ਸਾਰੇ ਵਿਕਾਰਾਂ ਨੂੰ ਹੁੰਦਾ ਬਾਵੇ ਦਾਹਨੇ ਹੁੰਦਾ ਖੱਬੇ ਸੱਜੇ, ਬਾਇਆਂ ਤੇ ਦਾਹਿਨਾ ਹੱਥ, ਤੇ ਲੈਫਟ ਰਾਈਟ, ਖੱਬੇ ਸੱਜੇ ਭਾਵ ਇੱਧਰ ਉੱਧਰ ਤਿਆਗ ਕੇ ਹਰੀ ਪਦ ਨੂੰ ਦ੍ਰਿੜ ਕਰ ਰਹੀ ਏ। ਬਾਵੇ ਹੁੰਦਾ ਖੱਬੇ, ਸੋ ਖੱਬੇ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਖੱਬੇ ਪਾਸੇ, ਕਿਉਂਕਿ ਮੁਸਲਮਾਨੀ ਮਤ ਅਨੁਸਾਰ ਖੱਬੇ ਪਾਸੇ ਪਾਪ ਰਹਿੰਦੇ, ਸੱਜੇ ਪਾਸੇ ਪੁੰਨ ਰਹਿੰਦੇ ਨੇ। ਸੋ ਖੱਬੇ ਤੋਂ ਭਾਵ ਵਿਸ਼ੇ ਵਿਕਾਰਾਂ ਨੂੰ ਤਿਆਗ ਕੇ ਦਾਹਨੇ ਹੁੰਦਾ ਸੱਜੇ ਜੋ ਹਰੀ ਪਦ ਹੈ ਉਹਨੂੰ ਦ੍ਰਿੜ ਕਰ ਰਹੀਏ, ਨਿਸ਼ਚਿਤ ਕਰਕੇ ਗ੍ਰਹਿਣ ਕਰ ਲਈਏ। ਬਾਵੇ ਹੁੰਦਾ ਪਾਪ ਤੇ ਦਾਹਨੇ ਪੁੰਨ, ਇਹਨਾਂ ਦੋਹਾਂ ਪਾਪਾਂ ਪੁੰਨਾਂ ਨੂੰ ਵਿਕਾਰ ਰੂਪ ਜਾਣ ਕੇ ਤਿਆਗਣਾ ਕਰੀਏ, ਕਿਉਂਕਿ ਪਾਪ ਲੋਹੇ ਦੀ ਬੇੜੀ ਹੈ ਤੇ ਪੁੰਨ ਸੋਨੇ ਦੀ ਬੇੜੀ ਹੈ। ਬੰਧਨ ਵਿੱਚ ਦੋਨੋਂ ਹੀ ਹੈ, ਇੱਕੋ ਹੀ ਰੂਪ ਹੈ ਦੋਨੋਂ। ਬੰਧਨ ਰੂਪ ਸੋਨੇ ਦੀ ਬੇੜੀ ਹੋਈ ਕਿ ਲੋਹੇ ਦੀ ਬੇੜੀ ਹੋਈ। ਸੋ ਪਾਪ ਬੇੜੀ ਹੈ ਲੋਹੇ ਕੀ, ਪੁੰਨ ਸਵਰਨ ਕੀ ਜਾਨ, ਦੋਨੋਂ ਬੰਧਨ ਰੂਪ ਹੈ, ਨਿਸ਼ਚੇ ਲਿਹੋ ਪਛਾਨ। ਕਿਉਂਕਿ ਇਸ ਗੱਲ ਨੂੰ ਆਪਾਂ ਦੱਸ ਚੁੱਕੇ ਹਾਂ ਕਿ ਇਹ ਜਿਹੜਾ ਬਹੁਤ ਜ਼ਰੂਰੀ ਹੈ ਕਿ ਪਾਪ ਅਤੇ ਪੁੰਨ ਜਿਹੜੇ ਨੇ ਇਹ ਦੋਨੋਂ ਨਹੀਂ ਤਾਰਦੇ। ਤਾਰ ਦੀ ਚੀਜ਼ ਜਿਹੜੀ ਹੈ ਉਹ ਹੈ ਨਾਮ। ਨਾਮ ਜਪਣ ਨਾਲ ਸਾਰੀ ਕਿਰਪਾ ਹੁੰਦੀ ਹੈ। ਕਹੋ ਕਬੀਰ ਗੂੰਗੈ ਗੁੜ ਖਾਇਆ, ਪੁੱਛੇ ਤੇ ਕਿਆ ਕਹੀ ਹੈ। ਕਬੀਰ ਜੀ ਕਥਨ ਕਰਦੇ ਨੇ ਉਸ ਬ੍ਰਹਮ ਦਾ ਆਨੰਦ ਇਉਂ ਹੈ ਜਿਵੇਂ ਗੂੰਗੇ ਨੇ ਗੁੜ ਖਾਧਾ ਜਾਂ ਕੋਈ ਮਿੱਠੀ ਚੀਜ਼ ਮਠਿਆਈ ਖਾਧੀ, ਤਾਂ ਜਿਹਨੇ ਚਾਖੀ ਸੋਈ ਜਾਣਾ ਗੂੰਗੇ ਕੀ ਮਿਠਿਆਈ। ਰਤਨ ਲੁਕਾਇਆ ਲੁਕੈ ਨਾਹੀਂ, ਜੇ ਕੋ ਰੱਖਿਆ ਲੁਕਾਈ। ਇਹ ਉਹਦਾ ਸਵਾਦ ਕੋਈ ਪੁੱਛੇ ਗੂੰਗਾ ਕੀ ਦੱਸ ਸਕਦਾ? ਹੱਸ ਕੇ ਦੱਸ ਸਕਦਾ, ਸਿਰ ਹਿਲਾ ਸਕਦਾ। ਕਹਿੰਦੇ ਇਉਂ ਹੀ ਹਰੀ ਪਦ ਨੂੰ ਦ੍ਰਿੜ ਰੱਖਣ ਦਾ ਜੋ ਸਵਾਦ ਹੈ ਉਹ ਕਿਸੇ ਪਾਸੋਂ ਕਿਹਾ ਨਹੀਂ ਜਾ ਸਕਦਾ। ਰਾਗ ਗੌੜੀ ਪੂਰਬੀ ਕਬੀਰ ਜੀ। ਸੋ ਇਹ ਪੂਰਬੀ ਜਾਤੀ ਦਾ ਸ਼ਬਦ ਹੈ ਜਿਹੜਾ ਇੱਕ ਸ਼ਬਦ ਉਚਾਰਨ ਲੱਗੇ ਨੇ ਕਬੀਰ ਜੀ, ਏਕਾ ਲਾਇਆ ਥੱਲੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਓੰਕਾਰ ਜੋ ਕੇਵਲ ਇੱਕੋ ਇੱਕ ਹੈ, ਸਤਿਗੁਰ ਦੀ ਪ੍ਰਸਾਦ ਕਿਰਪਾ ਦੁਆਰਾ ਬਖਸ਼ਿਸ਼ ਹੁੰਦੀ ਹੈ। ਸੋ ਇੱਕ ਪ੍ਰਾਣਾਯਾਮ ਦੇ ਕਰਨ ਵਾਲੇ ਜੋਗੀ ਸਾਹਿਬ ਕਬੀਰ ਜੀ ਦੇ ਪਰਮ ਮਿੱਤਰ ਸੀ ਬੜੇ। ਉਹ ਆਪਸ ਵਿੱਚ ਵਾਰੋ ਵਾਰੀ ਇੱਕ ਦੂਜੇ ਕੋਲ ਆਉਂਦੇ ਜਾਂਦੇ, ਮਿਲਿਆ ਕਰਦੇ, ਬੜਾ ਪਿਆਰ ਬਣ ਗਿਆ। ਕਿਉਂਕਿ ਕਬੀਰ ਜੀ ਨੇ ਜੋਗੀ ਪਾਸੋਂ ਹਠ ਯੋਗ ਦੀ ਪ੍ਰਕਿਰਿਆ ਸਿੱਖੀ ਸੀ ਅਤੇ ਜੋਗੀ ਨੇ ਕਬੀਰ ਪਾਸੋਂ ਭਗਤੀ ਯੋਗ ਦੀ ਪ੍ਰਕਿਰਿਆ ਸਿੱਖੀ ਸੀ। ਸੋ ਹੁਣ ਕਬੀਰ ਜੀ ਦੇ ਕੋਲ ਜੋਗੀ ਜੀ ਦੇ ਆਉਣ ਦੀ ਵਾਰੀ ਸੀ। ਅੱਜ ਜਦੋਂ ਆਏ ਨਾ, ਸੋ ਬੜਾ ਉਡੀਕਿਆ ਵੀ ਅੱਜ ਕੀ ਗੱਲ ਆਏ ਨਹੀਂ। ਬੜੀ ਖੁਸ਼ੀ ਹੁੰਦੀ ਸੀ ਮਿਲ ਕੇ ਆਪਸ ਵਿੱਚ। ਚਿੰਤਾਤਰ ਹੋ ਕੇ ਵਿਚਾਰਿਆ ਵੀ ਜੋਗੀ ਨੇ ਅੱਜ ਕੋਈ ਨਾਗਾ ਨਹੀਂ ਅਜੇ ਤੱਕ ਪਾਇਆ, ਅੱਜ ਕਿਉਂ ਨਾਗਾ ਪਾਇਆ? ਕੀ ਕਾਰਨ ਬਣ ਗਿਆ? ਕੋਈ ਇਹੋ ਜਿਹਾ ਕੰਮ ਪੈ ਗਿਆ ਜਾਂ ਬਿਮਾਰ ਹੋ ਗਏ ਜਿਸ ਕਰਕੇ ਨਹੀਂ ਆਏ? ਚਲੋ ਆਪ ਚੱਲ ਕੇ ਪਤਾ ਲੈ ਆਉਂਦੇ ਆ। ਜਦੋਂ ਕਬੀਰ ਜੀ ਕਈ ਤਰ੍ਹਾਂ ਦੀਆਂ ਵਿਚਾਰਾਂ ਗਿਣਦੇ ਹੋਏ ਜੋਗੀ ਦੇ ਘਰ ਪਹੁੰਚੇ ਤਾਂ ਵੇਖਿਆ ਜੋਗੀ ਸਾਹਿਬ ਤਾਂ ਸੰਸਾਰ ਤੋਂ ਚਲਾਣਾ ਹੀ ਕਰ ਗਏ। ਉੱਥੇ ਹੀ ਬੈਠ ਕੇ ਬੜਾ ਕਰੁਣਾ ਰਸ ਵਿੱਚ ਕਬੀਰ ਜੀ ਨੇ ਇੱਕ ਗੌੜੀ ਰਾਗ ਤੇ ਦੂਜਾ ਆਸਾ ਰਾਗ ਵਿੱਚ ਗਗਨ ਨਗਰ ਇੱਕ ਬੂੰਦ ਨਾ ਵਰਖਾ ਵਾਲਾ ਸ਼ਬਦ, ਇਹ ਦੋ ਸ਼ਬਦ ਉੱਥੇ ਜੋਗੀ ਜੀ ਕੋਲੇ ਉਚਾਰਨ ਕੀਤੇ ਸੀ। ਸੋ ਪਹਿਲਾ ਭਾਵ ਅਰਥ ਇਸ ਪ੍ਰਕਾਰ ਕਰਦੇ ਹਨ। ਜਹ ਕਛ ਆਹਾ ਤਹਾਂ ਕਿਛ ਨਾਹੀ, ਪੰਜ ਤਤ ਤਹ ਨਾਹੀ। ਜਹ ਹੁੰਦਾ ਜਿਸ ਜਗ੍ਹਾ ਕੁਝ ਗਦੈਲੇ ਤਕੀਏ ਵਗੈਰਾ ਵਿਛੇ ਹੋਏ ਸੀ, ਸੋ ਉਹ ਜਗ੍ਹਾ ਹੁਣ ਕੋਈ ਵੀ ਨਹੀਂ ਹੈ। ਹੋਰ ਭਲਾ ਕੀ ਕਹਿਣਾ, ਪੰਜਾਂ ਤੱਤਾਂ ਦੀ ਰਚਤ ਦੇਹ ਵੀ ਉਹ ਜਗ੍ਹਾ ਤੇ ਨਹੀਂ, ਕਿਉਂਕਿ ਜੋਗੀ ਦੇ ਮਰ ਜਾਣ ਨਾਲ ਚੇਲੇ ਬਾਲਿਆਂ ਨੇ ਉਹ
ਤਕੀਏ ਵਗੈਰਾ ਸਾਰੇ ਚੁੱਕ ਦਿੱਤੇ ਵੀ ਹੁਣ ਇੱਥੇ ਕਿਹੜਾ ਬਹਿਣਾ ਕਿਸੇ ਨੇ, ਕਿਉਂ ਬਾਬਾ ਜੀ ਦੀ ਥਾਂ ਤੇ ਕੋਈ ਹੋਰ ਨਾ ਬਹਿ ਜੇ। ਅਤੇ ਸਰੀਰ ਵੀ ਹੋਰ ਜਗ੍ਹਾ ਦੇ ਉੱਤੇ ਰੱਖਿਆ ਹੋਇਆ ਸੀ। ਜਿਸ ਜਗ੍ਹਾ ਕੁਝ ਬਚਨ ਵਿਲਾਸ ਮੰਗਲਾਚਾਰ ਵਗੈਰਾ ਹੁੰਦੇ ਸੀ, ਸੋ ਉਸ ਜਗ੍ਹਾ ਹੁਣ ਕੁਝ ਵੀ ਨਹੀਂ ਹੈ। ਹੁਣ ਤਾਂ ਸਿਰਫ ਰੋਣੇ ਪਿੱਟਣੇ ਚਾਰੇ ਪਾਸੇ ਹੋ ਰਹੇ ਸੀ। ਹੋਰ ਕੀ ਆਖਣਾ, ਪੰਜਾਂ ਤੱਤਾਂ ਰਚਿਤ ਦੇਹ ਵੀ ਉੱਥੇ ਨਹੀਂ ਸੀ, ਉਹ ਵੀ ਅੰਦਰ ਰੱਖੀ ਹੋਈ ਸੀ। ਏੜਾ ਪਿੰਗੁਲਾ ਸੁਖਮਨ ਬੰਦੇ ਇਹ ਅਵਗਨ ਕਤ ਜਾਹੀ। ਈੜਾ ਹੁੰਦੀ ਸੱਜੀ ਸੁਰ ਦੁਆਰਾ ਪ੍ਰਾਣਾਂ ਦਾ ਚੜਾਉਣਾ ਹੁੰਦਾ, ਇਹ ਯਾਦ ਰੱਖਣਾ ਪੈਂਦਾ। ਈੜਾ ਸੱਜੀ ਸੁਰ ਨੂੰ ਕਹਿੰਦੇ ਨੇ, ਪਿੰਗੁਲਾ ਕਹਿੰਦੇ ਖੱਬੀ ਸੁਰ ਨੂੰ। ਸੋ ਇਸੇ ਪ੍ਰਕਾਰ ਜਾਂ ਜਿਹੜੀ ਹੁੰਦੀ ਹੈ ਚੰਦਰਮਾ ਦੀ ਸੁਰ, ਸੂਰਜ ਦੀ ਸੁਰ ਸੱਜੀ। ਸੋ ਇਸ ਪ੍ਰਕਾਰ ਖੱਬੀ ਤੇ ਸੱਜੀ, ਖੱਬੀ ਸੁਰ ਦੁਆਰਾ ਪ੍ਰਾਣਾਂ ਦਾ ਉਤਾਰਨਾ ਤੇ ਸੁਖਮਨਾ ਨਾੜੀ ਵਿੱਚ ਪ੍ਰਾਣਾਂ ਦਾ ਠਹਿਰਾਉਣਾ। ਪੂਰਕ ਕੁੰਭਕ ਰੇਚਕ ਵੀ ਇਹਨਾਂ ਨੂੰ ਕਹਿੰਦੇ। ਪੂਰਕ ਹੁੰਦਾ ਚੜਾਉਣਾ, ਕੁੰਭਕ ਟਿਕਾਉਣਾ, ਰੇਚਕ ਹੁੰਦਾ ਉਤਾਰਨਾ। ਇਸ ਤਰ੍ਹਾਂ ਦਾ ਜੋ ਬੰਦੇ ਨਿਯਮ ਕਰਦੇ ਸੀ, ਭਾਵ ਬੰਦੇ ਦਾ ਅਰਥ ਹੈ ਬੰਧੇਜ, ਨਿਯਮ ਕਰਦੇ ਸੀ, ਉਹ ਆਵ ਹੁੰਦਾ ਵਿਸ਼ੇਸ਼ ਕਰਕੇ ਇਸ ਗਨ ਗਿਣਤੀ ਦਾ ਕੁਝ ਪਤਾ ਨਹੀਂ ਜੋ ਕਿੱਥੇ ਚਲੀ ਗਈ। ਤਾਗਾ ਟੂਟਾ ਗਗਨ ਬਿਨਸ ਗਿਆ ਤੇਰਾ ਬੋਲਤ ਕਹਾਂ ਸਮਾਈ। ਤਾਗਾ ਹੁੰਦਾ ਨੇਤੀ ਧੋਤੀ ਕਰਨੇ ਰੂਪ ਤਾਗਾ। ਤਾਗਾ ਬਣਾ ਕੇ ਨਾਸਕਾਂ ਵਿੱਚ ਪਾ ਕੇ ਪ੍ਰਾਣਾਂ ਦੇ ਬਲ ਨਾਲ ਉੱਪਰ ਚੜਾਉਣਾ ਤੇ ਮੂੰਹ ਨਾਲ ਕੱਢ ਕੇ ਫਿਰ ਦੋਵੇਂ ਸਿਰੇ ਫੜ ਕੇ ਨਾੜੀ ਦੀ ਸਫਾਈ ਕਰਨੀ, ਇਹਨੂੰ ਨੇਤੀ ਕਹਿੰਦੇ ਆ। ਇੱਕ ਹੁੰਦਾ ਬਰੀਕ ਕੱਪੜਾ 3 ਉਂਗਲ ਚੌੜਾ ਤੇ 15 ਕੁ ਹੱਥ ਲੰਮਾ, ਕੋਸੇ ਪਾਣੀ ਵਿੱਚ ਭਿਉਂ ਕੇ ਇੱਕ ਇੱਕ ਹੱਥ ਰੋਜ਼ ਨਿਗਲਣ ਦਾ ਅਭਿਆਸ ਕਰਨਾ ਤੇ 15 ਦਿਨਾਂ ਵਿੱਚ ਸਾਰਾ ਅੰਦਰ ਲੰਘਾ ਜਾਣਾ। ਪਿਛਲਾ ਸਿਰਾ ਦੰਦਾਂ ਵਿੱਚ ਦੱਬ ਕੇ ਰੱਖਣਾ ਤੇ ਹੌਲੀ ਹੌਲੀ ਮੂੰਹੋਂ ਬਾਹਰ ਕੱਢਣਾ। ਇਸ ਤਰ੍ਹਾਂ ਅੰਦਰਲੀਆਂ ਸਭ ਨਾੜੀਆਂ ਸਾਫ਼ ਕਰਨੀਆਂ, ਇਹਨੂੰ ਧੋਤੀ ਕਹਿੰਦੇ ਨੇ। ਕਹਿੰਦੇ ਤਾਗਾ ਟੂਟਾ ਗਗਨ ਬਿਰਸ ਗਿਆ। ਤਾਗਾ ਹੁੰਦਾ ਨੇਤੀ ਧੋਤੀ ਕਰਨੇ ਰੂਪ ਤਾਗਾ, ਜਾਂ ਪ੍ਰਾਣਾਯਾਮ ਰੂਪ ਤਾਗਾ ਟੁੱਟ ਗਿਆ। ਗਗਨ ਹੁੰਦਾ ਦਸਮ ਦੁਆਰ ਵੀ ਨਾਸ ਹੋ ਗਿਆ। ਆਪਾਂ ਪਹਿਲਾਂ ਵੀ ਇਹਦਾ ਅਰਥ ਕੀਤਾ ਸੀ ਨਾ ਗਗਨ ਦਾ, ਤੋ ਇਸ ਕਰਕੇ ਯਾਦ ਰੱਖਣਾ। ਸੋ ਘਟਾਕਾਸ਼, ਮਟਾਕਾਸ਼, ਮੇਘਾਕਾਸ਼ ਆਦਿਕ ਵਿੱਚ ਇਹਦੇ ਅਚਿਦਾਕਾਸ਼ ਵਿੱਚ ਅਰਥ ਆਉਣਾ। ਗਗਨ ਦਸਮ ਦੁਆਰ, ਪਹਿਲਾਂ ਵੀ ਆਪਾਂ ਗਗਨ ਦਾ ਅਰਥ ਕਰ ਚੁੱਕੇ ਹਾਂ ਇੱਕ ਵਾਰ ਦਸਮ ਦੁਆਰ ਬਾਰੇ। ਤੋ ਜਾਂ ਹਿਰਦੇ ਵਿੱਚ ਵੀ ਹਿਰਦਾ ਆਕਾਸ਼ ਵੀ ਕਿਹਾ ਜਾਂਦਾ, ਉੱਥੇ ਵੀ ਖਾਲੀ ਥਾਂ ਹੋਣ ਕਰਕੇ ਕਹਿੰਦੇ ਨੇ। ਦਸਮ ਦੁਆਰ ਵੀ ਨਾਸ ਹੋ ਗਿਆ। ਇਹ ਜੋਗੀ ਤੇਰਾ ਮਿੱਠਾ ਬੋਲ ਵੀ ਪਤਾ ਨਹੀਂ ਕਿੱਧਰ ਸਮਾ ਗਿਆ ਹੁਣ, ਜੋ ਹਰ ਇੱਕ ਆਏ ਗਏ ਨੂੰ ਆਪ ਬੜਾ ਹੀ ਮਿੱਠਾ ਬੋਲਦੇ ਸੀ। ਆਓ ਜੀ ਪਿਆਰਿਓ, ਆਓ ਜੀ ਮਾਧੋ ਜੀ, ਆਓ ਭਗਵਾਨ ਜੀ, ਆਓ ਪਰ ਬ੍ਰਹਮ ਜੀ, ਆਜੋ ਬੈਠੋ ਜੀ ਪਰਮੇਸ਼ਰ ਜੀ। ਬਹੁਤ ਮਿੱਠੀਆਂ ਮਿੱਠੀਆਂ ਬਚਨ ਕਹਿੰਦੇ ਸੀ। ਪਾਰ ਬ੍ਰਹਮ ਪਰਮੇਸ਼ਰ ਮਾਧੋ ਪਰਮਹੰਸ ਲੈ ਸੁਧਾਨਾ। ਬਾਬਾ ਬੋਲਤੇ ਤੇ ਕਹਾਂ ਗਏ। ਸੋ ਇਹ 480 ਅੰਗ ਤੇ ਕਬੀਰ ਜੀ ਦਾ ਸ਼ਬਦ ਅੱਗੇ ਚੱਲ ਕੇ ਫਿਰ ਸ਼ਰਵਣ ਕਰਾਂਗੇ। ਫਰਮਾਉਂਦੇ ਹਨ, ਇਹ ਸੰਸਾ ਮੋਕੋ ਅੰਦਨ ਵਿਆਪੈ ਮੋਕੋ ਕੋ ਨਾ ਕਹਿ ਸਮਝਾਈ ਰਹਾਓ। ਹੁਣ ਇਹ ਸੰਸਾ ਮੈਨੂੰ ਰਾਤ ਦਿਨ ਹੀ ਵਿਆਪ ਰਿਹਾ ਕਿ ਜਿਸ ਪ੍ਰਕਾਰ ਜੋਗੀ ਜੀ ਮੈਨੂੰ ਹਠ ਯੋਗ ਦੀ ਪ੍ਰਕਿਰਿਆ ਦੱਸਦੇ ਹਨ, ਹੁਣ ਉਸ ਤਰ੍ਹਾਂ ਮੋਕੋ ਮੈਨੂੰ ਕੋਈ ਵੀ ਸਮਝਾ ਕੇ ਨਹੀਂ ਕਹੇਗਾ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਜਹ ਬਰ ਪੰਡ ਪਿੰਡ ਤਹ ਨਾਹੀ ਰਚਨਹਾਰ ਤਹ ਨਾਹੀ। ਜਿੱਥੇ ਜੋਗੀ ਦੀ ਅੰਤਰਜਾਮਤਾ ਨਾਲ ਬ੍ਰਹਿਮੰਡਾਂ ਦੀ ਖਬਰ ਦੱਸਦੇ ਸੀ, ਇੱਥੇ ਹੁਣ ਕਹਿੰਦੇ ਇੱਕ ਪਿੰਡ ਦੀ ਵੀ ਖਬਰ ਕੋਈ ਨਹੀਂ ਦੱਸ ਸਕਦਾ, ਕਿਉਂਕਿ ਅੰਤਰਜਾਮਤਾ ਦੇ ਰਚਨ ਵਾਲਾ ਜੋਗੀ ਉਥੇ ਹੈ ਹੀ ਨਹੀਂ ਨਾ। ਜੋੜਨਹਾਰ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ। ਦਸਮ ਦੁਆਰ ਵਿੱਚ ਪ੍ਰਾਣਾਂ ਦੇ ਜੋੜਨ ਵਾਲਾ ਜੋਗੀ ਹੋਣ ਤੋਂ ਸਦਾ ਲਈ ਅਤੀਤਾ ਹੁੰਦਾ, ਰਹਿਤ ਹੋ ਚੁੱਕਾ ਹੈ। ਇਹ ਪ੍ਰਾਣਾਂ ਦਾ ਚਾੜਨਾ, ਉਤਾਰਨਾ, ਠਹਿਰਾਉਣਾ ਜੋਗੀ ਤੋਂ ਬਗੈਰ ਹੋਰ ਕਿਸ ਦੇ ਵਿੱਚ ਕਹੀਏ, ਭਾਵ ਹੋਰ ਕਿਸੇ ਦੇ ਵਿੱਚ ਨਹੀਂ ਕਿਹਾ ਜਾਂਦਾ। ਸੋ ਜਿਵੇਂ ਇਹ ਅਖੌਤ ਚਲੀ ਆ ਰਹੀ ਹੈ ਕਿ ਮਰਦ ਦੀ ਮਾਇਆ ਮਰਦ ਨਾਲ ਤੇ ਬ੍ਰਿਸ਼ ਦੀ ਛਾਇਆ ਬ੍ਰਿਸ਼ ਨਾਲ, ਕਹਿੰਦੇ ਉਵੇਂ ਜੋਗੀ ਦੀ ਪ੍ਰਕਿਰਿਆ ਜੋਗੀ ਦੇ ਨਾਲ ਹੀ ਚਲੀ ਗਈ। ਸੋ ਉਸ ਵੇਲੇ ਜੋਗੀ ਦੇ ਚੇਲਿਆਂ ਨੇ ਕਬੀਰ ਨੂੰ ਕਿਹਾ ਕਿ ਮਹਾਰਾਜ ਜੀ, ਆਪ ਵੀ ਹੁਣ ਸਰਬ ਕਲਾ ਸਮਰੱਥ ਹੋ, ਤੁਸੀਂ ਆਪਣੀ ਤਾਕਤ ਨਾਲ ਜੋਗੀ ਦੇ ਸਰੀਰ ਵਿੱਚ ਪ੍ਰਾਣ ਕਲਾ ਜੋੜ ਦਿਓ, ਤਾਂ ਫਿਰ ਵੈਸੇ ਦੇ ਵੈਸੇ ਹੀ ਆਨੰਦ ਮੰਗਲਾਚਾਰ ਹੋ ਜਾਣਗੇ। ਇਹ ਗੱਲ ਸੁਣ ਕੇ ਕਬੀਰ ਜੀ ਨੇ ਬਚਨ ਕਿਹਾ, ਇਹ ਪ੍ਰਾਣ ਕਲਾ ਪਰਾਰਬਧ ਦੇ ਅਨੁਸਾਰ ਹੁੰਦੀ ਹੈ, ਐ ਕਰਾਮਾਤ ਨਹੀਂ ਦਿਖਾਈ ਦੀ, ਇਸ ਤਰ੍ਹਾਂ ਨਹੀਂ ਹੁੰਦਾ। ਬਸ ਠੀਕ ਆ, ਹੁਣ ਚਲੇ ਗਏ, ਭਾਣਾ ਮੰਨੋ। ਜੋੜੀ ਜੁੜੈ ਨ ਤੋੜੀ ਟੂਟੈ ਜਬ ਲਗ ਹੋਏ ਵਿਨਾਸ਼ੀ। ਕਹਿੰਦੇ ਪ੍ਰਾਰਬਧ ਮੁੱਕ ਜਾਵੇ ਨਾ ਤਾਂ ਕਿਸੇ ਯਤਨ ਨਾਲ ਵੀ ਇਹ ਪ੍ਰਾਣ ਕਲਾ ਦੇਹ ਨਾਲ ਜੋੜੀ ਹੋਈ ਜੁੜ ਨਹੀਂ ਸਕਦੀ। ਜੇਕਰ ਪ੍ਰਾਰਬਧ ਹੈ ਤਾਂ ਪ੍ਰਾਣ ਕਲਾ ਦੇਹ ਨਾਲੋਂ ਤੋੜੀ ਹੋਈ ਟੁੱਟਦੀ ਨਹੀਂ।
ਤਾਂ ਤੇ ਜਦ ਤੱਕ ਇਹ ਦੇਹ ਸਥਿਤ ਹੋਵੇ ਤਬ ਤੱਕ ਇਹਨੂੰ ਵਿਨਾਸ਼ੀ ਹੁੰਦਾ, ਨਾਸ ਰੂਪੀ ਨਿਸ਼ਚੈ ਕਰੋ। ਫਿਰ ਇਸੇ ਪ੍ਰਕਾਰ ਵਿਚਾਰ ਹੈ, ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸ ਮਾਹੀ। ਇਸ ਦੇਹ ਦੇ ਜੋੜਨ ਵਾਲਾ ਸਾਖੀ ਚੇਤਨ ਤਾਂ ਸਦਾ ਹੀ ਅਸੰਗ ਹੈ, ਤਾਂ ਇਹ ਦੇਹ ਫਿਰ ਕਿਸ ਦੇ ਵਿੱਚ ਕਹੀਏ? ਉਸ ਸਾਖੀ ਚੇਤਨ ਵਿੱਚ ਕਲਪਤ ਕਹੀਏ। ਜੋੜੀ ਜੁੜੈ ਨਾ ਤੋੜੀ ਟੂਟੈ ਜਬ ਲਗ ਹੋਏ ਵਿਨਾਸ਼ੀ। ਇਹ ਦੇਹ ਚੇਤਨ ਨਾਲ ਜੋੜੀ ਹੋਈ ਜੁੜਦੀ ਨਹੀਂ, ਕਿਉਂਕਿ ਅਸਤ ਜੜ ਦੁੱਖ ਰੂਪ ਹੈ, ਅਤੇ ਚੇਤਨ ਨਾਲ ਤੋੜੀ ਹੋਈ ਟੁੱਟਦੀ ਨਹੀਂ, ਕਿਉਂਕਿ ਉਹਦੇ ਆਸਰੇ ਤੋਂ ਬਿਨਾਂ ਹੋਰ ਕੋਈ ਆਸਰਾ ਵੀ ਨਹੀਂ। ਸੋ ਜੀਵ ਨੂੰ ਚਾਹੀਦਾ ਹੈ ਕਿ ਜਦ ਤੱਕ ਚਾਰਾ ਚੱਲੇ ਉਦੋਂ ਤੱਕ ਇਹ ਦੇਹ ਦੀ ਬਿਨ ਆਸੀ ਆਸਾ ਤੋਂ ਬਿਨਾਂ ਹੋਵੇ। ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੀ। ਕੌਣ ਕੋਈ ਕਿਸੇ ਦਾ ਸਵਾਮੀ ਹੈ, ਕੌਣ ਕੋਈ ਕਿਸੇ ਦਾ ਸੇਵਕ ਹੈ, ਕੌਣ ਕੋਈ ਕਿਸੇ ਦੇ ਪਾਸ ਆਵੇਗਾ ਤੇ ਕੌਣ ਕੋਈ ਕਿਸੇ ਦੇ ਪਾਸ ਜਾਵੇਗਾ। ਕਹਿਣ ਤੋਂ ਭਾਵ ਹੁਣ ਸਾਡਾ ਆਉਣਾ ਜਾਣਾ ਰਹਿ ਚੁੱਕਿਆ, ਕਿਉਂਕਿ ਮਿੱਤਰਾਂ ਦੀ ਬਹਾਰ ਮਿੱਤਰਾਂ ਨਾਲ ਹੀ ਹੁੰਦੀ। ਹੁਣ ਸਾਡੇ ਮਿੱਤਰ ਜੋਗੀ ਜੀ ਚਲੇ ਗਏ ਨੇ। ਸੋ ਜੋਗੀ ਦੇ ਚੇਲਿਆਂ ਨੇ ਪੁੱਛਿਆ, ਹੁਣ ਜੋਗੀ ਜੀ ਦੀ ਲਿਵ ਕਿੱਥੇ ਲੱਗ ਰਹੀ ਹੈ? ਉੱਤਰ ਦਿੱਤਾ, ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ। ਕਬੀਰ ਜੀ ਕਥਨ ਕਰਦੇ, ਜੋਗੀ ਸਾਹਿਬ ਜੀ ਦੀ ਲਿਵ ਉਸ ਥਾਂ ਤੇ ਲੱਗ ਰਹੀ ਜਿੱਥੇ ਦਿਨ ਰਾਤ ਬਸ ਹੋ ਚੁੱਕੇ ਨੇ, ਖਤਮ ਹੋ ਗਏ ਨੇ। ਭਾਵ ਦਿਨ ਰਾਤ ਦੀ ਖੇਡ ਉੱਥੇ ਨਹੀਂ ਹੈ। ਦਿਨਸ ਨਰੈਣ ਵੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰਾ। ਸੱਚਖੰਡ ਬਸੈ ਨਿਰੰਕਾਰ, ਮਹਾਰਾਜ ਨੇ ਲਿਖਿਆ ਬਚਨ। ਨਿਰੰਕਾਰ ਕੈ ਦੇਸ ਜਾਹੇ ਨਾ ਸੁਖ ਲਹੈ ਮਹਲ। ਤੋ ਕਹਿੰਦੇ ਤਹਾਂ ਬਸੈ ਨਿਰੰਕਾਰਾ, ਕਹਿੰਦੇ ਕਿੱਥੇ ਜੀ? ਕਹਿੰਦੇ ਦਿਨਸ ਨਰੈਣ ਵੇਦ ਨਹੀਂ ਸ਼ਾਸਤਰ ਤਹਾਂ ਬਸੈ ਨਿਰੰਕਾਰ। ਵਾ ਕਾ ਮਰਮ ਉਹੀ ਪਰ ਜਾਣੈ ਉਹ ਤੋ ਸਦਾ ਅਬਿਨਾਸ਼ੀ। ਵਾਕ ਹੁੰਦਾ ਉਹ ਜੋਗੀ ਦਾ ਜੋ ਮਰਮ ਹੈ, ਭੇਦ ਹੈ, ਉਹਨੂੰ ਉਹ ਜੋਗੀ ਆਪ ਹੀ ਪਰ ਹੁੰਦਾ, ਭਲੀ ਪ੍ਰਕਾਰ ਜਾਣਦੇ, ਰਾਰੇ ਨੂੰ ਔਂਕੜ ਪਰ। ਇਸ ਕਰਕੇ ਉਹ ਤਾਂ ਸਦਾ ਵਾਸਤੇ ਅਬਿਨਾਸ਼ੀ, ਨਾਸ਼ ਤੋਂ ਰਹਿਤ ਹੋ ਗਏ ਨੇ। ਦੂਸਰਾ ਭਾਵ ਅਰਥ ਕਹਿਣ ਤੋਂ ਇਹ ਹੈ ਅੰਤਰੀਵ, ਪਹਿਲਾਂ ਤਾਂ ਆਪਾਂ ਸਾਦੇ ਢੰਗ ਨਾਲ ਹੀ ਸੁਣਾਇਆ। ਇਸ ਅਰਥ ਦੁਆਰਾ ਅਗਿਆਨ ਤੇ ਗਿਆਨ ਦੀਆਂ ਦੋਵੇਂ ਵਿਵਸਥਾ ਹੁਣ ਕਥਨ ਕਰਨੀਆਂ ਨੇ। ਜੈ ਕਛ ਆਹਾ ਤਹਾਂ ਕਿਛ ਨਾਹੀ ਪੰਚ ਤਤ ਤਹਿ ਨਾਹੀ। ਫਰਮਾਉਂਦੇ ਹਨ, ਜਿਸ ਅਗਿਆਨ ਕਾਲ ਵਿੱਚ ਬ੍ਰਹਮ ਦੇ ਵਿੱਚ ਕੋਈ ਜਗਤ ਭਾਸਦਾ ਸੀ, ਅਗਿਆਨ ਕਾਲ ਵਿੱਚ ਜਦੋਂ ਇਹ ਜਗਤ ਨਜ਼ਰ ਆਉਂਦਾ ਸੀ, ਅਗਿਆਨ ਵਿੱਚ ਨਜ਼ਰ ਆਉਂਦਾ ਜਗਤ। ਬ੍ਰਹਮ ਗਿਆਨ, ਜਿਹੜਾ ਬ੍ਰਹਮ ਗਿਆਨ ਹੁੰਦਾ, ਉਸ ਸਮੇਂ ਵਿੱਚ ਬ੍ਰਹਮ ਵਿੱਚ ਕੁਝ ਵੀ ਨਹੀਂ ਭਾਸਦਾ। ਪੰਜਾਂ ਤੱਤਾਂ ਦੀ ਕਲਪਨਾ ਵੀ ਉਸ ਬ੍ਰਹਮ ਦੇ ਵਿੱਚ ਪ੍ਰਤੀਤ ਨਹੀਂ ਹੁੰਦੀ। ਇਹ ਬਹੁਤ ਉੱਚੀ ਅਵਸਥਾ ਆ ਗਈ ਹੁਣ। ਅਗਿਆਨ ਤੇ ਗਿਆਨ ਦੀਆਂ ਦੋਵੇਂ ਵਿਵਸਥਾ ਇੱਥੇ ਨੇ। ਜਿਨ੍ਹਾਂ ਦੀ ਅਵਸਥਾ ਬਣਦੀ ਹੈ ਉਹ ਕਈ ਵਾਰ ਇਹੋ ਜਿਹੇ ਮਿਲ ਜਾਂਦੇ, ਮੈਨੂੰ ਦੱਸਦੇ ਹੁੰਦੇ ਆ ਕਿ ਦੁਨੀਆ ਕਦੇ ਦੀਂਦੀ ਨਹੀਂ। ਕਦੇ ਕਦੇ ਇਹੋ ਜਿਹਾ ਕੌਤਕ ਹੁੰਦਾ ਵਾ, ਪ੍ਰਕਾਸ਼ ਹੀ ਦਿੰਦਾ ਸਾਰੇ ਪਾਸੇ। ਸੰਸਾਰ ਦਾ ਅਭਾਵ ਅੰਦਰੋਂ ਹੀ ਹੋ ਜਾਂਦਾ ਹੈ। ਭਾਵ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਅਭਾਵ ਹੀ ਹੋ ਜਾਂਦਾ, ਬੰਦਗੀ ਨਾਲ ਹੀ ਇੱਥੇ ਸਭ ਕੁਝ ਬਣ ਜਾਂਦਾ। ਈੜਾ ਪਿੰਗੁਲਾ ਸੁਖ ਮਨ ਬੰਦੇ ਇਹ ਅਵਗਨ ਕਤ ਜਾਹੀ। ਅਗਿਆਨ ਕਾਲ ਵਿੱਚ ਜਿਹੜੀ ਈੜਾ ਹੁੰਦੀ ਗੰਗਾ, ਤੇ ਪਿੰਗਲਾ ਹੈਗੀ ਜਮਨਾ। ਸੁਖਮਨਾ ਸਰਸਵਤੀ ਤੇ ਆਦਿ ਤੀਰਥਾਂ ਪਰ ਇਸ਼ਨਾਨ ਕਰਨ ਦਾ ਬੰਧਨ ਪਿਆ ਹੋਇਆ ਸੀ। ਇਹ ਅਗਿਆਨਤਾ ਵਿੱਚ ਜਾਂਦਾ ਸੀ। ਚਲੋ ਚੰਗਾ ਹੈ, ਚੰਗੇ ਪਾਸੇ ਜਾਂਦਾ ਸੀ। ਪਰ ਹੁਣ ਜਦੋਂ ਅੰਦਰੀ ਬ੍ਰਹਮ ਗਿਆਨ ਹੋ ਗਿਆ, ਉਹਦੇ ਵਿੱਚ ਬ੍ਰਹਮ ਗਿਆਨ ਕਾਲ ਵਿੱਚ ਇਹਨਾਂ ਤੀਰਥਾਂ ਪਰ ਇਸ਼ਨਾਨ ਕਰਨੇ ਦੀ ਗਿਣਤੀ ਜਿਹੜੀ ਆਮ ਹੁੰਦੀ, ਵਿਸ਼ੇਸ਼ ਕਰਕੇ ਉਹ ਕਿੱਧਰ ਚਲੇ ਗਈ? ਉਲਟੀ ਗੱਲ ਹੋ ਗਈ ਕਿ ਗੰਗਾ ਜਮਨਾ ਸਰਸਵਤੀ ਤੇ ਕਰੈ ਉਦਮ ਧੂਰ ਸਾਧੂ ਕੀ ਤਾਈ। ਕਿਲ ਵਿਖ ਮੈਲ ਭਰੇ ਭਰੇ ਹਮਰੇ ਵਿੱਚ ਆਮਰੀ ਮੈਲ ਸਾਧੂ ਕੀ ਧੂਰ ਗਵਾਈ। ਹੁਣ ਉਲਟਾ ਸਾਧੂ ਕੋਲ ਆਉਣ ਲੱਗ ਜਾਂਦੀਆਂ, ਕਿਉਂਕਿ ਉਹ ਬ੍ਰਹਮ ਗਿਆਨ 'ਚ ਹੋ ਗਿਆ। ਜਿਵੇਂ ਕਈ ਵਿਚਾਰੇ ਜਿਹੜੇ ਅਣਜਾਣ ਜਿਹੇ ਲੋਕ ਨੇ, ਬੁੱਧੀ ਤੋਂ ਹੀਣੇ ਵੀ ਨੇ, ਐਵੇਂ ਕਿਤਾਬਾਂ ਜੀਆਂ ਪੜ੍ਹ ਲੀਆਂ, ਆਪਣੇ ਗਿਆਨ ਛੱਡੀ ਜਾਣਗੇ। ਇਹਨਾਂ ਤੇ ਤਰਸ ਵੀ ਆਉਂਦਾ ਹੈ, ਸੰਗਤ ਨੂੰ ਗੁੰਮਰਾਹ ਵੀ ਬੜਾ ਕਰਦੇ ਨੇ। ਆਖੇ ਗੁਰੂ ਅਮਰਦਾਸ ਜੀ ਨੂੰ ਪਹਿਲਾਂ ਗਿਆਨ ਨਹੀਂ ਸੀ, ਉਹ ਗੰਗਾ ਯਾਤਰਾ ਗਏ। ਥੋੜਾ ਧਿਆਨ ਨਾਲ ਗੱਲ ਕਰਿਆ ਕਰੋ, ਤੁਹਾਨੂੰ ਜਾਂ ਪਤਾ ਹੀ ਨਹੀਂ ਕਾਹਨੂੰ ਬੋਲਦੇ ਹੋ ਸਟੇਜਾਂ ਤੇ। ਸਤਿਗੁਰੂ ਜੀ ਤਾਂ ਆਪ ਪਰਮੇਸ਼ਰ ਸਨ, ਤੀਸਰੇ ਪਾਤਸ਼ਾਹ ਮਹਾਰਾਜ ਜੀ। ਉਹਨਾਂ ਨੂੰ ਤਾਂ ਬੇਨਤੀ ਕੀਤੀ ਸੀ ਗੰਗਾ ਜਮਨਾ ਸਰਸਵਤੀ ਨੇ। ਗੁਰੂ ਨਾਨਕ ਦੇਵ ਜੀ ਕਿਤੇ ਗੰਗਾ ਨਹਾਉਣ ਗਏ ਸੀ? ਇਹ ਪ੍ਰਚਾਰ ਹਿਤ ਜਾਣਾ ਹੁੰਦਾ, ਹਰਿਦੁਆਰ ਗਏ। ਇਸੇ ਪ੍ਰਕਾਰ ਮਹਾਰਾਜ ਨੇ ਕਿੰਨੇ ਥਾਵਾਂ ਦੇ ਉੱਤੇ ਜਗਨਨਾਥਪੁਰੀ ਗਏ ਆ, ਕੁਰੂਕਸ਼ੇਤਰ ਸੂਰਜ ਗ੍ਰਹਿਣ ਤੇ ਗਏ ਮਹਾਰਾਜ। ਫਿਰ ਉੱਥੇ ਜਾ ਕੇ ਕਿਤੇ ਹਿੰਦੂ ਬਣ ਗਏ? ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਸਿੱਖ ਬਣਾਏ ਆ।
बंदे च पावर होनी चाहिए है। एक वो होते हैं जो बदल देते हैं जमाने को। बंदा ਇਹੋ ਜਿਹਾ होना चाहिए दूजिਆਂ ਨੂੰ बदल दे, आप ना बदले। कई तो बेचारे आप ही बदल जाते आ। इस करके है एक तो जमाने के नाल ही बदल जाते हैं, वो है नहीं बनना। सिख तो ऐसा होंदा जिवें महापुरख बेसवा द्वारे खड़ के जाके मींह पैंदा सी, उन्होंने की तो बेसवा का घर। बेसवा ने सोचा कोई गाहक आया, दीवा जगदा सी। बेसवा कहन लगी कौन? ਜਦੋਂ ਬੀਤਰਾਗ ਬ੍ਰਹਮ ਗਿਆਨੀ ਮਹਾਂਪੁਰਖਾਂ ਨੇ ਚਿਹਰਾ ਘੁਮਾਇਆ, ਬੇਸਵਾ ਦਰਸ਼ਨ ਕੀਤੇ, ਉੱਥੇ ਹੀ ਸਾਰੇ ਪਾਪ ਕੱਟੇ ਗਏ। ਚਰਨਾਂ ਤੇ ਡਿੱਗ ਪਈ, ਮਹਾਰਾਜ ਮੈਂ ਬਹੁਤ ਪਾਪਣਾ, ਮੈਨੂੰ ਬਖਸ਼ ਲਓ। ਮਹਾਂਪੁਰਖਾਂ ਨੇ ਫਿਰ ਤੋਤਾ ਦਿੱਤਾ ਸੀ ਹੱਥੋਂ, ਲੈ ਇਹਨੂੰ ਬੇਟਾ ਸਵੇਰੇ ਉੱਠ ਕੇ ਨਹਾ ਕੇ ਨਾ ਰਾਮ ਰਾਮ ਕਹਾਇਆ ਕਰੇਗਾ। ਤੋਤਾ ਰਾਮ ਰਾਮ ਜਪਦਾ ਸਾਡਾ। ਉਹ ਰਾਮ ਰਾਮ ਕਹਿੰਦੇ ਹੀ ਤਰ ਗਈ ਸੀ। ਇਸ ਕਰਕੇ ਜਿਹੜਾ ਦਿਮਾਗ ਤੋਂ ਅਕਲ ਤੋਂ ਕੰਮ ਲੈਣਾ ਚਾਹੀਦਾ ਸਾਰਿਆਂ ਨੂੰ। ਐਵੇਂ ਖਾਮ ਖਾਨੀਆਂ ਗੱਲਾਂ ਨਹੀਂ ਬਣਾਉਣੀਆਂ ਚਾਹੀਦੀਆਂ, ਕਿਉਂਕਿ ਇਹ ਜਿਹੜੀ ਚੀਜ਼ ਆ ਨਾ, ਜਿਹੜੇ ਮਹਾਂਪੁਰਖ ਕੋਲ ਤਾਕਤ ਹੁੰਦੀ ਹੈ ਦੂਜੇ ਨੂੰ ਬਦਲ ਦੇਣਾ, ਭਾਵ ਚੰਗੇ ਰਾਹ ਦੇ ਉੱਤੇ ਲਾ ਦੇਣਾ। ਬਹੁਤ ਸਾਰੀਆਂ ਐਸੀਆਂ ਸਾਖੀਆਂ ਨੇ, ਜਿਵੇਂ ਭਾਈ ਅਦਲੀ ਨੇ ਬਦਲ ਦਿੱਤਾ ਭਾਈ ਬਿਧੀ ਚੰਦ ਜੀ ਨੂੰ। ਇਸੇ ਪ੍ਰਕਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਧਿਆਨ ਦੇਣਾ ਇਹਨਾਂ ਦੇ ਵਿੱਚ। ਸੋ ਤੀਸਰੇ ਪਾਤਸ਼ਾਹ ਮਹਾਰਾਜ ਜੀ ਤਾਂ ਤਾਰਨ ਜਾਂਦੇ ਹੁੰਦੇ ਸੀ। ਇੱਕ ਵਾਰ ਮਹਾਂਪੁਰਖ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਹਰਿਦੁਆਰ ਸਿੰਘਾਂ ਨਾਲ ਗਏ ਤੇ ਕਹਿੰਦੇ ਭਾਈ ਇਸ਼ਨਾਨ ਕਰਨਾ। ਨਾਲ ਹੁਣ ਸਿੰਘ ਦੂਜੇ ਵੀ ਹੁੰਦੇ ਤਰਕ ਜੀ ਵਾਲੇ। ਮਹਾਰਾਜ ਕਹਿੰਦੇ ਇੱਥੇ ਇਸ਼ਨਾਨ ਗੰਗਾ ਤੇ? ਕਹਿੰਦੇ ਭਾਈ ਇਹ ਅੰਦਰਲੀ ਗੱਲ ਹੈ ਸਾਡੀ। ਸੋ ਉਸ ਵਕਤ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਨੇ ਪੁੱਛਿਆ, ਮਹਾਰਾਜ ਇਹ ਅੰਦਰਲੀ ਗੱਲ ਵੀ ਦੱਸ ਦਿਓ। ਕਹਿੰਦੇ ਭਾਈ ਠਾਕੁਰ ਸਿੰਘ ਇਹ ਗੰਗਾ ਬੇਨਤੀ ਕਰਦੀ ਹੈ ਵੀ ਮਹਾਰਾਜ ਪਾਪ ਬਹੁਤੇ ਚੜੇ ਪਏ, ਜੇ ਤੁਸੀਂ ਇੱਕ ਵਾਰ ਚਰਨ ਪਾ ਜਾਓ, ਇਸ਼ਨਾਨ ਕਰ ਜਾਓ। ਕਹਿੰਦੇ ਤਾਂ ਭਾਈ ਅਸੀਂ ਇਸ਼ਨਾਨ ਕਰ ਰਹੇ ਹਾਂ। ਆਹ ਲੋਕ ਜਿਹੜੇ ਆਮ ਜੇ ਹੁੰਦੇ ਨੇ, ਉਹ ਜੀ ਫਲਾਣੇ ਥਾਂ ਨਹਾਲੇ ਜਾ ਕੇ ਫਲਾਣੇ, ਤੁਹਾਨੂੰ ਪਤਾ ਤਾਂ ਹੈ ਨਹੀਂ ਕਿਸੇ ਗੱਲ ਦਾ। ਤੁਸੀਂ ਤਾਂ ਆਪਣੀ ਰੋਟੀ ਕਮਾ ਕੇ ਨਾ ਆਰਾਮ ਨਾਲ ਖਾ ਕੇ ਸੌਂ ਜਾ ਕਰੋ। ਜਿਨ੍ਹਾਂ ਨੂੰ ਬਹੁਤੀਆਂ ਗੱਲਾਂ ਦਾ ਨਹੀਂ ਪਤਾ ਉਹ ਬਹੁਤਾ ਨਾ ਬੋਲਿਆ ਕਰੋ। ਤੁਹਾਨੂੰ ਬਹੁਤ ਅੰਤਰੀਵ ਭਾਵਾਂ ਦਾ, ਅੰਤਰੀਵ ਗੱਲਾਂ ਦਾ ਪਤਾ ਹੀ ਨਹੀਂ ਹੁੰਦਾ। ਇਸ ਕਰਕੇ ਮਹਾਰਾਜ 10ਵੇਂ ਪਾਤਸ਼ਾਹ ਵੀ ਸਾਰੇ ਸਥਾਨਾਂ ਤੇ ਗਏ ਨੇ। ਫਿਰ ਤਾਂ ਕੱਲ ਨੂੰ ਕਹਿ ਦਾਂਗੇ ਮਹਾਰਾਜ ਗੰਗਾ ਦੇ ਉੱਤੇ ਖੇਡਦੇ ਰਹੇ ਜੀ। ਗੰਗਾ, ਉਹ ਗੰਗਾ ਦਾ ਧੰਨ ਭਾਗ ਸਮਝਦੀ ਹੈ। ਗੰਗਾ ਕਿਨਾਰੇ ਪਟਨਾ ਸਾਹਿਬ ਤੇ ਪੌਂਟਾ ਸਾਹਿਬ ਜਾ ਕੇ ਦੇਖੋ, ਜਮਨਾ ਦੇ ਕਿਨਾਰੇ ਹੈ। ਸਤਲੁਜ ਸ੍ਰੀ ਅਨੰਦਪੁਰ ਸਾਹਿਬ ਹੈ। ਤੀਰ ਸਤਦਰਵ ਗ੍ਰੰਥ ਸੁਧਾਰਾ। ਤਾਂ ਫਿਰ ਕਿੱਥੇ ਕਿੱਥੇ ਨਹੀਂ ਹਨ ਮਹਾਰਾਜ ਸੱਚੇ ਪਾਤਸ਼ਾਹ ਦੇ ਸਥਾਨ। ਇਹ ਤਾਂ ਤੇ ਇਹਨਾਂ ਸਾਰੀਆਂ ਗੱਲਾਂ ਵਿੱਚ ਜਿਹੜੇ ਅਣਜਾਣ ਜੇ ਬੰਦੇ ਹੁੰਦੇ ਨੇ, ਜਿਹੜੇ ਅੱਧ ਵਿਚਾਲੇ ਜੇ ਲਟਕੇ ਫਿਰਦੇ ਨੇ, ਜਿਨ੍ਹਾਂ ਨੂੰ ਕਿਸੇ ਗੱਲ ਦਾ ਗਿਆਨ ਨਹੀਂ ਹੁੰਦਾ, ਬੜਾ ਰੌਲਾ ਪਾਉਂਦੇ ਆ। ਇਸ ਕਰਕੇ ਕਹਿੰਦੇ ਨੇ ਕਿ ਹੁਣ ਕੀ ਕਿਰਪਾ ਹੋਈ ਹੈ ਕਿ ਹੁਣ ਬ੍ਰਹਮ ਗਿਆਨ ਹੋਣ ਕਾਲ ਵਿੱਚ ਇਹਨਾਂ ਤੀਰਥਾਂ ਪਰ ਇਸ਼ਨਾਨ ਕਰਨੇ ਦੀ ਗਿਣਤੀ ਜਿਹੜੀ ਸੀ ਉਹ ਖਤਮ ਹੀ ਹੋ ਗਈ। ਹੁਣ ਕੀ ਹੋਇਆ? ਈੜਾ ਗੰਗਾ, ਤੇ ਗੰਗਾ ਦੇ ਵਿੱਚ ਉੱਥੇ ਕੀ ਲੈਣੀ ਹੈ? ਭਗਤੀ। ਹੁਣ ਕਹਿੰਦੇ ਗੰਗਾ ਕਿਹੜੀ ਹੋ ਗਈ ਤੁਹਾਡੇ ਕੋਲ? ਭਗਤੀ ਰੂਪੀ ਗੰਗਾ। ਪਿੰਗਲਾ ਜਮਨਾ ਵਿੱਚੋਂ ਲੈਣੀ ਕਰਮ ਕਥਾ, ਸੁਖਮਨਾ ਸਰਸਤੀ ਵਿੱਚੋਂ ਲੈਣੀ ਬ੍ਰਹਮ ਵਿਦਿਆ। ਹੁਣ ਕਹਿੰਦੇ ਇਹ ਹੋ ਗਈ ਸਾਡੇ ਕੋਲੇ। ਕਹਿਣ ਤੋਂ ਭਾਵ ਈੜਾ ਹੁੰਦੀ ਸਤੋਗੁਣ, ਪਿੰਗਲਾ ਹੁੰਦੀ ਤਮੋਗੁਣ, ਸੁਖਮਨਾ ਹੁੰਦੀ ਰਜੋਗੁਣ। ਇਹਨਾਂ ਗੁਣਾਂ ਵਿੱਚ ਜੋ ਅਗਿਆਨ ਕਾਲ ਵਿਖੇ ਮਨ ਆਦਿਕ ਇੰਦਰੀਏ ਬੱਧੇ ਹੋਏ ਸੀ, ਸੋ ਇਹ ਤਿੰਨੇ ਗੁਣ ਅਵਗੁਣ ਰੂਪ ਹੋ ਕੇ ਜਿਹੜੇ ਸੀ ਬ੍ਰਹਮ ਗਿਆਨ ਤੋਂ ਉਪਰੰਤ ਪਤਾ ਹੀ ਨਹੀਂ ਕਿੱਧਰ ਚਲੇ ਗਏ, ਭੱਜ ਹੀ ਗਏ। ਸੋ ਜਿਵੇਂ ਮਹਾਂਪੁਰਖ ਸੀਗੇ ਬਾਬਾ ਜਵਾਲਾ ਸਿੰਘ ਹਰਖਵਾਲ, ਕੋਈ ਪ੍ਰੇਮੀ ਕਹਿਣਾ ਮਹਾਰਾਜ ਜੀ ਮੈਂ ਸੁਣਿਆ 68 ਤੀਰਥਾਂ ਦਾ ਬੜਾ ਫਲ ਹੁੰਦਾ, ਵੀ ਨਹਾਉਣਾ ਚਾਹੀਦਾ ਜਾ ਕੇ। ਮਹਾਂਪੁਰਖ ਹੱਸਣ ਲੱਗ ਗਏ। ਕਹਿੰਦੇ ਚੱਲ ਆਹ ਹਲਟੀ ਗੇੜ ਕੇ ਪਾਣੀ ਭਰਾ ਲਿਆ, ਵਿੱਚ ਖੇਲ 'ਚ ਲੰਮੇ ਪੈ ਗਏ। ਉਸ ਵਕਤ ਬਾਹਰ ਨਿਕਲਿਆ ਏ, ਕਹਿੰਦੇ ਲੈ ਹੁਣ 68 ਤੀਰਥ ਦੇ ਵਿੱਚ ਨੇ ਨਹਾ ਲਾ, ਕਿਉਂਕਿ ਮਹਾਂਪੁਰਖਾਂ ਦਾ 68 ਤੀਰਥ ਚਰਨਾਂ 'ਚ ਹਾਜ਼ਰ ਸੁਣਿਆ 8 ਕਾ ਇਸ਼ਨਾਨ। ਆਪਾਂ ਨਹੀਂ ਸਮਝ ਸਕਦੇ ਇਹਨਾਂ ਗੱਲਾਂ ਨੂੰ। ਨਾਮ ਜਿਹੜਾ ਉਹ ਸਭ ਤੋਂ ਵੱਡਾ ਹੈ। ਜਿਸ ਹਿਰਦੇ 'ਚ ਨਾਮ ਦਾ ਵਾਸਾ ਹੈ ਉੱਥੇ ਸਾਰਾ ਕੁਝ ਹੀ ਹੈ। ਇਹੀ ਗੱਲ ਦਾ ਤਾਂ ਆਪਾਂ ਨੂੰ ਪਤਾ ਨਹੀਂ ਲੱਗਿਆ ਅੱਜ ਤੱਕ। ਜਿਵੇਂ ਤੀਜੇ ਪਾਤਸ਼ਾਹ ਵੇਲੇ ਮਹਾਰਾਜ ਦੇ ਸਾਰੇ ਜਿਹੜੇ ਬਜ਼ੁਰਗ ਰਿਸ਼ਤੇਦਾਰ ਸੀ ਉਹ ਆਏ ਚੱਲ ਕੇ, ਕਹਿਣ ਲੱਗੇ ਅਸੀਂ ਗੰਗਾ ਨਹਾਉਣ ਚੱਲੇ ਹਾਂ। ਮਹਾਰਾਜ ਹੱਸਣ ਲੱਗੇ, ਕਹਿੰਦੇ ਗੰਗਾ ਤਾਂ ਇੱਥੇ ਹੀ ਆ। ਕਹਿੰਦੇ ਕਿੱਥੇ? ਕਹਿੰਦੇ ਆ ਬੌਲੀ ਸਾਹਿਬ ਦੇ ਵਿੱਚ। ਕਹਿੰਦੇ ਲੈ ਇੱਥੇ ਗੰਗਾ ਕਿਵੇਂ ਆ ਗਈ? ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਰੋਕਿਆ, ਨਾ ਮੁੜੇ। ਕਹਿੰਦੇ ਚੰਗਾ ਐਂ ਕਰਿਓ ਬਈ ਆ ਮੇਰੀ ਗੜਬੀ ਲੈ ਜਾਓ, ਉੱਥੋਂ ਭਰ ਲਿਆਓ ਗੰਗਾ ਤੋਂ। ਗੰਗਾ ਗਏ, ਇਸ਼ਨਾਨ ਕਰਨ ਲੱਗੇ। ਉਹ ਜਦ ਗੜਬੀ ਭਰਨ ਲੱਗੇ, ਐਸਾ ਪਾਣੀ ਤੇਜ਼ ਸੀ ਪਿੱਛੋਂ ਬਹਾਓ,
ਉਹ ਗੜਬੀ ਰੁੜ ਗਈ। ਕਹਿੰਦੇ ਲੈ ਮਹਾਰਾਜ ਗੜਬੀ ਰੁੜ ਗਈ, ਚਲੋ ਕੋਈ ਨਹੀਂ। ਕਹਿੰਦੇ ਉਸ ਵਕਤ ਮਹਾਰਾਜ ਕੋਲ ਆਏ। ਮਹਾਰਾਜ ਕਹਿੰਦੇ ਸਾਡੀ ਗੜਬੀ ਲਿਆਂਦੀ ਪਾਣੀ ਦੀ ਭਰ ਕੇ, ਚੁੱਪ ਰਹੇ। ਮਹਾਰਾਜ ਕਹਿੰਦੇ ਭਾਈ ਅਸੀਂ ਗੜਬੀ ਪੁੱਛੀ। ਮਹਾਰਾਜ ਉਹ ਰੁੜ ਗਈ ਜੀ, ਉੱਥੇ ਪਾਣੀ 'ਚ ਗਲਤੀ ਹੋ ਗਈ ਸਾਥੋਂ, ਤੇਜ਼ ਸੀ ਬਾਹਲਾ ਬਹਾਓ। ਮਹਾਰਾਜ ਹੱਸ ਪਏ, ਕਹਿੰਦੇ ਚਲੋ ਠੀਕ ਆ, ਗੰਗਾ ਜਾਏ, ਬੌਲੀ ਸਾਹਿਬ ਵੀ ਜਾਇਓ। ਕਹਿੰਦੇ ਹਾਂ ਜੀ ਚਲੋ ਬੌਲੀ ਸਾਹਿਬ ਵੀ ਜਾਇਆ ਉਹਨੇ। ਜਦ ਪੌੜੀਆਂ ਉਤਰ ਕੇ ਥੱਲੇ ਗਏ ਬਜ਼ੁਰਗ, ਉਹ ਤਾਂ ਗੜਬੀ ਉੱਥੇ ਤਰੇ। ਉਹ ਕਹਿੰਦੇ ਗੜਬੀ ਮਹਾਰਾਜ ਦੀ ਇੱਥੇ ਕਿਵੇਂ ਆ ਗਈ? ਦਿੱਤੀ ਸਾਹਿਬ ਉੱਥੇ ਸੀ। ਆ ਕੇ ਕਹਿੰਦੇ ਮਹਾਰਾਜ ਜੀ ਆਹ ਗੜਬੀ ਤੋਰੇ ਫਿਰਦੀ ਤਰਦੀ। ਸਤਿਗੁਰੂ ਕਹਿੰਦੇ ਗੰਗਾ ਇੱਥੇ ਵੀ ਆ, ਸਭ ਕੁਛ ਇੱਥੇ, 68 ਤੀਰਥ ਇੱਥੇ ਆ। ਇਹ ਨਾਮ ਦਾ ਤੀਰਥ ਹੈ ਜਿਹੜਾ ਅਸੀਂ ਰਚਿਆ, ਆਮ ਤੀਰਥਾਂ ਨਾਲੋਂ ਵਿਸ਼ੇਸ਼ ਹੈ। ਜਿਹੜੇ ਗੁਰੂ ਘਰ ਵਿੱਚ ਸਰੋਵਰ ਬਣਾਏ ਨੇ ਇਹ ਨਾਮ ਦੇ ਤੀਰਥ ਨੇ। ਉਲਟਾ 68 ਘਾਟ ਬਣਿਆ ਅੰਮ੍ਰਿਤਸਰ ਸਾਹਿਬ। ਦੀਵਾਲੀ ਵਾਲੀ ਰਾਤ ਜਿਹੜੀ ਇੱਕ ਰਾਤ ਪਹਿਲਾਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਉੱਥੇ ਸਾਰੇ ਤੀਰਥ ਸਭ ਦੇਵੀ ਦੇਵਤਾ ਇਸ਼ਨਾਨ ਕਰਨ ਆਉਂਦੇ ਨੇ। ਤਾਂ ਹੀ ਉਹਨੂੰ ਰਾਜਾ ਰੂਪ ਤੀਰਥ ਕਿਹਾ। ਇਹ ਆਮ ਬੰਦੇ ਨੂੰ ਕਿੱਥੇ ਇਹਨਾਂ ਗੱਲਾਂ ਦਾ ਪਤਾ। ਤੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਕਿਸੇ ਨੂੰ ਗਿਆਨ ਨਹੀਂ ਹੁੰਦਾ ਇਹਨਾਂ ਗੱਲਾਂ ਬਾਰੇ। ਧਾਗਾ ਟੂਟਾ, ਮੋਹ ਦਾ ਧਾਗਾ ਟੁੱਟ ਗਿਆ। ਗਗਨ ਬਿਨਸ ਗਿਆ, ਗਗਨ ਹੁੰਦਾ ਲੋਭ, ਲੋਭ ਵੀ ਬਿਨਸ ਗਿਆ। ਸੋ ਇਹ ਗਾਉਣੀ ਬਿਰਤੀ ਨਾਲ ਅਰਥ ਕੀਤੇ ਹੋਏ ਨੇ। ਜਿਵੇਂ ਧਾਗਾ ਬੰਨ੍ਹ ਲੈਂਦਾ ਉਹ ਮੋਹ ਵੀ ਬੰਨ੍ਹ ਲੈਂਦਾ। ਧਾਗੇ ਵਿੱਚ ਵੀ ਉਹੀ ਗੁਣ ਹੈ ਮੋਹ 'ਚ ਹੀ। ਜਿਵੇਂ ਆਕਾਸ਼ ਨਹੀਂ ਭਰਿਆ ਜਾ ਸਕਦਾ, ਐਵੇਂ ਕਦੇ ਲੋਭੀ ਬੰਦਾ ਵੀ ਕਦੇ ਭਰਿਆ ਨਹੀਂ ਜਾ ਸਕਦਾ। ਰੱਜਦਾ ਹੀ ਨਹੀਂ ਭੁੱਖੜ ਜਿਹਾ। ਤੇਰਾ ਬੋਲਤ ਕਹਾਂ ਸਮਾਈ, ਅਤੇ ਤੇਰ ਮੇਰ ਦਾ ਬਚਨ ਵੀ ਪਤਾ ਨਹੀਂ ਕਿੱਧਰ ਚਲਿਆ ਗਿਆ, ਜੋ ਕਿੱਥੇ ਸਮਾ ਗਿਆ। ਭਾਵ ਬ੍ਰਹਮ ਦੇ ਵਿੱਚ ਹੀ ਲੋਪ ਹੋ ਗਿਆ। ਨਾ ਤੇਰਾ ਨਾ ਮੇਰਾ, ਸਭ ਏਕ ਹੈ, ਸਭ ਗੋਬਿੰਦ ਹੈ, ਬਸ ਹੋਰ ਦੂਸਰਾ ਨਜ਼ਰ ਨਹੀਂ ਆਉਂਦਾ। ਇਹ ਸੰਸਾ ਮੋਹ ਕਉ ਅੰਦਨ ਵਿਆਪੈ, ਮੋਹ ਕਉ ਕੋ ਨਾ ਕਹੈ ਸਮਝਾਈ। ਅਗਿਆਨ ਕਾਲ ਵਿੱਚ ਇਹ ਸੰਸਾ ਮੈਨੂੰ ਰਾਤ ਦਿਨੇ ਵਿਆਪ ਰਿਹਾ ਸੀ ਕਿ ਮੈਂ ਬ੍ਰਹਮ ਹਾਂ ਕਿ ਜਾਂ ਹੋਰ। ਇਹ ਸੰਸਾ ਵਿਆਪ ਰਿਹਾ ਸੀ ਕਿ ਅੰਨਮੈ ਕੋਸ਼ ਹਾਂ ਜਾਂ ਪ੍ਰਾਣਮੈ ਕੋਸ਼ ਹਾਂ, ਕਿ ਮਨੋਮੈ ਕੋਸ਼ ਹਾਂ ਜਾਂ ਮੈਂ ਵਿਗਿਆਨਮੈ ਕੋਸ਼ ਹਾਂ ਜਾਂ ਆਨੰਦਮੈ ਕੋਸ਼ ਹਾਂ। ਅਤੇ ਮੈਨੂੰ ਕੋਈ ਵੀ ਸਮਝਾ ਕੇ ਨਹੀਂ ਸੀ ਕਹਿੰਦਾ। ਜਦੋਂ ਬ੍ਰਹਮ ਗਿਆਨ ਕਾਲ ਵਿੱਚ ਇਹ ਸਾਰੇ ਸੰਸੇ ਹੀ ਦੂਰ ਹੋ ਗਏ। ਜਹ ਬਰ ਭੰਡ ਪਿੰਡ ਤਹਿ ਨਾਹੀ, ਰਚਨਹਾਰ ਤਹਿ ਨਾਹੀ। ਅਗਿਆਨ ਕਾਲ ਵਿੱਚ ਜਿਸ ਬ੍ਰਹਮ ਵਿੱਚ ਬ੍ਰਹਿਮੰਡਾਂ ਦੀ ਕਲਪਨਾ ਹੁੰਦੀ ਸੀ ਨਾ, ਉਹ ਬ੍ਰਹਿਮੰਡ ਆ, ਉਹ ਤਾਰੇ ਨੇ ਉਹ ਜੋ ਦਿਸੈ ਅੰਬਰ ਤਾਰੇ ਕੇ ਨੋਏ ਚੀਤੇ ਚੀਤਨਹਾਰੇ। ਕੋਟ ਬ੍ਰਹਿਮੰਡ ਕੋ ਠਾਕੁਰ, ਕਰੋੜਾਂ ਬ੍ਰਹਿਮੰਡਾਂ ਦਾ ਮਨ ਦੇ ਅੰਦਰ ਫੁਰਨਾ ਹੁੰਦਾ ਸੀ। ਹੁਣ ਬ੍ਰਹਮ ਗਿਆਨ ਕਾਲ ਵਿੱਚ ਉਸ ਬ੍ਰਹਮ ਵਿੱਚ ਇੱਕ ਪਿੰਡ ਦੀ ਕਲਪਨਾ ਵੀ ਨਹੀਂ, ਕਿਉਂਕਿ ਕਲਪਨਾ ਦੇ ਰਚਨੇਹਾਰਾ ਅਗਿਆਨ ਜੋ ਜਦੋਂ ਮੇਰੇ ਅੰਦਰ ਅਗਿਆਨ ਹੀ ਨਹੀਂ ਰਿਹਾ, ਗਿਆਨ ਹੀ ਹੋ ਗਿਆ, ਮੈਨੂੰ ਦੂਜਾ ਹੀ ਨਹੀਂ ਦਿਖਦਾ, ਮੈਨੂੰ ਬ੍ਰਹਿਮੰਡ ਨਹੀਂ ਦਿਖਦੇ, ਮੈਨੂੰ ਤਾਂ ਤੂੰ ਹੀ ਦਿਖਦਾ, ਸਭ ਗੋਬਿੰਦ ਹੈ। ਉਹ ਅਵਸਥਾ ਆ ਗਈ ਜਿਹੜੀ 10ਵੇਂ ਪਾਤਸ਼ਾਹ ਨੇ ਜ਼ਿਕਰ ਕੀਤੇ ਨੇ ਕਿ ਤੂੰ ਹੀ ਤਾਂ ਹੈ ਸਾਰਾ ਕੁਝ। ਉਹਨਾਂ ਦੀ ਨਿਗਾਹ ਨਾਲ ਦੇਖੋ ਤਾਂ ਸਾਰਾ ਕੁਝ ਤਾਂ ਆਪ ਹੀ ਹੈ। ਜੋੜਨਹਾਰੋ ਸਦਾ ਅਤੀਤਾ, ਇਹ ਕਹੀਐ ਕਿਸ ਮਾਹੀ। ਬਿਰਤੀ ਦੇ ਜੋੜਨ ਵਾਲਾ ਬ੍ਰਹਮ ਗਿਆਨੀ ਸਦਾ ਹੀ ਤਿੰਨਾਂ ਗੁਣਾਂ ਤੋਂ ਅਤੀਤਾ ਹੁੰਦਾ, ਰਹਿਤ ਹੁੰਦਾ। ਇਹ ਜਗਤ ਕਿਸ ਦੇ ਮਾਹੀ ਭਾਵ ਵਿੱਚ ਕਹੀਏ, ਅਗਿਆਨ ਦੇ ਵਿੱਚ ਕਹੀਏ। ਜੋੜੀ ਜੁੜੈ ਨਾ ਤੋੜੀ ਟੂਟੈ, ਜਬ ਲਗ ਹੋਏ ਬਿਨਾਸੀ। ਜਿੰਨਾ ਚਿਰ ਅਗਿਆਨ ਹੈ ਭਾਈ ਉਹਨਾਂ ਚਿਰ ਬਿਰਤੀ ਜੋੜੀ ਵੀ ਬ੍ਰਹਮ ਵਿੱਚ ਜੁੜਦੀ ਨਹੀਂ, ਜਿੰਨਾ ਚਿਰ ਅਗਿਆਨ ਹੈ। ਜਿਸ ਵੇਲੇ ਬ੍ਰਹਮ ਗਿਆਨ ਹੋ ਜਾਂਦਾ ਤਾਂ ਫਿਰ ਬਿਰਤੀ ਤੋੜੀ ਹੋਈ ਟੁੱਟਦੀ ਨਹੀਂ। ਪ੍ਰਲੱਭ ਦੇ ਅਨੁਸਾਰ ਜਿੰਨਾ ਚਿਰ ਬ੍ਰਹਮ ਗਿਆਨੀ ਦਾ ਸਰੀਰ ਰਹਿੰਦਾ ਉਹਨਾਂ ਚਿਰ ਉਹ ਜੀਵਨ ਮੁਕਤੀ ਦੇ ਆਨੰਦ ਵਾਸਤੇ ਬਿਨ ਆਸੀ ਆਸਾ ਤੋਂ ਬਿਨਾਂ ਰਹਿੰਦਾ। ਇਹਨਾਂ ਦਾ ਇਸ ਪ੍ਰਕਾਰ ਫਿਰ ਵਿਚਾਰ ਕਰੀਏ ਤਾਂ ਕਹਿੰਦਾ ਜੋੜਨਹਾਰੋ ਸਦਾ ਅਤੀਤਾ। ਇਹ ਸੰਸਾਰ ਦੇ ਜੋੜਨ ਵਾਲਾ ਚੇਤਨ ਸਦਾ ਹੀ ਅਸੰਗ ਰਹਿੰਦਾ। ਇਹ ਕਹੀਆ ਕਿਸ ਮਾਹੀ। ਜੇ ਉਹ ਚੇਤਨਾ ਸੰਗ ਹੈ ਤਾਂ ਫਿਰ ਇਹ ਸੰਸਾਰ ਕਿਹਦੇ ਵਿੱਚ ਕਹੀਏ? ਕਹਿੰਦੇ ਇਹ ਸੰਸਾਰ ਮਾਇਆ ਵਿੱਚ ਕਹੀਏ। ਉਹ ਮਾਇਆ ਕੈਸੀ ਹੈ? ਬ੍ਰਹਮ ਤੋਂ ਭਿੰਨ ਹੈ ਕਿ ਜਾਂ ਅਭਿੰਨ ਹੈ? ਕਹਿੰਦੇ ਇਹ ਤਾਂ ਹੈ ਅਨਰਵਚਨੀ ਮਾਇਆ। ਉਹਦੇ ਚ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ? ਨਾ ਭਿੰਨ ਹੈ, ਨਾ ਅਭਿੰਨ ਹੈ, ਨਾ ਭਿੰਨਾ ਭਿੰਨ ਉਭੇ ਹੈ। ਇਹ ਮਾਇਆ ਤਾਂ ਅਨਰਵਚਨੀ ਹੈ। ਜੋੜੀ ਜੁੜੈ ਨਾ ਤੋੜੀ ਟੂਟੈ। ਇਹ ਮਾਇਆ ਬ੍ਰਹਮ ਨਾਲ ਜੋੜੀ ਹੋਈ ਜੁੜਦੀ ਨਹੀਂ, ਕਿਉਂਕਿ ਬ੍ਰਹਮ ਸ਼ੁੱਧ ਹੈ ਤੇ ਮਾਇਆ ਮਲੀਨ ਹੈ। ਇਸ ਕਰਕੇ ਉਹ ਭਿੰਨ ਨਹੀਂ ਅਤੇ ਬ੍ਰਹਮ ਨਾਲ ਤੋੜੀ ਹੋਈ ਟੁੱਟਦੀ ਵੀ ਨਹੀਂ, ਕਿਉਂਕਿ ਬ੍ਰਹਮ ਤੋਂ ਬਿਨਾਂ ਇਹਨੂੰ ਹੋਰ ਕੋਈ ਆਸਰਾ ਨਹੀਂ। ਇਸ ਕਰਕੇ ਉਹ ਤੋਂ ਵੀ ਭਿੰਨ ਹੈ। ਜਬ ਲਗ ਹੋਏ ਬਿਨਾਸੀ। ਜਿੰਨਾ ਚਿਰ ਵਸ ਚੱਲੇ ਉਹਨਾਂ ਚਿਰ ਮਾਇਆ ਨੂੰ ਵਿਨਾਸੀ ਮਿਥਿਆ ਰੂਪ ਨਿਸ਼ਚੈ ਕਰੇ। ਕਾ ਕੋ ਠਾਕੁਰ ਕਾ ਕੋ ਸੇਵਕ ਕੋ ਕਾਹੂ ਕਹਿ ਜਾਸੀ।
ਬ੍ਰਹਮ ਗਿਆਨ ਤੋਂ ਉਪਰੰਤ ਕੌਣ ਕੋਈ ਕਿਸੇ ਦਾ ਮਾਲਕ ਹੈ? ਕੋਈ ਵੀ ਨਹੀਂ। ਕੌਣ ਕੋਈ ਕਿਸੇ ਦਾ ਸੇਵਕ ਹੈ? ਕੌਣ ਕੋਈ ਕਿਸੇ ਪਾਸ ਆਉਂਦਾ, ਕੌਣ ਕਿਸੇ ਪਾਸ ਜਾਂਦਾ? ਬ੍ਰਹਮ ਗਿਆਨ ਜੋ ਹੋ ਗਿਆ, ਕਹਾਣੀ ਖਤਮ ਹੋ ਜਾਂਦੀ ਉੱਥੇ ਜਾ ਕੇ। ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾਂ ਬਸੇ ਦਿਨ ਰਾਤੀ। ਹੁਣ ਕਬੀਰ ਜੀ ਕਥਨ ਕਰਦੇ ਨੇ ਕਿ ਬ੍ਰਹਮ ਗਿਆਨੀ ਦੀ ਜਿਹੜੀ ਬਿਰਤੀ ਉਸ ਨਿਰੰਕਾਰ ਵਿੱਚ ਲੱਗ ਰਹੀ ਹੈ, ਜਿਸ ਦੇ ਵਿੱਚ ਰਾਤ ਦਿਨ ਕਲਪਤ ਹੋਏ ਵਸ ਰਹੇ ਨੇ। ਰਾਤ ਦਿਨ ਉਹ ਚ ਕਲਪਤ ਰੂਪੀ ਨੇ। ਇਹ ਤਾਂ ਇੱਥੇ ਹੀ ਹੈ ਰਾਤ ਦਿਨ। ਚੰਦਰਮਾ ਤੇ ਜਾਓ ਤਾਂ ਉੱਥੇ ਕਿੱਥੇ ਹੈ ਰਾਤ ਦਿਨ? ਉਦੋਂ ਉੱਤੇ ਜਾਓ ਤਾਂ ਉੱਥੇ ਕਿੱਥੇ ਹੈ? ਵਾ ਕਾ ਮਰਮ ਉਹੀ ਪਰ ਜਾਣੈ ਉਹ ਤਾਂ ਸਦਾ ਅਬਿਨਾਸੀ। ਉਸ ਬ੍ਰਹਮ ਗਿਆਨੀ ਦਾ ਜਿਹੜਾ ਮਰਮ ਹੁੰਦਾ, ਭੇਦ ਹੁੰਦਾ, ਉਹ ਬ੍ਰਹਮ ਗਿਆਨੀ ਕਹਿੰਦੇ ਆਪ ਹੀ ਜਾਣਦਾ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਕਿਉਂਕਿ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੇ? ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਉਹ ਬ੍ਰਹਮ ਗਿਆਨੀ ਤਾਂ ਹਮੇਸ਼ਾ ਹੀ ਨਾਸ ਤੋਂ ਰਹਿਤ ਹੈ। ब्रह्म ज्ञानी सुख सहज निवास, नानक ब्रह्म ज्ञानी का नहीं विनाश। ਜਦੋਂ ਬਾਣੀ ਬ੍ਰਹਮ ਗਿਆਨੀ ਗਿਆ ਫਿਰ ਉੱਥੇ ਕਿੱਥੇ ਨਾਸ ਹੈ? ਉੱਥੇ ਤਾਂ ਆਪ ਹੀ ਸਭ ਕੁਝ ਹੈ। ਬ੍ਰਹਮ ਗਿਆਨੀ ਦੀ ਅਸ਼ਟਪਦੀ ਸਾਰਾ ਕੁਝ ਦੱਸਿਆ ਹੋਇਆ ਮਹਾਰਾਜ ਜੀ ਨੇ। ਵਾਹਿਗੁਰੂ 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 ਵਾਹਿਗੁਰੂ। ਧੰਨ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਿੱਖ ਸੰਗਤਾਂ ਤੇ ਬਖਸ਼ਿਸ਼ ਕੀਤੀ ਹੈ। ਧੁਰ ਕੀ ਬਾਣੀ ਇਕੱਤਰ ਕਰਕੇ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਵਾਏ ਹਨ ਆਪਾਂ ਨੂੰ। ਸੋ ਇਸ ਕਰਕੇ ਗੁਰਾਂ ਦਾ ਦਰਸ਼ਨ ਸਫਲ ਦਰਸ਼ਨ ਕਿਹਾ ਹੈ। ਮਹਾਰਾਜ ਜੀ ਨੇ ਬਚਨ ਕੀਤਾ ਹੈ ਕਿ ਜਿਹੜਾ ਗੁਰੂ ਦਾ ਦਰਸ਼ਨ ਹੁੰਦਾ ਭਾਈ ਇਹ ਸਫਲਾ ਹੁੰਦਾ, ਸਹਿਤ ਫਲ ਦੇ ਹੁੰਦਾ। ਸੋ ਇਸ ਕਰਕੇ ਇਸ ਗੱਲ ਦੀ ਹਮੇਸ਼ਾ ਵਿਚਾਰ ਕਰਨੀ ਕਿ ਜਿਹੜੀ ਗੁਰਾਂ ਨੇ ਭਗਤਾਂ ਦੀ ਬਾਣੀ ਬਖਸ਼ਿਸ਼ ਕੀਤੀ ਹੈ ਆਪਾਂ ਨੂੰ, ਇਹ ਬੜੀ ਅਮੋਲਕ ਦਾਤ ਬਖਸ਼ਿਸ਼ ਕੀਤੀ ਹੈ। ਕਿਉਂਕਿ ਜਿਨ੍ਹਾਂ ਨੇ ਕਮਾਈ ਕੀਤੀ ਅਤੇ ਬ੍ਰਹਮ ਗਿਆਨ ਦੀਆਂ ਸਾਰੀਆਂ ਭੂਮਿਕਾਵਾਂ ਪਾਰ ਕਰਦੇ ਹੋਏ ਬ੍ਰਹਮ ਦੇ ਵਿੱਚ ਲੀਨ ਹੋ ਗਏ ਨੇ, ਉਹਨਾਂ ਦੇ ਆਪਣੇ ਜ਼ਿੰਦਗੀ ਦੇ ਨਿੱਜੀ ਤਜਰਬੇ ਉਹਨਾਂ ਨੂੰ ਆ ਕੇ ਸੰਗਤ ਨੇ ਮਿਲਣਾ, ਉਹਦੇ ਵਿੱਚੋਂ ਬਹੁਤ ਪ੍ਰੈਕਟੀਕਲੀ ਚੀਜ਼ਾਂ ਸਾਹਮਣੇ ਆ ਜਾਂਦੀਆਂ ਹਨ। ਆਓ ਭਗਤ ਕਬੀਰ ਜੀ ਆਪਣੀ ਜ਼ਿੰਦਗੀ ਦਾ ਨਿਚੋੜ ਇਹ ਭਗਤਾਂ ਦੀ ਬਾਣੀ ਦੇ ਰਾਹੀਂ ਬਖਸ਼ਿਸ਼ ਕਰ ਰਹੇ ਹਨ। ਗੌੜੀ ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਜੋਗੀ ਜੀ ਦੇ ਮਰਨ ਪਿੱਛੋਂ ਜੋਗੀ ਜੀ ਦੇ ਚੇਲਿਆਂ ਨੇ ਇਕੱਠਿਆਂ ਹੋ ਕੇ ਕਬੀਰ ਜੀ ਨੂੰ ਕਿਹਾ ਕਿ ਹੁਣ ਆਪ ਜੋਗ ਭੇਖ ਧਾਰਨ ਕਰਕੇ ਇਸੇ ਗੱਦੀ ਤੇ ਬੈਠ ਜਾਓ। ਸੋ ਉਸੇ ਤਰ੍ਹਾਂ ਫੇਰ ਰੌਣਕਾਂ ਹੋ ਜਾਣਗੀਆਂ। ਇਹ ਗੱਲ ਸੁਣ ਕੇ ਭਗਤ ਕਬੀਰ ਜੀ ਨੇ ਬਚਨ ਕੀਤਾ, ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਬਿਯੋਗੀ ਰਹਾਓ। ਕਹਿਣ ਲੱਗੇ ਮੇਰੇ ਪਿਆਰੇ ਮੈਂ ਤਾਂ ਪਹਿਲਾਂ ਹੀ ਵਿਰਾਗਮਾਨ ਜੋਗੀ ਹਾਂ ਭਾਈ, ਤੁਸੀਂ ਤਾਂ ਪਦਾਰਥਾਂ ਦੇ ਵਿਜੋਗ ਜਨ ਕਰਕੇ ਸੋਗ ਕਰਕੇ ਮਰਦੇ ਹੋ, ਦੁਖੀ ਹੁੰਦੇ ਹੋ। ਸੋ ਮੈਂ ਤਾਂ ਪਦਾਰਥਾਂ ਦੇ ਵਿਛੋੜੇ ਕਰਕੇ ਕੋਈ ਮਨ ਦੇ ਅੰਦਰ ਸੋਗ ਨਹੀਂ ਕਰਦਾ, ਮੈਂ ਨਹੀਂ ਦੁਖੀ ਹੁੰਦਾ। ਇਸ ਕਰਕੇ ਮੈਂ ਸਭ ਤੋਂ ਸ੍ਰੇਸ਼ਟ ਜੋਗੀ ਹਾਂ। ਫਿਰ ਜੋਗੀ ਦੇ ਚੇਲਿਆਂ ਨੇ ਕਿਹਾ ਅਸੀਂ ਕਿਵੇਂ ਮੰਨੀਏ ਕਿ ਆਪ ਸ੍ਰੇਸ਼ਟ ਜੋਗੀ ਹੋ? ਕਿਉਂ ਆਪ ਜੀ ਨੇ ਕੋਈ ਜੋਗੀਆਂ ਵਾਲੇ ਚਿੰਨ੍ਹ ਤਾਂ ਪਾਏ ਨਹੀਂ ਹੋਏ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਿਵੇਂ ਸਿੱਧਾਂ ਨੇ ਬਚਨ ਕੀਤਾ ਸੀ, ਮਹਾਰਾਜ ਨੇ ਵੀ ਬਚਨ ਕੀਤਾ ਨਾ, ਮੁੰਦਾ ਸੰਤੋਖ ਸਰਮ ਪਦ ਝੋਲੀ ਧਿਆਨ ਕੀ ਕਰੈ ਵਿਭੂਤ ਹੈ। ਇਸੇ ਪ੍ਰਕਾਰ ਤੀਜੇ ਪਾਤਸ਼ਾਹ ਮਹਾਰਾਜ ਨੇ ਵੀ ਸ਼ਬਦ ਉਚਾਰਨ ਕੀਤੇ ਨੇ। ਜੋਗੀਆਂ ਨਾਲ ਜਦੋਂ ਵੀ ਚਰਚਾ ਹੋਈ ਅੰਤਰੀ ਭਾਵ ਨੂੰ ਲਿਆ। ਸੋ ਭਗਤ ਕਬੀਰ ਜੀ ਕਹਿਣ ਲੱਗੇ ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਜਿਹੜਾ ਨਿਸ਼ਚਾ ਕਰਨਾ ਨਾ ਵਾਹਿਗੁਰੂ ਤੇ ਸਤਿਗੁਰ ਤੇ ਅਤੇ ਵਿਚਾਰ, ਜਿਹੜੀ ਵਿਚਾਰ ਕਰਨੀ ਹੈ ਗੁਰਾਂ ਦੇ ਉਪਦੇਸ਼ ਤੇ ਸ਼ਬਦ ਤੇ, ਨਿਸ਼ਚਾ ਅਤੇ ਵਿਚਾਰ ਰੂਪ ਦੋ ਕੰਨਾਂ ਵਿੱਚ
ਜੋ ਸੁਰਤੀ ਸਿਮਰਤੀ ਦੇ ਸਿਧਾਂਤ ਰੂਪ ਮੁੰਦਰਾਂ ਪਾਈਆਂ ਹੋਈਆਂ ਨੇ। ਪਰ ਹੁੰਦਾ ਪਰਮਿਤ, ਪਰ ਹੁੰਦਾ ਭਲੀ ਪ੍ਰਕਾਰ ਸੰਸਾਰ ਮਰਿਆਦਾ ਤੋਂ ਬਾਹਰ ਹੋਣਾ। ਸੋ ਇਹੀ ਅਸੀਂ ਜਿਹੜੀ ਖਿੰਤਾ ਹੁੰਦੀ ਆ, ਗੋਦੜੀ ਪਾਈ ਹੁੰਦੀ ਜੋਗੀਆਂ ਨੇ, ਲੰਬੀ ਸਾਰੀ ਇਹ ਚੋਗਾ ਜਿਹਾ ਪਾਇਆ ਹੁੰਦਾ, ਇਹਨੂੰ ਕਹਿੰਦੇ ਨੇ ਪਾਈ ਹੈ। ਸੁਨ ਗੁਫਾ ਮਹਿ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਸੁਨ ਹੁੰਦਾ ਅਫੁਰ, ਅਫੁਰ ਹੁੰਦਾ ਫੁਰਨੇ ਤੋਂ ਰਹਿਤ। ਸੁਨ ਦਸ਼ਾ ਪਹਿਲਾਂ ਵੀ ਜ਼ਿਕਰ ਆਇਆ, ਇੱਕ ਹੁੰਦਾ ਸੱਟ ਵੱਜ ਗਈ ਥਾਂ ਸੁੰਨ ਹੋ ਗਿਆ, ਉੱਥੇ ਸੂਈਆਂ ਝਬੋ ਕੇ ਦੇਖੀ ਜਾਓ, ਉਹ ਥਾਂ ਸੁੰਨ ਹੋ ਗਿਆ ਬਸ। ਇਹਦਾ ਉਹਨੂੰ ਕਹਿੰਦੇ ਨੇ ਜੜ ਸੁੰਨ। ਜੜ ਸੁੰਨ ਉਹ ਹੁੰਦਾ ਹੈ ਜਿਹਦੇ ਅੰਦਰ ਸੁੰਨ ਹੋਣ ਤੋਂ ਬਾਅਦ ਅੰਦਰ ਕੋਈ ਐਕਟੀਵਿਟੀ ਨਹੀਂ ਰਹੀ, ਜਾਨ ਨਹੀਂ ਰਹੀ। ਜਿਵੇਂ ਕਈਆਂ ਦੇ ਪੈਰ ਬਹੁਤੀ ਬਰਫ਼ 'ਚ ਰਹਿਣ ਕਰਕੇ ਕੱਟਣੇ ਪੈਂਦੇ ਨੇ, ਉਹ ਪੈਰ ਜਿਹੜੇ ਨੇ ਕਿਸੇ ਵੀ ਕਿਰਿਆ ਤੋਂ ਰਹਿਤ ਹੋ ਜਾਂਦੇ, ਹਿਲਦੇ ਨਹੀਂ, ਖੂਨ ਦਾ ਸੰਚਾਰ ਬੰਦ ਹੋ ਜਾਂਦਾ। ਇੱਕ ਉਹ ਸੁੰਨ ਹੁੰਦਾ ਜਿੱਥੇ ਜਿਵੇਂ ਬੜਾ ਭਾਰੀ ਸੰਗਤ ਦਾ ਹਾਲ ਭਰਿਆ ਹੋਵੇ, ਸਾਰੀ ਸੰਗਤ ਅੰਦਰੇ ਅੰਦਰ ਸਿਮਰਨ ਮਨ ਵਿੱਚ ਕਰਦੀ ਹੋਵੇ, ਭਾਵੇਂ ਵੀ 10,000 ਬੰਦਾ ਬੈਠਾ, ਕਿਸੇ ਦੀ ਇੱਕ ਸਾਹ ਤੱਕ ਦੀ ਆਵਾਜ਼ ਨਹੀਂ ਆਉਂਦੀ। ਜੇ ਸਾਰੇ ਬੋਲਣ ਤਾਂ ਕਿੰਨਾ ਰੌਲਾ ਪੈ ਸਕਦਾ ਹੈ, ਪਰ ਪੈਂਦਾ ਨਹੀਂ। ਉਹਨੂੰ ਕਹਿੰਦੇ ਚੇਤਨ ਸੁੰਨ। ਚੇਤਨ ਵੀ ਹੋਣਾ ਤੇ ਸੁੰਨ ਵੀ ਹੋਣਾ। ਸੁੰਨ ਕਰਕੇ ਤਾਂ ਡਾਕਟਰ ਮਰੀਜ਼ ਦੀ ਚੀਰ ਫਾੜ ਕਰ ਦਿੰਦੇ ਨੇ, ਮਰੀਜ਼ ਨੂੰ ਪਤਾ ਹੀ ਨਹੀਂ ਲੱਗਦਾ। ਅਫੁਰ ਸੁੰਨ ਕਿਹੜੀ ਅਵਸਥਾ? ਜਿਵੇਂ ਭਾਈ ਮਨੀ ਸਿੰਘ ਦਾ ਬੰਦ ਚੇਤਨ ਜਿਉਂਦੇ ਜਾਗਦੇ ਸਾਹਮਣੇ ਬਿਠਾ ਕੇ ਭਾਈ ਸਾਹਿਬ ਨੇ ਸੁਖਮਨੀ ਸਾਹਿਬ ਦਾ ਪਾਠ ਕੀਤਾ ਤੇ ਉਧਰੋਂ ਬੰਦ ਕੱਟਿਆ ਜਾ ਰਿਹਾ, ਪਰ ਇਹ ਫੁਰਨਾ ਨਹੀਂ ਆਇਆ ਕਿ ਮੇਰਾ ਬੰਦ ਕੱਟਿਆ ਜਾ ਰਿਹਾ, ਬੜੀ ਕੋਈ ਤਕਲੀਫ ਹੋ ਰਹੀ ਹੈ, ਕਿਉਂਕਿ ਉਹ ਸੁੰਨ ਦਸ਼ਾ ਚਲੇ ਗਏ। ਸੁੰਨ ਗੁਫਾ ਮੈਂ ਆਸਣ ਬੈਸਣ। ਅਫੁਰ ਪਰਮਾਤਮ ਦੇਵ ਰੂਪ ਗੁਫਾ ਵਿੱਚ ਜਿਹੜਾ ਬੈਠਣਾ ਕੀਤਾ ਹੈ, ਕਹਿੰਦੇ ਇਹੀ ਸਾਡਾ ਆਸਣ ਹੈ ਭਾਈ। ਕਲਪ ਵਿਵਰਜਿਤ ਪੰਥਾ, ਕਲਪਨਾ ਤੋਂ ਵਿਵਰਜਿਤ ਹੁੰਦਾ, ਰਹਿਤ ਹੋਣਾ। ਇਹ ਸਾਡਾ 12 ਪੰਥਾਂ ਵਿੱਚੋਂ ਵੱਡਾ ਤੇ ਉੱਚਾ ਪੰਥ ਹੈ। ਆਈ ਪੰਥ ਹੈ ਸਾਡਾ। ਆਈ ਪੰਥੀ ਸਗਲ ਜਮਾਤੀ। ਮਨ ਜੀਤਾ ਜਗ ਜੀਤੇ, ਜਪਜੀ ਸਾਹਿਬ ਦੱਸਿਆ ਹੀ ਹੋਇਆ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਵਿਯੋਗੀ ਰਹਾਉ। ਕਹਿੰਦੇ ਮੇਰੇ ਭਾਈ ਮੈਂ ਵਿਰਾਗਵਾਨ ਜੋਗੀ ਹਾਂ। ਪਦਾਰਥਾਂ ਦੇ ਵਿਯੋਗ ਜਨ ਸੋਗ ਕਰਕੇ ਮੈਨੂੰ ਦੁੱਖ ਨਹੀਂ ਹੁੰਦਾ। ਪਦਾਰਥ ਆ ਜੇ ਖੁਸ਼ੀ ਨਹੀਂ ਹੁੰਦੀ, ਚਲਿਆ ਜਾਵੇ ਦੁੱਖ ਨਹੀਂ ਹੁੰਦਾ। ਇਸ ਕਰਕੇ ਮੈਂ ਤਾਂ ਵਿਰਾਗੀ ਜੋਗੀ ਹਾਂ। ਮੈਂ ਤਾਂ ਪਹਿਲਾਂ ਹੀ ਵਿਰਾਗ ਧਾਰਿਆ ਹੋਇਆ ਕਿ ਪਦਾਰਥ ਨਾਸਵੰਤ ਨੇ, ਦੁਨੀਆ ਹੈ ਹੀ ਨਹੀਂ ਮੇਰੇ ਭਾਣੇ, ਤਾਂ ਮੈਨੂੰ ਫਿਰ ਕੀ ਸੋਗ ਹੋਣਾ। ਖੰਡ ਬ੍ਰਹਿਮੰਡ ਮੈਂ ਸਿੰਘੀ ਮੇਰਾ ਬਟੂਆ, ਸਭ ਜਗ ਭਸਮਾ ਤਾਰੀ। 9 ਖੰਡ ਰੂਪ ਸਾਰੇ ਬ੍ਰਹਿਮੰਡ ਅੰਦਰ ਜਿਹੜਾ ਸ਼ਬਦ ਹੋ ਰਿਹਾ ਨਾ, ਇਹ ਸਾਡੀ ਸਿੰਘੀ ਵੱਜ ਰਹੀ ਹੈ। ਸਾਰੇ ਬ੍ਰਹਿਮੰਡ ਦੇ ਅੰਦਰ ਸ਼ਬਦ ਹੋ ਰਿਹਾ, ਇਹ ਆਪਾਂ ਨੂੰ ਨਹੀਂ ਸੁਣਦਾ। ਇਹ ਜਿਨ੍ਹਾਂ ਗੁਰਮੁਖਾਂ ਦੀ ਅਵਸਥਾ ਟਿਕ ਜਾਂਦੀ ਆ, ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਧਰਤ ਪਾਤਾਲ ਆਕਾਸ ਹੈ ਮੇਰੀ ਜਿੰਦੜੀਏ, ਸਭ ਹਰ ਹਰ ਨਾਮ ਧਿਆਵੈ ਰਾਮ। ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਸਿਮਰਨ ਕੰਧਾਂ ਵਿੱਚ ਵੀ ਹੋ ਰਿਹਾ, ਦਰਖਤਾਂ ਵਿੱਚ ਵੀ ਹੋ ਰਿਹਾ। ਜੋ ਬੋਲਤ ਹੈ ਮਿਰਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਸਾਰੀਆਂ ਆਵਾਜ਼ਾਂ ਵਿੱਚੋਂ ਵਾਹਿਗੁਰੂ ਵਾਹਿਗੁਰੂ ਹੀ ਸੁਣਦਾ ਉਹਨਾਂ ਨੂੰ। ਖੰਡ ਬ੍ਰਹਿਮੰਡ ਮਹਿ ਸਿੰਘੀ ਮੇਰਾ ਬਟੂਆ, ਸਭ ਜਗ ਭਸਮਾ ਧਾਰੀ। ਸੋ ਇਸ ਕਰਕੇ ਇਹ ਜਿਹੜਾ ਸ਼ਬਦ ਹੋ ਰਿਹਾ ਹੈ, ਇਹ ਸਾਡੀ ਸਿੰਘੀ ਵੱਜ ਰਹੀ ਤੇ ਸਤਨਾਮ ਵਾਹਿਗੁਰੂ ਰੂਪੀ ਮੇਰਾ ਬਟੂਆ ਸਾਰੇ ਸੰਸਾਰ ਨੂੰ ਭਸਮਾ ਧਾਰੀ, ਭਾਵ ਭਸਮ ਆਧਾਰੀ, ਭਸਮ ਵਾਂਗੂ ਮਿਥਿਆ ਸਮਝਣਾ। ਸਵਾਹ ਮਲ ਕੇ ਕੀ ਫਾਇਦਾ? ਵੈਸੇ ਹੀ ਸਮਝ ਲਓ ਸਾਰਾ ਸਵਾਹ ਰੂਪੀ ਹੈ। ਇਹ ਕਿਹੜਾ ਤੁਹਾਨੂੰ ਦਿਖਦਾ ਵੀ ਸਵਾਹ ਤੋਂ ਬਿਨਾਂ ਹੀ ਹੈ ਤਾਂ ਸਾਰਾ ਸਵਾਹ ਰੂਪੀ ਹੈ। ਕਹਿੰਦੇ ਇਹ ਅਸੀਂ ਆਧਾਰੀ ਹੁੰਦਾ, ਝੋਲੀ ਫੜੀ ਹੋਈ ਆ ਜੋਗੀਆਂ ਦੇ ਖੱਬੇ ਜਾਂ ਸੱਜੇ ਪਾਸੇ ਮੋਢੇ ਦੇ ਨਾਲ ਇੱਕ ਲੰਬੀ ਤਣੀ, 2 ਤਣੀਆਂ ਹੁੰਦੀਆਂ। ਜਿਵੇਂ ਅੱਜ ਕੱਲ੍ਹ ਇੱਕ ਲੰਬੀ ਤਣੀ ਵਾਲਾ ਬੈਗ ਜਿਹਾ ਪਾਉਂਦੇ ਨੇ ਚਮੜੇ ਦਾ, ਪੁਰਾਣੇ ਟਾਈਮਾਂ ਵਿੱਚ ਕੱਪੜੇ ਦਾ ਹੁੰਦਾ ਸੀ ਲੰਬਾ ਜਿਹਾ ਬਗਲੀ ਜੀ। ਉਹਦੇ ਵਿੱਚ ਜੋਗੀ ਆਪਣਾ ਡੰਡਾ, ਰੋਟੀ ਪਾਣੀ, ਆਪਣਾ ਸਿੰਘੀ, ਹੋਰ ਆਪਣਾ ਸਮਾਨ ਰੱਖਦੇ ਸਨ। ਜਾਂ ਕਿਸੇ ਨੇ ਆਟਾ ਦੇਤਾ ਬਗਲੀ 'ਚ ਪਾ ਲਿਆ, ਰੋਟੀ ਦੇਤੀ ਉਹ ਪਾ ਲਈ। ਇਸ ਤਰ੍ਹਾਂ ਦਾ ਇੱਕ ਥੈਲਾ ਜਿਹਾ ਟੰਗਿਆ ਹੁੰਦਾ ਸੀ।
ਤਾੜੀ ਲਾਗੀ ਤ੍ਰਿਪਲ ਪਲਟੀਐ ਛੂਟੈ ਹੋਏ ਪਸਾਰੀ। ਤ੍ਰਿਪਲ ਹੁੰਦਾ 3 ਗੁਣ, ਪਲਟੀਐ ਹੁੰਦਾ ਹਟ ਜਾਣਾ, ਤਾੜੀ ਹੁੰਦੀ ਸਮਾਧੀ। ਕਹਿਣ ਤੋਂ ਭਾਵ ਕੀ ਹੈ ਕਿ 3 ਗੁਣਾਂ ਵੱਲੋਂ ਜਿਹੜਾ ਹਟਣਾ ਹੈ, ਰਜੋ ਤਮੋ ਸਤੋ ਵੱਲੋਂ, ਇਹੀ ਸਾਡੀ ਸਮਾਧੀ ਲੱਗੀ ਹੋਈ ਹੈ। ਸੋ ਇਸ ਰੀਤੀ ਕਰਕੇ ਅਸੀਂ ਬਾਹਰਲੇ ਪਸਾਰੇ ਵੱਲੋਂ ਛੁੱਟੇ ਹੋਏ ਹਾਂ ਭਾਈ, 3 ਗੁਣਾਂ ਵੱਲੋਂ ਹਟ ਗਏ ਹਾਂ। ਨਾ ਤਮੋ ਗੁਣ ਸਾਡੇ 'ਚ, ਨਾ ਰਜੋ ਗੁਣ ਹੈ, ਨਾ ਸਤੋ ਗੁਣ, ਇਸ ਤੋਂ ਵੀ ਤਾਹਾਂ ਚਲੇ ਗਏ ਹਾਂ। ਸੁੰਨ ਦਸ਼ਾ ਵਿੱਚ ਬੈਠੇ ਹਾਂ, ਕੋਈ ਸੰਕਲਪ ਨਹੀਂ ਹੈ ਮਨ ਦੇ ਅੰਦਰ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਮਨ ਅਤੇ ਸਵਾਸ, ਇਹ ਅਸੀਂ 2 ਤੂੰਬੇ ਬਣਾਉਣਾ ਕੀਤੇ ਨੇ। ਜੋਗੀਆਂ ਕੋਲ ਤੂੰਬਾ ਜਿਹਾ ਹੁੰਦਾ ਇੱਕ ਵਜਾਉਣ ਵਾਲਾ। ਸੋ ਇਸ ਪ੍ਰਕਾਰ ਸਾਰਿਆਂ ਜਿਵੇਂ ਤੂੰਬੀ ਹੁੰਦੀ ਵਜਾਉਂਦੇ, ਇਸ ਤਰ੍ਹਾਂ ਤੂੰਬਾ ਵੱਡਾ ਹੁੰਦਾ। ਸਾਰਿਆਂ ਯੁੱਗਾਂ ਵਿੱਚ ਨਿਰੰਕਾਰ ਦੀ ਚੇਤਨ ਸੱਤਾ ਜਿਹੜੀ ਯੁੱਗ ਤੋਂ ਮਤਲਬ ਜੁੜੀ ਹੋਈ, ਨਿਸ਼ਚੈ ਕੀਤੀ ਹੋਈ ਹੈ ਮੈਂ, ਇਹ ਅਸੀਂ ਇੱਕ ਸਾਰਦ ਹੁੰਦਾ ਡੰਡੀ ਸਜਾ ਰੱਖੀ ਹੈ। ਇਸੇ ਡੰਡੀ ਨਾਲ ਜਿਹੜਾ ਮਨ ਅਤੇ ਸਵਾਸਾਂ ਰੂਪੀ 2 ਤੂੰਬੇ ਲਾਏ ਹੋਏ ਨੇ। 335 ਅੰਗ ਤੇ ਅੱਗੇ ਪੰਕਤੀ ਫਰਮਾਉਂਦੇ ਨੇ, ਥਿਰ ਭਈ ਤੰਤੀ ਟੂਟ ਸੁਨਾਹੀ ਅਨਹਦ ਕਿੰਗੁਰੀ ਬਾਜੀ। ਬ੍ਰਹਮਾਕਾਰ ਰੂਪ ਜਿਹੜੀ ਬਿਰਤੀ ਹੈ ਨਾ, ਤੇ ਬ੍ਰਹਮਾਕਾਰ ਬਿਰਤੀ ਰੂਪ ਤੰਤੀ ਜਿਹੜੀ ਤਾਰ ਹੈ, ਅਜਿਹੀ ਸਥਿਤ ਹੋਈ ਹੈ ਜਿਹੜੀ ਕਦੇ ਵੀ ਨਹੀਂ ਟੁੱਟ ਸਕਦੀ। ਬਿਰਤੀ ਬ੍ਰਹਮਾਕਾਰ ਹੋ ਗਈ ਹੈ। ਇਸ ਰੀਤੀ ਨਾਲ ਜਿਹੜੀ ਉਹ ਤੂੰਬੀ ਦੀ ਜਾਂ ਕਿੰਗ ਕਹਿ ਲਓ, ਕਿੰਗ ਦੀ ਅਨਹਦ ਇੱਕ ਰਸ ਜਿਹੜੀ ਧੁਨੀ ਵੱਜਦੀ, ਕਿਹੜੀ ਅਹੰ ਬ੍ਰਹਮਸਮੀ ਅਹੰ ਬ੍ਰਹਮਕ੍ਰੈ, ਕਿ ਮੈਂ ਹੀ ਬ੍ਰਹਮ ਹਾਂ। ਸੋ ਹੰ ਅਵਸਥਾ 'ਚ ਜਾ ਕੇ ਅਵਸਥਾ ਬਣਦੀ ਹੈ। ਸੋ ਉਹ ਜੋ ਪਰਮਾਤਮਾ ਹੈ, ਹੰ ਮੈਂ ਹੀ ਹਾਂ, ਇਹ ਉਦੋਂ ਕਹਿੰਦਾ ਹੈ ਜਦੋਂ ਅਵਸਥਾ ਬਣ ਕੇ ਸੱਚਮੁੱਚ ਪਰਮਾਤਮਾ ਰੂਪ ਹੋ ਕੇ ਸ਼ੁੱਧ ਹੋ ਜਾਂਦਾ ਹੈ। ਹੁਣ ਜੇ ਕਈ ਕਹਿੰਦੇ ਉਦੋਂ ਪਹਿਲਾਂ ਹੀ ਇਹਦਾ ਜਾਪ ਕਰ ਲਓ, ਸੋਹੰ, ਨਹੀਂ, ਉਹ ਇੱਕਦਮ ਵੱਡਾ ਸਟੈਪ ਚੱਕਿਆ ਜਾਣਾ। ਇਸ ਕਰਕੇ ਗੁਰਮੰਤਰ ਜਿਹੜਾ ਹੈ ਉਸ ਦੇ ਅਭਿਆਸ ਕਰੇ। ਸੋਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਸੋ ਇਸ ਧੰਨ ਨੂੰ ਸੁਣ ਕੇ ਮਨ ਆਦਿਕ ਇੰਦਰੇ ਸੋ ਪੂਰੇ ਹੁੰਦਾ, ਪੂਰਨ ਪਰਮਾਤਮਾ ਵਿੱਚ ਮਸਤ ਹੋ ਰਹੇ ਨੇ। ਇਸ ਲਈ ਹੁਣ ਮਾਇਆ ਦਾ ਜਿਹੜਾ ਡੋਲ ਹੈ, ਡੋਲ ਹੁੰਦਾ ਧੱਕਾ, ਇਹ ਧੱਕਾ ਨਹੀਂ ਲੱਗਦਾ। ਮਾਇਆ ਡੋਲ ਨਾ ਲਾਗੀ। ਸੋ ਮਾਇਆ ਉਲਟ ਹੋ ਕੇ ਮਾਇਆ ਡੋਲਣ ਲੱਗ ਗਈ। ਮਾਇਆ ਕਿਵੇਂ ਡੋਲਣ ਲੱਗ ਗਈ? ਕਹਿੰਦੇ ਮਗਰ ਮਗਰ ਸੰਤਾਂ ਦੇ ਡੋਲਦੀ ਫਿਰਦੀ ਹੈ ਕਿ ਮੈਨੂੰ ਪ੍ਰਵਾਨ ਕਰ ਲਓ ਜੀ, ਮੈਨੂੰ ਐਂ ਕਰ ਲਓ ਜੀ। ਉਹ ਮਾਇਆ ਜਿਹੜੀ ਬੇਨਤੀਆਂ ਕਰਨ ਲੱਗ ਪਈ। ਕਹੋ ਕਬੀਰ ਤਾ ਕਹੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਸੋ ਕਬੀਰ ਜੀ ਫਰਮਾਉਂਦੇ ਨੇ ਉਸ ਪੁਰਖ ਨੂੰ ਪੁਨਰਪ ਹੁੰਦਾ ਹੈ। ਪੁੰਨ ਜਿਹੜਾ ਹੁੰਦਾ ਨਾ, ਪੁਨਰ ਅਪ, ਫੇਰ ਆਪ ਹੁੰਦਾ ਨਿਸ਼ਚੈ ਕਰਕੇ, ਜਨਮ ਮਰਨ ਨਹੀਂ ਹੁੰਦਾ। ਜਿਹੜਾ ਵੈਰਾਗੀ ਉੱਪਰ ਦੱਸੀ ਹੋਈ ਸਾਰੀ ਜਿਹੜੀ ਖੇਡ ਹੈ, ਇਹਨੂੰ ਖੇਡ ਕੇ ਇੱਥੇ ਆ ਗਿਆ, ਇੱਥੋਂ ਪਾਪ ਚਲਿਆ ਗਿਆ ਸੰਸਾਰ ਤੋਂ ਸੱਚਖੰਡ ਦੇ ਵਿੱਚ, ਉਹਨੂੰ ਜਨਮ ਨਹੀਂ ਹੁੰਦਾ। ਗੌੜੀ ਬੈਰਾਗਣ